ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਵੀਰਾਂ ਭੈਣਾਂ ਦਾ ਗੁਰਮਤਿ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ 8ਵੀਂ ਪੌੜੀ ਦੀ ਜੋ ਹੈ ਵਿਚਾਰ, ਇਸ ਤੀਜੀ ਅਸ਼ਟਪਦੀ ਦੇ 8ਵੇਂ ਪਦੇ ਦੀ ਵਿਚਾਰ ਸਾਂਝੀ ਕਰਾਂਗੇ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਕਿ ਸਾਰਿਆਂ ਧਰਮਾਂ ਦੇ ਵਿੱਚੋਂ ਸਭ ਤੋਂ ਚੰਗਾ ਧਰਮ ਕਿਹੜਾ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਕੋ ਨਾਮ, ਹੁਣ ਹਰੀ ਦਾ ਨਾਮ ਕੀ ਹੈ? ਸਤਨਾਮ। ਜਿਵੇਂ ਬਾਣੀ ਦੇ ਵਿੱਚ ਪਾਵਨ ਵਚਨ ਆਏ ਨੇ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਭਰਾ ਪੂਜਾ। ਅਸੀਂ ਜਦੋਂ ਨਾਮਾਂ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੋਇਆ, ਮਨੁੱਖ ਨੇ ਆਪਣੇ ਚਾਰ ਚੁਫੇਰੇ ਕੁਝ ਵਸਤੂਆਂ ਨੂੰ ਵੇਖਿਆ, ਤਾਂ ਮਨੁੱਖ ਨੇ ਵਨਸਪਤੀ ਦੇ ਨਾਮ ਰੱਖੇ ਕਿ ਕਿੱਕਰ ਹੈ, ਨਿੰਮ ਹੈ, ਪਿੱਪਲ ਹੈ, ਵਗੈਰਾ ਵਗੈਰਾ। ਮਨੁੱਖ ਨੇ ਚਾਰ ਚੁਫੇਰੇ ਪਸ਼ੂਆਂ ਪੰਛੀਆਂ ਨੂੰ ਵੇਖਿਆ, ਤਾਂ ਇਸਨੇ ਪਸ਼ੂਆਂ ਪੰਛੀਆਂ ਦੇ ਨਾਮ ਰੱਖੇ, ਮਨੁੱਖਾਂ ਦੇ ਨਾਮ ਰੱਖੇ, ਤਾਰਿਆਂ ਦੇ, ਸੂਰਜ ਦੇ, ਚੰਦਰਮਾ ਆਦਿਕ ਦੇ ਨਾਮ ਰੱਖੇ। ਇਸ ਤੋਂ ਇਲਾਵਾ ਨਦੀਆਂ ਦੇ, ਪਹਾੜਾਂ ਦੇ, ਨਾਲਿਆਂ, ਦਰਿਆਵਾਂ ਦੇ ਨਾਮ ਰੱਖੇ। ਮਨੁੱਖ ਦੀ ਸੁਰਤ ਉੱਚੀ ਉੱਠੀ ਤੇ ਇਸਨੇ ਸੋਚਿਆ ਕਿ ਸੰਸਾਰ ਨੂੰ ਕੋਈ ਪੈਦਾ ਕਰਨ ਵਾਲਾ ਹੋਏਗਾ, ਤੇ ਨਾਮ ਰੱਖਿਆ ਗੋਵਿੰਦ ਜਾਂ ਗੋਬਿੰਦ। ਬਿੰਦ ਦਾ ਮਤਲਬ ਗੋਪਾਲ, ਗੋਬਿੰਦ। ਬਿੰਦ ਦਾ ਮਤਲਬ ਪੈਦਾ ਕਰਨ ਵਾਲਾ, ਗੋ ਦਾ ਮਤਲਬ ਸ੍ਰਿਸ਼ਟੀ, ਯਾਨੀ ਸ੍ਰਿਸ਼ਟੀ ਨੂੰ ਕੋਈ ਪੈਦਾ ਕਰਨ ਵਾਲਾ ਹੈ, ਤਾਂ ਨਾਮ ਰੱਖਿਆ ਗੋਬਿੰਦ। ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਨਾਮ ਰੱਖ ਦਿੱਤਾ ਗੋਪਾਲ। ਯਾਨੀ ਜਿੰਨੇ ਵੀ ਰੱਬ ਦੇ ਨਾਮ ਰੱਖੇ, ਇਹ ਮਨੁੱਖ ਨੇ ਰੱਖੇ ਔਰ ਗੁਣਾਂ ਦੇ ਉੱਤੇ ਬੇਸਡ ਰੱਖੇ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਇਹ ਸਾਰੇ ਕੀਰਤਮ ਨਾਮ ਯਾਨੀ ਗੁਣਾਂ ਦੇ ਉੱਤੇ ਆਧਾਰਿਤ ਨੇ। ਗੋਪਾਲ ਜੋ ਹੈ ਰੱਬ ਦਾ ਇੱਕ ਗੁਣ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਸਤਨਾਮ ਤੇਰਾ ਭਰਾ ਪੂਜਲਾ। ਜੇ ਕੋਈ ਪੁਰਾਤਨ ਤੋਂ ਪੁਰਾਤਨ ਸਨਾਤਨ ਤੇਰਾ ਨਾਮ ਹੈ ਤਾਂ ਉਹ ਹੈ ਸਤਨਾਮ, ਯਾਨੀ ਸੱਚਾਈ, ਤੂੰ ਹੋਂਦ ਵਾਲਾ ਹੈ। ਤਾਂ ਰੱਬ ਦਾ ਨਾਮ ਹੈ ਸਤ। ਸਤ ਦਾ ਮਤਲਬ ਸੱਚਾਈ। ਸੱਚਾਈ ਨੂੰ ਜਾਣਨਾ, ਜਪ ਦਾ ਮਤਲਬ ਜਾਣਨਾ ਔਰ ਅਪਣਾਣਾ। ਨਿਰਮਲ ਕਰਮ ਦਾ ਮਤਲਬ ਜਿਹੜੇ ਕੰਮਾਂ ਦੇ ਵਿੱਚ ਮੈਲ ਨਾ ਹੋਵੇ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਨਾ, ਸੱਚ ਨੂੰ ਆਧਾਰ ਬਣਾਉਣਾ ਔਰ ਮੈਲ ਤੋਂ ਰਹਿਤ ਕਰਮ ਕਰਨੇ। ਇਹ ਧਰਮ ਸਭ ਤੋਂ ਉੱਤਮ ਧਰਮ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ, ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬੇਸ ਬਣਾਉਣਾ, ਰੱਬੀ ਹੁਕਮ ਵਿੱਚ ਤੁਰਨਾ ਔਰ ਨਿਰਮਲ ਕਰਮ ਕਰਨੇ, ਮੈਲ ਤੋਂ ਰਹਿਤ ਕਰਮ ਕਰਨੇ। ਇਹ ਧਰਮ ਸਾਰੇ ਧਰਮਾਂ ਤੋਂ, ਯਾਨੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ, ਇਹ ਧਰਮ ਸਭ ਤੋਂ ਉੱਤਮ ਧਰਮ ਹੈ। ਔਰ ਇਹ ਸਾਰੀ ਮਨੁੱਖਤਾ ਦਾ ਇੱਕੋ ਇੱਕ ਸਾਂਝਾ ਧਰਮ, ਜਿਸ ਬਾਰੇ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਕਰ ਆਏ ਹਾਂ। ਕਿਵ ਸਚਿਆਰਾ ਹੋਈ ਹੈ, ਯਾਨੀ ਮਨੁੱਖ ਨੇ ਸਚਿਆਰ ਬਣਨਾ ਹੈ। ਮਨ ਬਚਨ ਕਰਮ ਕਰਕੇ ਰੱਬੀ ਹੁਕਮ ਦੇ ਵਿੱਚ ਤੁਰਨਾ, ਸਚਿਆਰ ਹੋਣਾ, ਨਿਰਮਲ ਕਰਮ ਕਰਨੇ, ਇਹੀ ਮਨੁੱਖ ਦਾ ਸਭ ਤੋਂ ਉੱਤਮ ਧਰਮ ਹੈ ਔਰ ਇਹ ਸਰਬ ਸਾਂਝਾ ਧਰਮ ਹੈ। ਐਸੀ ਜ਼ਿੰਦਗੀ ਹਰ ਥਾਂ ਤੇ, ਹਰ ਸਮੇਂ, ਹਰ ਵਕਤ, ਹਰ ਇਨਸਾਨ ਜੀ ਸਕਦਾ ਹੈ। ਤੇ ਜੇ ਇਸ ਸੱਚ ਧਰਮ ਨੂੰ ਅਪਣਾ ਲਿਆ ਜਾਏ ਤਾਂ ਮਨੁੱਖਾਂ ਦੇ ਜੋ ਧਰਮਾਂ ਦੇ ਝੇੜੇ ਝਗੜੇ ਨੇ ਉਹ ਖਤਮ ਹੋ ਸਕਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਦੇ ਗੁਣ ਗਾਣੇ, ਸੱਚ ਨੂੰ ਆਧਾਰ ਬਣਾਉਣਾ, ਰੱਬੀ ਰਜ਼ਾ ਵਿੱਚ ਤੁਰਨਾ ਔਰ ਮੈਲ ਤੋਂ ਰਹਿਤ ਕਰਮ ਕਰਨੇ ਹੀ ਸਭ ਤੋਂ ਚੰਗਾ ਧਰਮ ਹੈ, ਸਭ ਤੋਂ ਉੱਤਮ ਧਰਮ ਹੈ। ਜੇਕਰ ਸੱਚ ਨਹੀਂ ਔਰ ਜੇਕਰ ਨਿਰਮਲ ਕਰਮ ਨਹੀਂ, ਤਾਂ ਫਿਰ ਤੁਸੀਂ ਜਿਤਨੇ ਮਰਜ਼ੀ ਕਰਮ ਕਾਂਡ ਕਰੀ ਜਾਓ, ਉਹਦੇ ਨਾਲ ਜੀਵਨ ਦੇ ਅੰਦਰ ਸੁੱਖ ਪੈਦਾ ਨਹੀਂ ਹੋਏਗਾ। ਇਸ ਲਈ ਜੇ ਜੀਵਨ ਵਿੱਚ ਸੁੱਖ ਚਾਹੁੰਦੇ ਹੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਜੇ ਸੁੱਖ ਚਾਹੁੰਦੇ ਹੋ
ਤਾਂ ਸੁਖ ਦਾ ਮੂਲ ਸੱਚ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਜੋ ਪੂਰਾ ਕਰੇਗਾ, ਉਸ ਦੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋਏਗਾ। ਅਗਲਾ ਬਚਨ ਕਰਦੇ ਨੇ, ਸਗਲ ਕਿਰਿਆ ਮਹਿ ਉੱਤਮ ਕਿਰਿਆ। ਹੁਣ ਕਿਰਿਆ ਦਾ ਮਤਲਬ ਹੈ ਰੀਤੀ ਰਿਵਾਜ, ਜਿਹੜੀਆਂ ਰਸਮਾਂ ਨੇ। ਬਹੁਤ ਸਾਰੀਆਂ ਲੋਕ ਰਸਮਾਂ ਕਰਦੇ ਨੇ, ਜਿਵੇਂ ਸਰਾਧ ਨੇ, ਨਰਾਤੇ ਨੇ, ਵਰਤ ਨੇ, ਜਾਂ ਪ੍ਰਾਣੀ ਦੇ ਮਰਨ ਤੋਂ ਬਾਅਦ ਕੁਝ ਕਿਰਿਆਵਾਂ ਕਰਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਪਿੰਡ ਪੱਤਲ ਮੇਰੀ ਕੇਸ਼ੋ ਕਿਰਿਆ ਸੱਚ ਨਾਮ ਕਰਤਾਰ। ਕਿ ਜਿੰਨੀਆਂ ਵੀ ਕਿਰਿਆਵਾਂ ਨੇ, ਜਿੰਨੇ ਵੀ ਰਸਮਾਂ ਨੇ, ਧਾਰਮਿਕ ਰਸਮਾਂ, ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਕੰਮ ਜਿਹੜਾ ਹੈ ਸਗਲ ਕਿਰਿਆ ਮੈਂ ਉੱਤਮ ਕਿਰਿਆ। ਸਾਰੀਆਂ ਕਿਰਿਆਵਾਂ ਚੋਂ, ਸਾਰੀਆਂ ਰਸਮਾਂ ਚੋਂ, ਜਿਹੜੀਆਂ ਵੀ ਮੰਨੀਆਂ ਹੋਈਆਂ ਧਾਰਮਿਕ ਰਸਮਾਂ ਨੇ, ਉਹਨਾਂ ਚੋਂ ਸਭ ਤੋਂ ਉੱਤਮ ਰਸਮ ਕਿਹੜੀ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਗੁਰੂ ਦੀ ਸ਼ਰਣੀ ਪੈਣਾ ਔਰ ਭੈੜੀ ਮੱਤ ਨੂੰ ਦੂਰ ਕਰ ਦੇਣਾ। ਦੁਰਮਤ ਦਾ ਮਤਲਬ ਭੈੜੀ ਮੱਤ, ਹਿਰਿਆ ਦਾ ਮਤਲਬ ਦੂਰ ਕੀਤੀ ਜਾਏ। ਗੁਰੂ ਦੀ ਸੰਗਤ ਵਿੱਚ ਜਾ ਕੇ ਭੈੜੀ ਮੱਤ, ਜੋ ਖੋਟੀ ਮੱਤ ਹੈ, ਇਹਨੂੰ ਦੂਰ ਕਰ ਦਿੱਤਾ ਜਾਏ, ਇਹ ਸਭ ਤੋਂ ਉੱਤਮ ਕਿਰਿਆ ਹੈ। ਹੋਰ ਕੋਈ ਕਿਰਿਆ ਕਰਨ ਦੀ ਲੋੜ ਨਹੀਂ। ਹੋਰ ਕਿਰਿਆਵਾਂ ਵਿਅਰਥ ਨੇ। ਜੇ ਮੱਤ ਉੱਤਮ ਨਹੀਂ ਕੀਤੀ, ਜੇ ਸੋਚ ਉੱਤਮ ਨਹੀਂ, ਜੇ ਫੈਸਲੇ ਦੂਰ ਦ੍ਰਿਸ਼ਟੀ ਵਾਲੇ ਨਹੀਂ, ਤਾਂ ਜਿੰਨੀਆਂ ਮਰਜ਼ੀ ਤੁਸੀਂ ਧਾਰਮਿਕ ਕਿਰਿਆਵਾਂ ਕਰੀ ਜਾਓ, ਰਸਮਾਂ ਨਿਭਾਈ ਜਾਓ, ਉਹਨਾਂ ਦੇ ਨਾਲ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਨਹੀਂ ਆਏਗੀ। ਸਪੋਜ਼ ਕਿ ਤੁਸੀਂ ਤੀਰਥਾਂ ਆਦਿ ਤੇ ਜਾਂਦੇ ਹੋ, ਹੋਰ ਐਸੀਆਂ ਪਾਠ ਪੂਜਾ ਵਗੈਰਾ ਕਰਦੇ ਹੋ, ਲੇਕਿਨ ਮੱਤ ਖੋਟੀ ਹੈ, ਕਰਮ ਖੋਟੇ ਕਰਦੇ ਹੋ, ਸੱਚ ਨਹੀਂ ਬੋਲਦੇ, ਇਨਸਾਨੀਅਤ ਅੰਦਰ ਨਹੀਂ ਹੈ, ਦਇਆ ਨਹੀਂ ਹੈ, ਉੱਚਾ ਆਚਰਨ ਨਹੀਂ ਹੈ, ਤਾਂ ਬਾਹਰ ਦੀਆਂ ਰਸਮਾਂ ਕੁਝ ਸਵਾਰਨਗੀਆਂ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਿੰਨੀਆਂ ਮਿੱਠੀਆਂ ਹੋਈਆਂ ਧਾਰਮਿਕ ਰਸਮਾਂ ਨੇ, ਇਹਨਾਂ ਸਾਰੀਆਂ ਰਸਮਾਂ ਦੇ ਵਿੱਚੋਂ ਸਭ ਤੋਂ ਉੱਤਮ ਜੇ ਕੋਈ ਰਸਮ, ਕੋਈ ਉੱਤਮ ਕਿਰਿਆ ਹੈ, ਤਾਂ ਉਹ ਕਿਰਿਆ ਹੈ ਗੁਰੂ ਦੀ ਹਜ਼ੂਰੀ ਵਿੱਚ ਜਾਣਾ, ਸੰਗਤ ਵਿੱਚ ਮਿਲਣਾ ਔਰ ਆਪਣੀ ਖੋਟੀ ਮੱਤ ਨੂੰ ਦੂਰ ਕਰਨਾ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕਰੰਗ। ਆਪਣੇ ਮਨ ਦੀ ਮੱਤ ਨੂੰ, ਮੱਤ ਦੇ ਅੰਦਰ ਜੋ ਮੈਲ ਭਰੀ ਹੈ, ਉਸ ਮੈਲ ਨੂੰ ਖਤਮ ਕਰਨਾ, ਗਿਆਨ ਹਾਸਲ ਕਰਨਾ, ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਨਾ ਹੀ ਸਭ ਤੋਂ ਉੱਤਮ ਜਿਹੜਾ ਹੈ ਉਹ ਕਰਮ ਹੈ, ਤੇ ਸਭ ਤੋਂ ਉੱਤਮ ਰਸਮ ਹੈ। ਸਗਲ ਉਦਮ ਹੈ ਉਦਮ ਭਲਾ। ਉਦਮ ਦਾ ਮਤਲਬ ਆਹਰ, ਉਪਰਾਲਾ। ਜਿੰਨੇ ਵੀ ਬੰਦਾ ਉਪਰਾਲੇ ਕਰਦਾ ਹੈ, ਉਪਰਾਲੇ ਜਿਹੜੇ ਕਰਦਾ ਹੈ, ਸਾਰੇ ਉਪਰਾਲਿਆਂ ਨਾਲੋਂ ਸਭ ਤੋਂ ਚੰਗਾ ਉਪਰਾਲਾ ਕਿਹੜਾ ਹੈ? ਦੇਖੋ, ਇੱਥੇ ਉਪਰਾਲੇ ਕਿਹੜੇ ਨੇ? ਜਿਹੜੇ ਮਿੱਥੇ ਹੋਏ ਧਾਰਮਿਕ ਉਪਰਾਲੇ ਨੇ। ਜਿਵੇਂ ਅਸੀਂ ਤੀਰਥਾਂ ਤੇ ਜਾਣ ਦਾ ਉਪਰਾਲਾ ਕਰ ਲੈਂਦੇ ਹਾਂ, ਵਰਤ ਨਰਾਤਿਆਂ ਦਾ ਉਪਰਾਲਾ ਬੰਦਾ ਕੋਈ ਕਰ ਰਿਹਾ ਹੈ, ਕੋਈ ਸੰਸਾਰ ਨੂੰ ਤਿਆਗ ਦਾ ਉਪਰਾਲਾ ਕਰ ਰਿਹਾ ਹੈ, ਸਮਾਧੀਆਂ ਲਾਉਣ ਦਾ ਉਪਰਾਲਾ ਕਰ ਰਿਹਾ ਹੈ, ਮਾਲਾ ਫੇਰਨ ਦਾ ਉਪਰਾਲਾ ਕਰ ਰਿਹਾ ਹੈ, ਨੰਗੇ ਪੈਰੀ ਫਿਰ ਰਿਹਾ ਹੈ, ਜਾਂ ਵਿਖਾਵੇ ਦੀਆਂ ਰਸਮਾਂ ਨਿਭਾ ਰਿਹਾ ਹੈ, ਵਿਖਾਵੇ ਦੇ ਪਾਠ ਪੂਜਾ ਕਰ ਰਿਹਾ ਹੈ, ਜਾਂ ਪਹਿਨਾਵਾ ਆਦਿ ਪਹਿਨਿਆ ਹੋਇਆ ਹੈ। ਕਿੰਨੇ ਸਾਰੇ ਉਪਰਾਲੇ ਕਰਦਾ ਨਾ ਬੰਦਾ। ਗੁਰੂ ਜੀ ਕਹਿੰਦੇ ਨੇ, ਇਹਨਾਂ ਸਾਰੇ ਉਪਰਾਲਿਆਂ ਦੇ ਨਾਲੋਂ, ਸਾਰੇ ਉਦਮਾਂ ਨਾਲੋਂ ਭਲਾ ਉਦਮ ਕਿਹੜਾ ਹੈ? ਹਰ ਕਾ ਨਾਮ ਜਪੋ ਜੀ ਸਦਾ। ਜੀ ਦਾ ਮਤਲਬ ਜੀ ਕਰਕੇ, ਹੇ ਮੇਰੇ ਮਨ, ਜੋ ਪ੍ਰਭੂ ਦਾ ਨਾਮ ਹੈ, ਰੱਬ ਦਾ ਜੋ ਹੁਕਮ ਹੈ, ਜਪੋ ਦਾ ਮਤਲਬ ਉਹਨੂੰ ਜਾਣੋ, ਉਹਨੂੰ ਸਮਝੋ, ਰੱਬ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਓ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਆਪਣੇ ਮਨ ਦੇ ਅੰਦਰ ਗੁਣ ਧਾਰਨ ਕਰੋ। ਜੇ ਉਦਮ ਕਰਨਾ ਹੈ ਨਾ, ਤਾਂ ਸੱਚ ਨੂੰ ਅਪਣਾਉਣ ਲਈ ਉਦਮ ਕਰੋ, ਸੇਵਾ ਲਈ ਉਦਮ ਕਰੋ, ਦਇਆ ਵਾਸਤੇ ਉਦਮ ਕਰੋ, ਨਿਰਭੈ ਔਰ ਨਿਰਵੈਰ ਹੋਣ ਵਾਸਤੇ ਉਦਮ ਕਰੋ। ਇਹ ਸਾਰਿਆਂ ਤੋਂ ਉਪਰਾਲਾ ਚੰਗਾ ਉਪਰਾਲਾ ਹੈ, ਹਰੀ ਦੇ ਗੁਣਾਂ ਦੇ ਧਾਰਨੀ ਹੋਣਾ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਫਿਰ ਲਾਭੂ ਜੈ। ਬੰਦਾ ਸਾਰੇ ਉਪਰਾਲੇ ਕਰਦਾ, ਲੇਕਿਨ ਇੱਕ ਉਦਮ ਉਪਰਾਲਾ ਨਹੀਂ ਕਰਦਾ ਕਿ ਮੈਂ ਅੰਦਰੋਂ ਬਾਹਰੋਂ ਇੱਕ ਹੋ ਜਾਵਾਂ, ਮੈਂ ਮਨ ਬਚਨ ਕਰਮ ਕਰਕੇ ਸੱਚਾ ਹੋ ਜਾਵਾਂ। ਜੇ ਦੁਨੀਆ ਦਾ ਹਰ ਇਨਸਾਨ ਇਹ ਉਪਰਾਲਾ ਕਰੇ ਕਿ ਮੈਂ ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ, ਤਾਂ ਕਿੰਨਾ ਸੋਹਣਾ ਸੰਸਾਰ ਹੋ ਜਾਏ, ਕਿੰਨਾ ਸੋਹਣਾ ਜੀਵਨ ਹੋ ਜਾਏ।
लेकिन बाकी बंदा सारे उपराले करता रहिंदा है, पर ऐसे उपराला जिहड़ा करना चाहिए वो नहीं करता। तो इत्थे ये नहीं कि असीं अपनी किरत दे उपराले नहीं करने, सच नूं आधार बना के अपनी जिंदगी जीनी है। जिन्ने भी कर्म कांडां दे उपराले ने इन्हां दा त्याग करना है और असीं रब्बी हुक्म अनुसार जिंदगी जीनी है, सच नूं आधार बना के जिंदगी जीनी है। पाहर इहदे वास्ते करना है अवगुण छोड़ गुणा को धावो, कर अवगुण पछताही जियो। जिन्ना असीं लड़न वास्ते ईरखा लई उपराले करने हैं ना, इन्हां दे असीं प्रेम करन लई उपराला अद्धा भी कर लवीए तां साडी जिंदगी संवर जाए। सगल बानी में अमृत बानी, बानी का मतलब वचन विलास। जिन्ने भी असीं वचन करते हैं बोलते हैं, अनेकों हर बंदे की अपनी अपनी भाषा है, अपनी अपनी बोली है, अपना अपना बोलन का ढंग है, बोल चाल है। तो जिन्ने भी साडी बोल चाल है वचन विलास ने जो असीं बोलते हैं, सारियां बाणियां सारे वचन विलासां विचों अमृत बाणी, अमृत का मतलब आत्मक जीवन देने वाली बाणी जो साडे अंदर जीवन पैदा करे, वो किहड़ी है? हर को जस सुन रसन बखानी। हर को जस का मतलब रब की सिफत सलाह, रब के गुण कन्नां दे नाल सुन के जीभ दे नाल बोलना। यानी सब तो उत्तम बाणी रब के गुणां नूं सुनना और उन्हां नूं बोलना है, जो सानू आत्मक जीवन देगा। ये बारे वैसे असीं रोज ही विचार कर रहे हैं कि जो कुछ असीं सुनांगे वो साडे अंदर जाएगा, साडे उत्ते वो असर करेगा। ते जे असीं सवेर तो लैके शाम तक किसी की निंदिया ही सुनते हाँ, नकारात्मक बोल ही सुनते हाँ, आपां विकारां दीयां गल्लां ही सुनते हाँ, ਤਾਂ ਸਾਡੇ ਅੰਦਰ ਆਤਮਿਕ ਜੀਵਨ ਪੈਦਾ ਨਹੀਂ ਹੋਏਗਾ, ਖੁਸ਼ੀ ਪੈਦਾ ਨਹੀਂ ਹੋਏਗੀ, ਉਹਦੇ ਨਾਲ ਇਨਫੀਰੀਅਰਿਟੀ ਕੰਪਲੈਕਸ ਪੈਦਾ ਹੋਏਗਾ, ਸਾਡੇ ਅੰਦਰ ਹੀਨ ਭਾਵਨਾ ਪੈਦਾ ਹੋਏਗੀ, ਸਾਡੇ ਅੰਦਰ ਨੈਗੇਟਿਵਿਟੀ ਆਏਗੀ, ਸਾਡੇ ਅੰਦਰ ਅਨਪਲੇਜ਼ੈਂਟ ਇਮੋਸ਼ਨਸ ਪੈਦਾ ਹੋਣਗੇ ਜਿਹੜੇ ਸਾਡੇ ਸਰੀਰ ਨੂੰ ਰੋਗੀ ਬਣਾਉਣਗੇ। ਤੇ ਜੇ ਅਸੀਂ ਸੱਚ ਸੁਣਦੇ ਹਾਂ, ਸਕਾਰਾਤਮਕ ਬੋਲ ਸੁਣਦੇ ਹਾਂ, ਪੋਜ਼ਿਟਿਵ ਬੋਲ ਸੁਣਦੇ ਹਾਂ, ਔਰ ਜੇ ਅਸੀਂ ਗੁਣਾਂ ਦੀ ਗੱਲ ਸੁਣਦੇ ਹਾਂ ਤਾਂ ਇਹਦੇ ਨਾਲ ਸਾਡੇ ਅੰਦਰ ਪਲੇਜ਼ੈਂਟ ਇਮੋਸ਼ਨਸ ਪੈਦਾ ਹੋਣਗੇ। ਤੇ ਉਹ ਜੋ ਪਲੇਜ਼ੈਂਟ ਇਮੋਸ਼ਨਸ ਨੇ ਉਹ ਸਾਡੇ ਸਰੀਰ ਦੇ ਰੋਗਾਂ ਨੂੰ ਦੂਰ ਕਰਨਗੇ, ਔਰ ਜਿਹੜੀ ਗੁਣਾਂ ਦੀ ਗੱਲ ਅਸੀਂ ਸੁਣਾਂਗੇ ਉਹ ਸਾਡੇ ਅੰਦਰ ਖੁਸ਼ੀ ਪੈਦਾ ਕਰੇਗੀ। ਪਹਿਲੀ ਗੱਲ। ਦੂਜੀ ਗੱਲ ਹੈ ਜੋ ਅਸੀਂ ਬੋਲਦੇ ਹਾਂ, ਜੇ ਅਸੀਂ ਨੈਗੇਟਿਵ ਬੋਲਾਂਗੇ, ਨਕਾਰਾਤਮਕ ਬੋਲਾਂਗੇ ਤਾਂ ਸਾਡੇ ਅੰਦਰ ਨੈਗੇਟਿਵਿਟੀ ਆਏਗੀ। ਜੇ ਅਸੀਂ ਪੋਜ਼ਿਟਿਵ ਬੋਲਦੇ ਹਾਂ ਤਾਂ ਸਾਡੇ ਅੰਦਰ ਪੋਜ਼ਿਟਿਵਿਟੀ ਆਏਗੀ। ਜੇ ਅਸੀਂ ਗੁਣਾਂ ਵਾਲੇ ਬੋਲਦੇ ਹਾਂ ਤਾਂ ਸਾਡੇ ਅੰਦਰ ਗੁਣ ਜਾਣਗੇ, ਸਕਾਰਾਤਮਕਤਾ ਜਾਏਗੀ, ਵਿਲ ਪਾਵਰ ਪੈਦਾ ਹੋਏਗੀ, ਸਾਨੂੰ ਖੁਸ਼ੀ ਹੋਏਗੀ। ਪਰ ਜੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਕਾਰਾਤਮਕ ਬੋਲਦੇ ਹਾਂ, ਜੇ ਅਸੀਂ ਨੈਗੇਟਿਵ ਬੋਲਦੇ ਹਾਂ ਤਾਂ ਸਾਡੀ ਜ਼ਿੰਦਗੀ ਅੰਦਰ ਖੁਸ਼ੀ ਨਹੀਂ ਆਏਗੀ। ਇਸ ਲਈ ਰਸਨਾ ਦੇ ਨਾਲ ਸਕਾਰਾਤਮਕ ਬੋਲਣੇ, ਇਹ ਜਿਹੜੀ ਬਾਣੀ ਹੈ, ਬੋਲ ਬਾਣੀ ਦਾ ਢੰਗ ਹੈ, ਇਹ ਸਭ ਤੋਂ ਉੱਤਮ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਸਾਡੀ ਬੋਲੀ, ਰੋਜ਼ ਦੀ ਬੋਲ ਚਾਲ ਸਾਡੀ ਜ਼ਿੰਦਗੀ ਅੰਦਰ ਦੁੱਖ ਵੀ ਪੈਦਾ ਕਰੇਗੀ ਔਰ ਸੁੱਖ ਵੀ ਪੈਦਾ ਕਰੇਗੀ। ਚੁਆਇਸ ਸਾਡੀ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇਸ ਲਈ ਗੁਰੂ ਜੀ ਕਹਿੰਦੇ ਨੇ ਪਿਆਰਿਓ, ਸਭ ਤੋਂ ਉੱਤਮ ਬੋਲ ਬਾਣੀ ਹੈ ਜਿਸ ਬੋਲ ਬਾਣੀ ਦੇ ਨਾਲ ਤੁਹਾਨੂੰ ਵੀ ਸ਼ਾਂਤੀ ਮਿਲੇ, ਸੁਣਨ ਵਾਲੇ ਨੂੰ ਵੀ ਸ਼ਾਂਤੀ ਮਿਲੇ। ਇਸ ਲਈ ਰੱਬੀ ਗੁਣਾਂ ਬਾਰੇ ਸੁਣਨਾ ਔਰ ਰੱਬੀ ਗੁਣਾਂ ਵਾਲੇ ਬੋਲ ਬੋਲਣੇ, ਇਹ ਸਭ ਤੋਂ ਉੱਤਮ ਬਾਣੀ ਹੈ, ਇਹ ਸਭ ਤੋਂ ਉੱਤਮ ਬੋਲੀ ਹੈ। ਸਗਲ ਥਾਨ ਤੇ ਉਹ ਉੱਤਮ ਥਾਨ। ਇੱਥੇ ਥਾਨ ਦਾ ਮਤਲਬ ਹੈ ਅਸਥਾਨ, ਸਾਰਿਆਂ ਤੋਂ ਉੱਤਮ ਅਸਥਾਨ। ਹੁਣ ਅਸੀਂ ਦੇਖਦੇ ਹਾਂ ਕਿ ਕਿੰਨੇ ਤੀਰਥ ਸਥਾਨ ਨੇ। ਹੁਣ ਸਾਰਿਆਂ ਤੋਂ ਉੱਤਮ ਸਥਾਨ ਕਿਹੜਾ ਹੈ? ਕਿਹੜਾ ਥਾਂ ਸਭ ਤੋਂ ਉੱਤਮ ਹੈ? ਕਿਸ ਜਗ੍ਹਾ ਨੂੰ ਅਸੀਂ ਚੰਗਾ ਸਮਝੀਏ? ਤਾਂ ਗੁਰਦੇਵ ਨੇ ਇਸ ਸੰਸਾਰ ਦੇ ਅੰਦਰ ਬਚਨ ਕੀਤਾ ਹੈ ਕਿ ਕੋਈ ਵੀ ਅਸਥਾਨ, ਕੋਈ ਵੀ ਜਗ੍ਹਾ ਆਪਣੇ ਆਪ ਕਰਕੇ ਨਾ ਚੰਗੀ ਹੁੰਦੀ ਹੈ, ਨਾ ਆਪਣੇ ਆਪ ਕਰਕੇ ਮੰਦੀ ਹੁੰਦੀ। ਹੁਣ ਇਹ ਚੀਜ਼
फैलाई गई सी कि जो बंदा काशी के अंदर शरीर त्यागेगा वो बंदा स्वर्ग विच जाएगा, ते जेड़ा बंदा मगहर की धरती के उत्ते शरीर त्यागेगा, जो उसकी मौत मगहर विच होएगी तो खोते की जून जाएगा, नरक विच जाएगा। हुण कबीर जी सारी जिंदगी काशी विच रहे ने, ते जदों आखिरी समा आया तो मगहर आ गए, लोगों का एक वहम दूर करने लई, भरम दूर करने लई। ते लोगों ने आख्या देखो कबीर की बदकिस्मती, सारी जिंदगी सगल जन्म शिवपुरी गवाया, मरती बार मगहर उठ आया। ते कबीर जी बड़े प्यार नाल समझाते ने, कहते ने मनो कठोर मरे बानारस, नरक ना बांचिया जाए। जे कोई मन का कठोर बंदा, जिसकी जिंदगी विच दया नहीं, कोमलता नहीं, सच्चाई नहीं, प्रेम नहीं, इंसानियत नहीं, ਇਹੋ ਜਿਹਾ ਬੰਦਾ ਬਨਾਰਸ ਵਿੱਚ ਵੀ ਮਰੇ, ਸਾਰੀ ਜ਼ਿੰਦਗੀ ਜੀਵੇ, ਤਾਂ ਉਹ ਨਰਕ ਤੋਂ ਦੁੱਖ ਤੋਂ ਬਚ ਨਹੀਂ ਸਕਦਾ। ਹਰ ਕਾ ਸੰਤ ਮਰੇ ਹੜੰਬੇ, ਤਾਂ ਸਗਲੀ ਸੈਨ ਕਰਾਈ। ਪਰ ਜੇ ਕੋਈ ਰੱਬ ਦਾ ਪਿਆਰਾ ਹੜੰਬੇ ਦੀ ਧਰਤੀ ਮਗਹਰ ਤੇ ਵੀ ਜੀਵੇ ਔਰ ਮਰੇ, ਤਾਂ ਉਹ ਆਪਣੇ ਸਾਰੇ ਸਾਥੀਆਂ ਨੂੰ ਵੀ ਤਾਰ ਲਵੇਗਾ। ਤਾਂ ਜਗ੍ਹਾ ਦੀ ਮਹਾਨਤਾ ਨਹੀਂ ਹੈ, ਮਹਾਨਤਾ ਹੈ ਕਿ ਕਿਸੇ ਜਗ੍ਹਾ ਤੇ ਬੈਠ ਕੇ ਤੁਸੀਂ ਕੰਮ ਕੈਸੇ ਕਰਦੇ ਹੋ। गुरु जी का पावन बचन है ना कि जिथे नाम जपिए प्रभ प्यारे, से अस्तल सोई चवारे। जिथे रब दा नाम हुक्म की गल की जाती है, रब के गुणों की गल की जाती है, जिस जगह ते बंदा रह के रब्बी रजा विच तुरदा है, वो रड़ा मैदान भी सोने के महलों वर्गा है। जिथे नाम ना जपिए मेरे गोविंदा सही, नगर उजाड़ी जियो। जिथे रब दे गुण नहीं, जिथे रब दी रजा नहीं, वो वसते शहर भी उजाड़ा वर्गी ने। तां गुरु जी कहते ने वो अस्थान सब तो पवित्र है, नानक जिह कट वसै हर नाम। कि जिस हिरदे विच प्रभु का नाम वसता है, वो हिरदा बाकी सारे तीर्थां दे नालों चंगा है। सगल थान ते वो उत्तम थान, सारे अस्थानां, सारे तीर्थां, हर जगह नालों वो अस्थान, वो हिरदा चंगा है जिस हिरदे के अंदर प्रभु का नाम वस जाए। रब की रजा, रब का भाना, रब के गुण वस जान। वो मैंटैलिटी, वो मानसिकता, वो सोच सब तो चंगा थां है। तो देखो तुहाडा हिरदा, तुहाडी सोच या मेरी सोच, कोई भी शब्द वरत लो, तो यह सब तो महान हो सकती है, सारे तीर्थों नालों उत्तम थां हो सकता है जे बंदा अपने हिरदे के अंदर, अपनी मैंटैलिटी के अंदर प्रभु के नाम नूं, रब्बी गुणां नूं, रब्बी रजा नूं वसा दे। तां जेड़ा भी इंसान अपने हिरदे के अंदर प्रभु के रजा भाने गुणां नूं वसाएगा, वो इंसान ही सब तो उत्तम होएगा। और मैं इन्हां चीज़ां नूं फिर दोबारा दोहरा दियां, जेड़ा इंसान सच नूं आधार बना के मनुखी फर्जां नूं पूरियां करेगा, वही सब तो चंगा धर्मी होगा। जेड़ा इंसान सच नूं आधार बना के ਜਾਂ संगत विच जाके, गुरु की हजूरी विच जाके खोटी मत नूं दूर करेगा, ਉਹਦੀ ਇਹ क्रिया ही सब तो उत्तम क्रिया होगी। सारे जिन्ने भी उद्यम ने, उन्हां सारे आहरा उद्यमां दे विचों धार्मिक जिन्ने भी बंदा कर्म करता है, सब तो चंगा उद्यम है रब्बी गुणां दे धारनी होना, रब्बी रजा विच तुरन दा उद्यम करना। सब तो चंगी बोलबाणी है रब्बी गुणां दी गल करनी और रब्बी गुणां दी गल सुननी। ते सब तो उत्तम थां वो हिरदा है जिस हिरदे दे अंदर रब दे गुण और रब दी रजा वसन। अगली जो अष्टपदी है, चौथी अष्टपदी का श्लोक, निर्गुण यान्या सो प्रभ सदा समाल। निर्गुण का मतलब गुणा तो हीन बंदा, यान्या का मतलब अजाणिया, बेसमझ। कि हे अजान और हे गुणहीन मनुख, रब नूं सदा संभाल, रब के गुणों नूं अपने हिरदे विच वसा, रब नूं याद रख। हुण बेसमझ कौन है? बेसमझ बंदा वो है जिसके अंदर गुण नहीं है, जिसने रब नूं भुला दिता है।
ਔਰ ਜਿਹੜਾ ਬੰਦਾ ਰੱਬ ਨੂੰ ਭੁਲਾ ਦੇਵੇਗਾ, ਰੱਬੀ ਗੁਣਾਂ ਨੂੰ ਭੁਲਾ ਦੇਵੇਗਾ, ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਔਗਣ ਆ ਜਾਣਗੇ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ, ਜਿੱਥੋਂ ਅਸੀਂ ਇੱਕ ਚੀਜ਼ ਨੂੰ ਪਾਸੇ ਕਰ ਦਈਏ, ਦੂਜੀ ਚੀਜ਼ ਉੱਥੇ ਆਟੋਮੈਟਿਕਲੀ ਆ ਜਾਂਦੀ ਹੈ। ਕੁਦਰਤ ਕੋਈ ਵੀ ਸ਼ੈ ਖਾਲੀ ਨਹੀਂ ਰਹਿਣ ਦਿੰਦੀ। ਜਿਵੇਂ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਪਾਣੀ ਦਾ ਭਰਿਆ ਹੋਇਆ ਗਲਾਸ, ਤੁਸੀਂ ਉਸ ਪਾਣੀ ਨੂੰ ਡੋਲਦੇ ਹੋ ਤਾਂ ਸਾਡੀ ਨਜ਼ਰ ਵਿੱਚ ਗਲਾਸ ਖਾਲੀ ਹੋ ਗਿਆ, ਪਰ ਖਾਲੀ ਨਹੀਂ ਹੋਇਆ। ਕੁਦਰਤ ਨੇ ਨਾਲ ਦੇ ਨਾਲ ਉੱਥੇ ਹਵਾ ਭੇਜ ਦਿੱਤੀ, ਗਲਾਸ ਹਵਾ ਦੇ ਨਾਲ ਭਰ ਗਿਆ। ਜੇ ਉਸ ਗਲਾਸ ਵਿੱਚ ਹਵਾ ਨਾ ਹੋਵੇ ਤਾਂ ਚਿਪਕ ਜਾਏਗਾ, ਪਿਚਕ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੁਸੀਂ ਗੁਣ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕਰੋਗੇ ਤਾਂ ਔਗਣ ਆਟੋਮੈਟਿਕਲੀ ਆ ਜਾਣਗੇ। ਗੁਣਾਂ ਵਾਸਤੇ ਤੁਹਾਨੂੰ ਯਤਨ ਕਰਨਾ ਪੈਣਾ। ਗੁਣਾਂ ਨੂੰ ਕੱਢ ਦਿਓਗੇ, ਔਗਣ ਆਪੇ ਆ ਜਾਣਗੇ। ਸੱਚ ਨੂੰ ਛੱਡ ਦਿਓ, ਝੂਠ ਆਪੇ ਆ ਜਾਣਗੇ। ਦਇਆ ਨੂੰ ਆਪਣੇ ਹਿਰਦੇ ਚੋਂ ਕੱਢ ਦਿਓ ਤੇ ਉਦਇਆ ਆਪੇ ਆ ਜਾਣੀ। ਪ੍ਰੇਮ ਕਰਨਾ ਛੱਡ ਦਿਓ, ਈਰਖਾ ਆਪੇ ਹੀ ਸ਼ੁਰੂ ਹੋ ਜਾਣੀ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਬੇਸਮਝ ਬੰਦੇ, ਹੇ ਗੁਣਾਂ ਤੋਂ ਸਖਣੇ ਮਨੁੱਖ, ਰੱਬ ਨੂੰ ਯਾਦ ਰੱਖ। ਰੱਬ ਨੂੰ ਯਾਦ ਰੱਖਣਾ ਹੀ ਸਮਝਦਾਰੀ ਹੈ। ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਸਮਝਦਾਰੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਸਮਝਦਾਰੀ ਹੈ। ਤਾਂ ਹੇ ਗੁਣਹੀਨ ਅਨਾਨ ਮਨੁੱਖ, ਉਸ ਮਾਲਕ ਨੂੰ ਸੰਭਾਲ ਯਾਨੀ ਯਾਦ ਕਰ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਜਿਨ ਕੀਆ ਦਾ ਮਤਲਬ ਜਿਹਨੇ ਤੈਨੂੰ ਪੈਦਾ ਕੀਤਾ। ਇਸ ਚੀਤ ਰੱਖ, ਉਹਨੂੰ ਆਪਣੇ ਚਿੱਤ ਦੇ ਅੰਦਰ ਰੱਖ, ਯਾਦ ਵਿੱਚ ਰੱਖ। ਨਾਨਕ ਨਿਭੀ ਨਾਲ, ਉਹ ਤੇਰੇ ਨਾਲ ਨਿਭੇਗਾ, ਉਹ ਤੇਰਾ ਸਾਥ ਨਿਭਾਏਗਾ। ਹੁਣ ਰੱਬ ਨੂੰ ਯਾਦ ਰੱਖਣਾ, ਰੱਬ ਦੇ ਗੁਣਾਂ ਨੂੰ ਯਾਦ ਰੱਖਣਾ ਹੈ, ਕਿਉਂਕਿ ਰੱਬ ਹੈ ਹੀ ਇੱਕ ਗੁਣਾਂ ਦਾ ਮੁਜੱਸਮਾ। ਰੱਬ ਕੀ ਇੱਕ ਓੰਕਾਰ, ਇੱਕ ਹੈ ਸਾਰੇ ਸੰਸਾਰ ਦੇ ਅੰਦਰ ਪਸਰਿਆ ਹੋਇਆ। ਉਤਪਤੀ, ਲਹਿਤਾ, ਪਾਲਣਾ ਔਰ ਸੰਚਾਲਨ ਜਿਸ ਕਰਕੇ ਹੋ ਰਿਹਾ ਹੈ, ਉਹ ਸਰਵ ਵਿਆਪਕ ਪਰਮ ਸੱਤਿਆ ਹੀ ਰੱਬ ਹੈ। ਤਾਂ ਇਸ ਚੀਜ਼ ਨੂੰ, ਇਸ ਗੁਣ ਨੂੰ ਯਾਦ ਰੱਖ ਕੇ ਦਿਸਦਾ ਹੋਇਆ ਸੰਸਾਰ ਰੱਬ ਦਾ ਰੂਪ ਹੈ। ਇਸ ਚੀਜ਼ ਨੂੰ ਚੇਤੇ ਰੱਖ ਕੇ ਹਰ ਇਨਸਾਨ ਵਿੱਚ ਹਰ ਥਾਂ ਤੇ ਰੱਬ ਹੈ, ਰੱਬ ਦੇ ਗੁਣ ਨੇ। ਇਹਨਾਂ ਚੀਜ਼ਾਂ ਨੂੰ ਯਾਦ ਰੱਖ। ਰੱਬ ਸੱਚ ਹੈ ਤਾਂ ਸੱਚਾਈ ਨੂੰ ਯਾਦ ਰੱਖ। ਰੱਬ ਨਿਰਭਉ ਨਿਰਵੈਰ ਹੈ ਤਾਂ ਨਿਰਭੈਤਾ, ਨਿਰਵੈਰਤਾ ਨੂੰ ਆਪਣੇ ਚੇਤੇ ਦੇ ਅੰਦਰ ਵਸਾ, ਚਿੱਤ ਦੇ ਅੰਦਰ ਵਸਾ, ਬੋਲਾਂ ਵਿੱਚ ਵਸਾ, ਵਿਹਾਰ ਵਿੱਚ ਵਸਾ। ਫਿਰ ਜਿਹੜੇ ਇਹ ਰੱਬੀ ਗੁਣ ਨੇ, ਇਹ ਤੇਰੇ ਨਾਲ ਨਿਭਣਗੇ, ਤੇਰਾ ਆਤਮਿਕ ਜੀਵਨ ਵਿੱਚ ਸਾਥ ਦੇਣਗੇ, ਸੁੱਖਾਂ ਵਿੱਚ ਸਾਥ ਦੇਣਗੇ। ਇਹ ਤੈਨੂੰ ਕਦੇ ਆਤਮਿਕ ਮੌਤੇ ਨਹੀਂ ਮਰਨ ਦੇਣਗੇ। ਜਦੋਂ ਕਿਤੇ ਤੇਰੇ ਅੰਦਰ ਆਚਰਨਕ ਗਿਰਾਵਟ ਆਏਗੀ ਤਾਂ ਇਹ ਰੱਬ ਦੀ ਯਾਦ ਹੀ ਤੈਨੂੰ ਉਸ ਗਿਰਾਵਟ ਦੇ ਵਿੱਚੋਂ ਬਚਾ ਲਵੇਗੀ। ਜੇ ਕਿਤੇ ਚੋਰੀ ਕਰਨ ਦੀ ਭਾਵਨਾ ਅੰਦਰ ਪੈਦਾ ਹੋਏਗੀ, ਬਣਿਆ ਹੋਇਆ ਆਚਰਨ, ਗੁਰੂ ਦੀ ਪਾਵਨ ਬਾਣੀ ਤੈਨੂੰ ਯਾਦ ਦਿਵਾਏਗੀ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਹੋਏ। ਉਹਨੂੰ ਯਾਦ ਰੱਖ। ਅਗਲਾ ਬਚਨ ਕਰਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ। ਰਮਈਆ ਦਾ ਮਤਲਬ ਸੋਹਣਾ, ਸਰਬ ਵਿਆਪਕ। ਰਮਈਆ ਦਾ ਮਤਲਬ ਜੋ ਰਮਿਆ ਹੋਇਆ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਜੋ ਰੱਬ ਨੂੰ ਮੰਨਣ ਹਾਰੇ, ਜਿਸ ਚੀਜ਼ ਨੂੰ ਬਹੁਤੇ ਲੋਕ ਸਮਝ ਨਹੀਂ ਪਾਏ। ਰਮਈਆ ਰੱਬ ਜਿਹੜਾ ਹੈ, ਰਮਿਆ ਹੋਇਆ ਹੈ ਜਰਰੇ ਜਰਰੇ ਵਿੱਚ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹਰ ਥਾਂ ਤੇ ਜਲ ਥਲ ਮਹੀਲ ਪੂਰਿਆ। ਹੁਣ ਇਹ ਗੱਲ ਸਾਨੂੰ ਜ਼ਬਾਨੀ ਤਾਂ ਯਾਦ ਹੈ, ਲੇਕਿਨ ਅਸੀਂ ਮੰਨ ਕਰਕੇ ਇਸ ਚੀਜ਼ ਨੂੰ ਮੰਨਿਆ ਨਹੀਂ। ਤੇ ਜੋ ਬਹੁਤਾਤ ਜੋ ਗਿਣਤੀ ਹੈ, ਉਹ ਇਸ ਭੁਲੇਖੇ ਦੇ ਵਿੱਚ ਕਿ ਰੱਬ ਕਿਤੇ ਵੱਖਰੇ ਉਤਲੇ ਸੰਸਾਰ ਤੇ ਬੈਠਾ ਸੰਚਾਲਨ ਕਰ ਰਿਹਾ ਹੈ। ਉਹ ਮੇਰੇ ਤੋਂ ਵੱਖਰਾ ਹੈ, ਮੈਂ ਉਹਦੇ ਤੋਂ ਵੱਖਰਾ ਹਾਂ। ਬਸ ਜਿਸ ਦਿਨ ਇਹ ਭੁਲੇਖਾ ਦੂਰ ਹੋ ਗਿਆ ਨਾ, ਉਸ ਦਿਨ ਮਨੁੱਖ ਦੀ ਜ਼ਿੰਦਗੀ ਬਦਲ ਜਾਏਗੀ, ਸੋਚ ਬਦਲ ਜਾਏਗੀ। ਹੁਣ ਜੇ ਮੈਂ ਤੁਹਾਡੇ ਵਿੱਚ ਵਸਦੇ ਰੱਬ ਨੂੰ ਵੇਖਾਂ, ਜੋ ਤੁਸੀਂ ਕਲਾਸ ਵਿੱਚ ਮੇਰੀਆਂ ਭੈਣਾਂ, ਮੇਰੇ ਵੀਰ ਬੈਠੇ ਹੋ, ਜਾਂ ਜੋ ਮੇਰੇ ਰਿਸ਼ਤੇਦਾਰ ਨੇ, ਮੇਰਾ ਪਰਿਵਾਰ ਦੇ ਮੈਂਬਰ ਨੇ, ਜੇ ਉਹਨਾਂ ਵਿੱਚ ਮੈਂ ਰੱਬ ਨੂੰ ਵੇਖਾਂ ਕਿ ਇਹਨਾਂ ਵਿੱਚ ਰੱਬ ਹੈ, ਤਾਂ ਫਿਰ ਮੇਰਾ ਵਿਹਾਰ ਬਦਲੇਗਾ ਨਾ। ਰੱਬ ਨਾਲ ਫਿਰ ਮੈਂ ਹੇਰਾ ਫੇਰੀ ਥੋੜੀ ਕਰਾਂਗਾ। ਰੱਬ ਦਾ ਤੇ ਮੈਂ ਆਦਰ ਕਰਾਂਗਾ, ਸਤਿਕਾਰ ਕਰਾਂਗਾ, ਪਿਆਰ ਕਰਾਂਗਾ।
ਉਹਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਤੇ ਜੇ ਇਹ ਭਾਵਨਾ ਸਾਡੇ ਅੰਦਰ ਆਮ ਮਨੁੱਖ, ਤਾਂ ਗੁਰੂ ਜੀ ਕਹਿੰਦੇ ਨੇ ਉਹ ਜੋ ਰਮਿਆ ਹੋਇਆ ਹੈ ਉਹਦੇ ਗੁਣਾਂ ਨੂੰ, ਹੇ ਪ੍ਰਾਣੀ ਉਹਦੇ ਗੁਣਾਂ ਨੂੰ ਆਪਣੇ ਚੇਤੇ ਦੇ ਅੰਦਰ ਵਸਾ, ਆਪਣੇ ਚਿੱਤ ਦੇ ਅੰਦਰ ਰੱਖ। ਤੇਰੀ ਸੋਚ ਦੇ ਅੰਦਰ ਉਸ ਰੱਬ ਦੇ ਗੁਣ ਹੋਣੇ ਚਾਹੀਦੇ ਨੇ। ਤੇ ਨਾਲ ਗੁਰਦੇਵ ਪਾਤਸ਼ਾਹ ਉਹਦੀ ਮਹਾਨਤਾ ਦਰਸਾ ਰਹੇ ਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿਹੜੇ ਮੂਲ ਤੋਂ? ਮੂਲ ਦਾ ਮਤਲਬ ਜਿਹੜਾ ਮੁੱਢ ਹੈ, ਕਿ ਤੇਰਾ ਕੀ ਮੁੱਢ ਹੈ, ਕਿ ਤੈਨੂੰ ਬਣਾ ਕੀ ਦਿੱਤਾ ਹੈ। ਹੁਣ ਸਾਡਾ ਮੁੱਢ ਕੀ ਹੈ? ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇਹ ਸਵਾਰ ਤਰੀ। ਜਾਂ ਗੁਰੂ ਜੀ ਦਾ ਪਾਵਨ ਬਚਨ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਦੇਖ, ਮਾਂ ਦਾ ਖੂਨ ਔਰ ਪਿਤਾ ਦਾ ਬਿੰਦ, ਇਸ ਮੂਲ ਤੋਂ ਕਿੰਨੀ ਸੁੰਦਰ ਤੇਰੀ ਮੂਰਤੀ ਬਣਾ ਦਿੱਤੀ ਹੈ, ਕਿੰਨਾ ਸੋਹਣਾ ਤੇਰਾ ਸਰੀਰ ਬਣਾ ਦਿੱਤਾ ਹੈ। ਤੇਰਾ ਮੂਲ ਕੀ ਹੈ ਤੇ ਤੈਨੂੰ ਬਣਾ ਕਿੰਨਾ ਸੁੰਦਰ ਦਿੱਤਾ ਹੈ। ਉਸ ਰੱਬ ਨੂੰ ਯਾਦ ਰੱਖ, ਪਹਿਲੀ ਗੱਲ। ਦੂਜੀ ਗੱਲ, ਆਪਣੇ ਮੂਲ ਨੂੰ ਯਾਦ ਕਰ। ਅਸੀਂ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਮੂਲ ਦੀ ਪਛਾਣ ਕਰ ਕਿ ਤੈਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਹੈ ਕੀ ਸੈਂ, ਕਿ ਤੂੰ ਕਿੰਨਾ ਮਹਾਨ ਬਣਿਆ ਹੋਇਆ ਹੈ। ਤਾਂ ਇਹ ਜਦੋਂ ਅਸੀਂ ਚੀਜ਼ ਵੇਖਾਂਗੇ ਤਾਂ ਸਾਡੀ ਜ਼ਿੰਦਗੀ ਅੰਦਰ ਸ਼ੁਕਰਾਨਾ ਪੈਦਾ ਹੋਏਗਾ, ਸਾਡੇ ਜੀਵਨ ਵਿੱਚ ਖੁਸ਼ੀ ਪੈਦਾ ਹੋਏਗੀ ਕਿ ਹੇ ਪ੍ਰਭੂ ਤੇਰਾ ਸ਼ੁਕਰ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਆਪਣੇ ਮੂਲ ਨੂੰ ਹੁਣ ਤੂੰ ਪਛਾਣ ਕਿ ਤੂੰ ਰੱਬ ਦਾ ਰੂਪ ਹੈ। ਆਪਣੇ ਸੈਲਫ ਐਨਾਲਿਸਿਸ ਕਰ ਕਿ ਇਨਸਾਨ ਹੋਣ ਦੇ ਨਾਤੇ ਤੂੰ ਕੈਸਾ ਹੋਣਾ ਚਾਹੀਦਾ ਹੈ ਔਰ ਤੂੰ ਕੈਸਾ ਹੈ। ਤੇਰਾ ਸੁਭਾਅ ਕੈਸਾ ਹੋਣਾ ਚਾਹੀਦਾ ਹੈ ਇਨਸਾਨੀਅਤ ਦੇ ਨਾਤੇ, ਇਮਾਨਦਾਰੀ ਨਾਲ। ਕਿ ਤੂੰ ਇਨਸਾਨ ਹੈ, ਬੰਦਾ ਹੈ, ਤਾਂ ਇਨਸਾਨੀਅਤ ਦੇ ਨਾਤੇ, ਇਮਾਨਦਾਰੀ ਦੇ ਨਾਲ ਅਸੀਂ ਇਹ ਸੋਚੀਏ ਕਿ ਅਸੀਂ ਕਿਹੋ ਜਿਹੇ ਹੋਣੇ ਚਾਹੀਦੇ ਹਾਂ। ਮੇਰਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਹੈ, ਮੇਰੀ ਬੋਲ ਬਾਣੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਮੇਰਾ ਦੂਜਿਆਂ ਦੇ ਨਾਲ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਔਰ ਮੇਰਾ ਵਿਹਾਰ ਕਿਹੋ ਜਿਹਾ ਹੈ, ਮੇਰੀ ਬੋਲ ਬਾਣੀ ਕੈਸੀ ਹੈ। ਤਾਂ ਸੋਚਣਾ ਚਾਹੀਦਾ ਨਾ। ਜਦੋਂ ਅਸੀਂ ਸੋਚਾਂਗੇ ਤੇ ਸਮਝ ਪਵੇਗੀ ਯਾਰ ਗੜਬੜ ਤਾਂ ਅਸੀਂ ਕਰ ਰਹੇ ਹਾਂ। ਅਸੀਂ ਦੂਜਿਆਂ ਨੂੰ ਉਪਦੇਸ਼ ਕਰਦੇ ਹਾਂ ਨਾ ਕਿ ਉਹਦੇ ਵਿੱਚ ਇਹ ਔਗੁਣ ਨੇ, ਉਹਦੇ ਵਿੱਚ ਇਹ ਕਮੀਆਂ ਨੇ, ਪਰ ਹਰ ਬੰਦਾ ਜੇ ਆਪਣੇ ਵੱਲ ਵੇਖੇ ਕਿ ਇੱਕ ਇਨਸਾਨੀਅਤ ਦੇ ਨਾਤੇ ਮੇਰੀ ਸੁਭਾਅ, ਮੇਰੀ ਬੋਲ ਬਾਣੀ, ਮੇਰੀ ਸੋਚ, ਮੇਰਾ ਵਿਹਾਰ, ਮੈਂ ਮਨ ਵਚਨ ਕਰਮ ਕਰਕੇ ਕਿੱਥੇ ਖੜਾ ਹਾਂ, ਕਿਹੋ ਜਿਹਾ ਮੈਨੂੰ ਹੋਣਾ ਚਾਹੀਦਾ ਹੈ। ਪਹਿਲੀ ਗੱਲ। ਦੂਜੀ ਗੱਲ ਕਿ ਮੈਂ ਕਿੱਥੇ ਖੜਾ ਹਾਂ ਤੇ ਮੈਂ ਕਿੰਨਾ ਮਹਾਨ ਹੋ ਸਕਦਾ ਹਾਂ ਜੇ ਮੈਂ ਆਪਣੀ ਬੋਲ ਬਾਣੀ ਨੂੰ ਪੋਜ਼ਿਟਿਵ ਕਰ ਲਵਾਂ, ਮੈਂ ਆਪਣੇ ਵਿਹਾਰ ਨੂੰ ਚੰਗਾ ਕਰਾਂ, ਮੈਂ ਗਿਆਨ ਹਾਸਲ ਕਰਨ ਵਾਸਤੇ ਯਤਨ ਕਰਾਂ, ਆਪਣੀ ਸਰੀਰਕ ਸਿਹਤ ਨੂੰ ਠੀਕ ਰੱਖਣ ਵਾਸਤੇ ਯਤਨ ਕਰਾਂ, ਮੈਂ ਆਪਣੇ ਪਰਿਵਾਰਕ ਔਰ ਰਿਸ਼ਤਿਆਂ ਦੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਮਿੱਠੇ ਬਣਾਉਣ ਲਈ ਮਹਾਨ ਤੋਂ ਮਹਾਨ ਕੰਮ ਮੈਂ ਕੀ ਕਰ ਸਕਦਾ। ਤਾਂ ਤੁਸੀਂ ਹੈਰਾਨ ਹੋਗੇ ਕਿ ਜਿੰਨੀਆਂ ਸਾਡੇ ਅੰਦਰ ਪੋਸੀਬਿਲਿਟੀਜ਼ ਨੇ ਅਸੀਂ ਕਦੇ ਅੰਦਾਜ਼ਾ ਵੀ ਨਹੀਂ ਲਾ ਸਕਦੇ। ਯਾਰ ਅਸੀਂ ਐਵੇਂ ਦੇ ਵੀ ਬਣ ਸਕਦੇ ਹਾਂ। ਹਰ ਬੰਦਾ ਰੱਬ ਵਰਗਾ ਹੋ ਸਕਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਇਹ ਅਣਜਾਣ ਬੇਸਮਝ ਬੰਦਿਆ, ਤੂੰ ਆਪਣੇ ਵੱਲ ਸੋਚ ਤੇ ਸਹੀ ਕਿ ਰੱਬ ਨੇ ਤੈਨੂੰ ਕਿਸ ਮੂਲ ਤੋਂ ਕਿੰਨਾ ਸੁੰਦਰ ਬਣਾ ਦਿੱਤਾ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਨੇ ਤੈਨੂੰ ਸਾਜ ਕੇ ਜੀਵਨ ਦੇ ਕੇ ਤੈਨੂੰ ਬੜਾ ਸੋਹਣਾ ਬਣਾ ਦਿੱਤਾ ਹੈ, ਤੈਨੂੰ ਸ਼ਿੰਗਾਰਿਆ ਹੋਇਆ ਹੈ। ਕਿੰਨਾ ਸੋਹਣਾ ਹੈ ਨਾ ਮਨੁੱਖ ਦਾ ਸਰੀਰ। ਹੁਣ ਕਦੇ ਅੰਦਾਜ਼ਾ ਲਗਾਓ ਕਿ ਜੇ ਸਾਡਾ ਨੱਕ ਥੱਲੇ ਵਾਲੇ ਬੁੱਲਾਂ ਤੇ ਲੱਗਾ ਹੁੰਦਾ ਤੇ ਅੱਖਾਂ ਮੇਰੀਆਂ ਮੱਥੇ ਤੇ ਲੱਗੀਆਂ ਹੁੰਦੀਆਂ ਤੇ ਕਿਹੋ ਜਿਹਾ ਮੈਂ ਹੋਣਾ ਸੀ। ਜਾਂ ਮੇਰੀਆਂ ਅੱਖਾਂ ਕੰਨਾਂ ਦੇ ਥਾਂ ਲੱਗੀਆਂ ਹੁੰਦਾ ਤੇ ਕੰਨ ਮੇਰੇ ਅੱਖਾਂ ਦੇ ਥਾਂ ਲੱਗੇ ਹੁੰਦੇ ਤੇ ਮੇਰੀ ਸ਼ਕਲ ਕਿਵੇਂ ਦੀ ਹੋਣੀ ਸੀ। ਇੱਕ ਬਾਹ ਮੇਰੀ ਗੋਡੇ ਦੇ ਨਾਲ ਲੱਗੀ ਹੁੰਦੀ ਤੇ ਦੂਜੀ ਬਾਹ ਮੇਰੀ ਇੱਥੇ ਸਿਰ ਦੇ ਨਾਲ ਲਟਕੀ ਹੁੰਦੀ ਤਾਂ ਮੇਰਾ ਰੂਪ ਕਿਵੇਂ ਦਾ ਹੋਣਾ ਸੀ। ਕਿੰਨੇ ਵਿਧੀ ਵਿਧਾਨ ਦੇ ਨਾਲ ਰੱਬ ਨੇ ਬਣਾਇਆ ਨਾ, ਸ਼ਿੰਗਾਰ ਕੇ। ਪੁੱਤਰੀ ਤੇਰੀ ਵਿਦ ਕਰ ਥਾਤੀ,
कि तेरा जो शरीर रब ने बड़े विधि विधान दे नाल कुदरत ने बनाया है, जिन्हें तेनू साजिया, तेनू शिंगारिया। तो उस रब नू याद रख, जे तू उहदे गुणां नू याद रखे तो तेरी मानसिकता भी संवारी जाएगी, तेरी सोच समझ जाएगी, तेरा घर, तेरा परिवार, तेरा समाज, तेरा यह संसार भी सोहना हो जाएगा। गर्भ अगन में जिन्हें उबारिया, पेट की अगन दे अंदर तेनू बचा के रखिया। नहीं तो बहुत सारे बच्चे ऐसे ने जो मां के गर्भ विच ही मर जाते हैं, मौत हो जाती है, कई जमदे ही मर जाते हैं। तो तू शुकराना कर कि मां के गर्भ के अंदर तू सुरक्षित रहा, तेनू जन्म मिलिया, तू तंदुरुस्त जन्मिया, इस संसार के अंदर तू जिंदगी जी रहा जिस रब ने तेनू मां के गर्भ विच जीवन दिता, बचाया तेनू। और फिर देख तेरे ते एहसान कुदरत दे, बार व्यवस्था तुझे प्यारे दूध, केवल मां के गर्भ तो बचाया ही नहीं, बाल अवस्था विच तेनू दुध प्यालदा है। बंदा जमदा कुछ खा नहीं सकता, कुछ हथ विच फड़ नहीं सकता, तां बाल उमर विच तेनू दुध प्यालदा है, मां के दुध का इंतजाम किया। बचपन के अंदर तेनू पालन पोषण वाले मां बाप, तेरे भैन भरा जिन्हां ने तेनू संभालिया, तेनू तरल पदार्थ दिते। पर जोबन भोजन सुख सूध, सूध का मतलब सूझ, पर जोबन का मतलब जवानी के भर विच, यानी भर जवानी विच, जवानी के अंदर तेनू भोजन और सुखा की सूझ देंदा है। बचपन में तेनू मां प्यो ने खुआया पियाया, जिवें जिवें तू जवान होया तेनू सुखा की और भोजन की सूझ आप आ गई। हुण तू अपनी चॉइस रखना कि मैं पिज़्ज़ा खाना है, मैं बर्गर खाना है, या मैं होटल ते जाना है, या मैं सब्जी खानी है, या मैं दाल खानी है। तेनू आप नू हुण सूझ है, सुखा की सूझ है, शरीरक सुखा की, मानसिक सुखा की, भोजन की। रब ने तेनू सूझ दी, समझ दी। ते कदे वेख इस दुनिया में कुछ लोग ऐसे भी ने जिन्हों का दिमाग विचारियां का काम नहीं करता। तेनू रब ने दिमाग दिता है, सूझ दी है, समझ दी है, तो इस सूझ समझ नू ठीक तरह वरतो दा शुकराना कर, उहदे गुणां नू अपने हिरदे विच विसार। मैया के गुण चेत प्राणी, हे प्राणी उस रब दे गुणां नू याद रख, मीनस कि उस मालिक दा शुकराना कर। जिवें तेरा बचपन नहीं रहा, बचपन जवानी विच बदल गया, ते रहनी सदा जवानी भी नहीं, बंदा बुढ़ा हो जाता है। बिरद पया ऊपर साख सैन, बचपन विच तेनू मां प्यो ने संभालिया, जवानी विच तेनू रब ने सूझ समझ दी, बल दिता, बुद्ध दी, लेकिन तू फिर बुढ़ा हो गया। हुण फिर नहीं तुरया जांदा, बचपन विच नहीं सी तुरया जांदा, बचपन विच खादा नहीं सी कुछ जांदा, हुण तेरे हाथ फिर कंबदे ने पे। बचपन विच तू कोई गल समझ नहीं सी पांदा, हुण बुढ़ेपे विच फिर ऐसी कंडीशन आ गई है। ते गुरु जी कहते ने बिरद पया ऊपर साख सैन, सैन का मतलब सज्जन। ਤਾਂ सेवा करन नूं तेरे सज्जन मित्र तैयार कर दिंदा है। ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ, ਧੀਆਂ ਪੁੱਤਰ ਸੰਭਾਲਦੇ ਨੇ, ਨੂੰਹਾਂ ਨੇ, ਪੁੱਤਰ ਨੇ, ਧੀ ਜਵਾਈ ਨੇ, ਜਾਂ ਯਾਰ ਦੋਸਤ ਸੰਭਾਲ ਲੈਂਦੇ ਨੇ। ਤੇ ਜੇ ਨਾ ਵੀ ਤਾਂ ਫਿਰ ਅੱਜ ਕੱਲ ਬਿਰਧ ਆਸ਼ਰਮ ਨੇ, ਕੋਈ ਨਾ ਕੋਈ ਸੰਭਾਲਦਾ ਹੈ। ਬਿਰਧ ਆਸ਼ਰਮ ਵਿੱਚ ਬੁਢੇਪੇ ਵਾਸਤੇ ਤੇਰਾ ਇੰਤਜ਼ਾਮ ਹੈ। ਤਾਂ ਉਹਦੇ ਗੁਣਾਂ ਨੂੰ ਯਾਦ ਕਰ, ਉਹਦਾ ਸ਼ੁਕਰਾਨਾ ਕਰ, जिन्हें तेन जीवन दिता, जवानी दी, बुढ़ेपे विच तेरे कोल किन्ना सारा तजर्बा है, तेनू संभालन वाले ने। मुख अप्याओ बैठ को दैन, बैठ को दैन का मतलब बैठे दे मुंह विच पांदे ने। अप्याओ का मतलब चंगे भोजन तेनू बैठे नू दिंदे ने। कदे पुत्र आन के तेरे मुंह विच कुछ पांदा है, कदे नूह लिया के सलाद तेरे अगे कट के रख दिंदी है। रिश्तेदार ने, सज्जन मित्र ने, जे तू किते बिरध आश्रम विच है तो वो लोग तेनू संभाल रहे ने, तेरे मुंह विच पा रहे ने ना सज्जन मित्र, साख सैन। तो शुकराना कर, गुणां दा धारनी हो, सच दे नाल जुड़िया रहो।
ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਪਰ ਗੁਰੂ ਜੀ ਕਹਿੰਦੇ ਨੇ ਇਹ ਨਿਰਗੁਣਾ ਬੰਦਾ ਹੈ, ਨੇਕੀ ਵਿਹੂਣ ਬੰਦਾ ਹੈ, ਜਿਹਨੂੰ ਅਸੀਂ ਅਹਿਸਾਨ ਫਰਾਮੋਸ਼ ਕਹਿ ਦਿੰਦੇ ਆ, ਬੇਸ਼ੁਕਰਾ। ਇਹ ਬੇਸ਼ੁਕਰਾ ਹੈ। ਗੁਣ ਕਛੂ ਨਾ ਬੂਝੈ, ਇਹ ਕਿਸੇ ਰੱਬੀ ਉਪਕਾਰ ਨੂੰ ਨਹੀਂ ਜਾਣਦਾ, ਸ਼ੁਕਰ ਨਹੀਂ ਕਰਦਾ, ਬੇਸ਼ੁਕਰਾ ਹੈ। ਤੇ ਜਿਹੜਾ ਬੰਦਾ ਕਿਸੇ ਦੇ ਕੀਤੇ ਉਪਕਾਰ ਨੂੰ ਨਾ ਜਾਣੇ, ਉਹਨੂੰ ਅਸੀਂ ਅਕਿਰਤ ਕਣ ਕਹਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਰੇ ਭੋਏ ਅਕਿਰਤ ਕਣ ਮੰਦੀ ਹੂੰ ਮੰਦੇ। ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਨਹੀਂ ਜਾਣਦਾ, ਉਹ ਮੰਦਿਆਂ ਤੋਂ ਮੰਦਾ ਹੁੰਦਾ ਹੈ। ਤਾਂ ਜ਼ਰੂਰਤ ਹੈ ਨਾ ਰੱਬ ਦਾ ਸ਼ੁਕਰਾਨਾ ਕੀਤਾ ਜਾਏ। ਉਹਦੇ ਨਾਲ ਕੀ ਹੋਏਗਾ? ਇੱਕ ਤਾਂ ਸਾਡੇ ਅੰਦਰ ਗੁਣ ਪੈਦਾ ਹੋਣਗੇ, ਉਹਦੇ ਗੁਣਾਂ ਦੇ ਧਾਰਨੀ ਹੋਵਾਂਗੇ। ਦੂਜੀ ਗੱਲ ਹੈ ਕਿ ਸ਼ੁਕਰਾਨਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਸੰਤੁਸ਼ਟੀ ਪੈਦਾ ਹੋਏਗੀ, ਸੈਟਿਸਫੈਕਸ਼ਨ ਪੈਦਾ ਹੋਏਗੀ, ਖੁਸ਼ੀ ਪੈਦਾ ਹੋਏਗੀ। ਮਿਸਾਲ ਵਜੋਂ ਆ ਮੈਂ ਕੱਪੜਾ ਪਾਇਆ ਨਾ, ਕਮੀਜ਼ ਪਜਾਮਾ, ਹੁਣ ਇਹ ਸਸਤਾ ਹੈ, ਪਰ ਮੈਨੂੰ ਇਹ ਸਸਤਾ ਕੱਪੜਾ ਤੁਹਾਡੇ ਮਹਿੰਗੇ ਕੱਪੜੇ ਵੇਖ ਕੇ ਮੈਨੂੰ ਹੀਨ ਭਾਵਨਾ ਆਉਂਦੀ ਹੈ ਕਿ ਯਾਰ ਮੇਰੇ ਕੋਲ ਕੱਪੜੇ ਸਸਤੇ ਨੇ, ਚੰਗੇ ਕੱਪੜੇ ਨਹੀਂ। ਲੋਕਾਂ ਨੇ ਕਿੰਨੇ ਕਿੰਨੇ ਫੈਸ਼ਨ ਵਾਲੇ ਕੱਪੜੇ ਪਾਏ ਨੇ, ਮਹਿੰਗੇ ਪਾਏ ਨੇ। ਹੁਣ ਮਹਿੰਗੇ ਖਰੀਦਣ ਦੀ ਮੇਰੇ ਕੋਲ क्षमता ਨਹੀਂ, ਤੇ ਜਿਹੜਾ ਮੈਨੂੰ ਮਿਲਿਆ ਹੈ ਇਹ ਮੈਨੂੰ ਪਸੰਦ ਨਹੀਂ, ਤਾਂ ਮੈਂ ਦੁਖੀ ਹੋਵਾਂਗਾ ਨਾ। ਤੇ ਜਿਹੜਾ ਮੈਨੂੰ ਮੇਰੀ ਕਿਰਤ ਦੇ ਨਾਲ ਮਿਲਿਆ ਹੈ, ਜੇ ਮੈਂ ਇਹਦਾ ਸ਼ੁਕਰਾਨਾ ਕਰਾਂ ਕਿ हे ਪ੍ਰਭੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ ਨੇ, ਮੈਨੂੰ ਤਨ ਢੱਕਣ ਲਈ ਮਿਲੇ ਤੇ ਹਨ। ਇਸ ਦੁਨੀਆ ਵਿੱਚ ਤੇ ਕੁਛ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਕੱਪੜੇ ਪਾਉਣ ਵਾਸਤੇ ਵੀ ਨਹੀਂ, ਤਨ ਢੱਕਣ ਵਾਸਤੇ ਵੀ ਨਹੀਂ, ਜਿਨ੍ਹਾਂ ਦੇ ਕੋਲ ਭੋਜਨ ਖਾਣ ਵਾਸਤੇ ਵੀ ਨਹੀਂ, ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਮਕਾਨ ਨਹੀਂ। ਤੈਨੂੰ ਜੇ ਰੋਟੀ ਕੱਪੜਾ ਮਕਾਨ ਮਿਲਿਆ ਹੈ ਤਾਂ ਸ਼ੁਕਰਾਨਾ ਕਰ। ਤਾਂ ਸ਼ੁਕਰਾਨਾ ਕਰਨ ਦੇ ਨਾਲ ਕੀ ਹੋਏਗਾ? ਜੋ ਕੁਛ ਸਾਡੇ ਕੋਲ ਹੈ ਉਹਦਾ ਅਸੀਂ ਸੁੱਖ ਮਾਣਾਂਗੇ, ਔਰ ਦੂਜੇ ਜੋ ਸਾਡੀਆਂ ਪ੍ਰਾਪਤੀਆਂ ਨੇ ਉਹਨਾਂ ਵਾਸਤੇ ਅਸੀਂ ਯਤਨ ਕਰਾਂਗੇ। ਪਰ ਗੁਰੂ ਜੀ ਕਹਿੰਦੇ ਨੇ ਇਹ ਐਸਾ ਸ਼ੁਕਰਾਨੇ ਤੋਂ ਹੀਣਾ ਬੇਸ਼ੁਕਰਾ ਬੰਦਾ ਹੈ, ਇਹ ਗੁਣ ਨੂੰ ਸਮਝਦਾ ਹੀ ਨਹੀਂ। ਗੁਰੂ ਜੀ ਕਹਿੰਦੇ ਨੇ ਬਖਸ਼ ਲਿਓ ਤੋ ਨਾਨਕ ਸਿੱਝੈ। ਸਿੱਝੈ ਦਾ ਮਤਲਬ ਸਫਲ ਹੋਵੇ। हे ਨਾਨਕ ਆਖ ਕੇ ਜੇ ਤੂੰ ਆਪ ਮਿਹਰ ਕਰੇ ਤਾਂ ਇਹ ਜਨਮ ਮਨੋਰਥ ਦੇ ਅੰਦਰ ਸਫਲ ਹੋ ਸਕਦਾ ਹੈ, ਜੇ ਤੇਰੀ ਮਿਹਰ ਹੋ ਜਾਏ। ਹੁਣ ਰੱਬ ਦੀ ਮਿਹਰ, ਅਸੀਂ ਇੱਥੇ ਫਿਰ ਕਨਫਿਊਜ਼ ਹੋ ਜਾਂਦੇ ਹਾਂ, ਜਾਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਟਰਾਈ ਕਰਦੇ ਹਾਂ। ਅਸੀਂ ਕਹਿ ਦਿਆਂਗੇ ਕਿ ਅਸੀਂ ਸਫਲ ਨਹੀਂ ਹੋਏ, ਸਾਡੇ ਤੇ ਰੱਬ ਨੇ ਮਿਹਰ ਨਹੀਂ ਕੀਤੀ। ਅਸੀਂ ਗੁਣ ਨਹੀਂ ਗਾਏ, ਸਾਡੇ ਤੇ ਰੱਬ ਨੇ ਮਿਹਰ ਨਹੀਂ ਕੀਤੀ। ਅਸੀਂ ਬਾਣੀ ਤਾਂ ਨਹੀਂ ਪੜ੍ਹਦੇ, ਸਾਡੇ ਤੇ ਰੱਬ ਨੇ ਮਿਹਰ ਨਹੀਂ ਕੀਤੀ। ਅਸੀਂ ਆਪਣੇ ਆਪ ਨੂੰ ਬਰੀ ਕਰ ਲੈਂਦੇ ਹਾਂ, ਔਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਫਲਾਂ ਬੰਦੇ ਤੇ ਰੱਬ ਦੀ ਮਿਹਰ ਤਾਂ ਉਹ ਐਸਾ ਕਰ ਰਿਹਾ ਹੈ। ਇਹਦਾ ਮਤਲਬ ਰੱਬ ਦੇ ਅੰਦਰ ਵੀ ਵੈਰ ਹੈ ਕਿ ਉਹ ਇੱਕ ਦੇ ਉੱਤੇ ਮਿਹਰ ਕਰ ਦਿੰਦਾ ਹੈ, ਦੂਜੇ ਤੇ ਮਿਹਰ ਨਹੀਂ ਕਰਦਾ। ਜੇ ਤੇ ਐਸਾ ਹੈ ਤਾਂ ਫਿਰ ਤਾਂ ਰੱਬ ਨਿਰਵੈਰ ਨਾ ਹੋਇਆ। ਉਹਨੇ ਤੁਹਾਡੇ ਤੇ ਮਿਹਰ ਕਰਤੀ ਤੇ ਮੇਰੇ ਤੇ ਮਿਹਰ ਨਹੀਂ ਕੀਤੀ, ਫਿਰ ਤਾਂ ਰੱਬ ਨਿਰਵੈਰ ਨਾ ਹੋਇਆ, ਉਹ ਤਾਂ ਨਿਰਵੈਰ ਹੈ। ਸਤਿਗੁਰੂ ਤੇ ਸਾਰਿਆਂ ਦਾ ਭਲਾ ਮਨਾਉਂਦਾ ਹੈ, ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਸਭ ਉੱਪਰ ਕਿਰਪਾ ਨਿਰੰਜਨ ਤੇਰੀ ਹੈ। ਸਤਿਗੁਰੂ ਹੈ ਪ੍ਰਭੂ, ਤੇਰੀ ਕਿਰਪਾ ਤੇ ਸਾਰਿਆਂ ਦੇ ਉੱਤੇ ਹੈ। ਰੱਬ ਨੇ ਤੇ ਸਾਰਿਆਂ ਨੂੰ ਧਰਤੀ ਦਿੱਤੀ ਹੈ, ਹਵਾ ਦਿੱਤੀ ਹੈ, ਚੰਦਰਮਾ ਦਿੱਤਾ ਹੈ, ਸੂਰਜ ਦਿੱਤਾ ਹੈ, ਬਹੁਤ ਕੁਛ ਇਸ ਦੁਨੀਆ ਦੇ ਵਿੱਚ ਬਿਲਕੁਲ ਬਰਾਬਰ ਦਿੱਤਾ ਹੈ। ਇੱਕੋ ਸਿਸਟਮ ਨਾਲ ਅਸੀਂ ਸਾਰੇ ਪੈਦਾ ਹੋਏ ਹਾਂ। 24 ਘੰਟੇ ਹੀ ਸਾਨੂੰ ਸਾਰਿਆਂ ਨੂੰ ਮਿਲਦੇ ਨੇ, ਸੂਰਜ ਚੰਦਰਮਾ ਸਾਰੇ ਬਰਾਬਰ, ਸਾਰਾ ਕੁਛ ਮਿਲਿਆ ਹੋਇਆ ਹੈ। ਤਾਂ ਗੱਲ ਤਾਂ ਸਾਡੀ ਆਪਣੀ ਸੋਚ ਦੀ ਹੈ ਨਾ। ਰੱਬ ਦੀ ਰਹਿਮਤ ਚਾਰ ਚੁਫੇਰੇ ਹਰ ਥਾਂ ਦੇ ਉੱਤੇ ਬਰਸ ਰਹੀ ਹੈ। ਸਾਡੇ ਅੰਦਰ ਰੱਬ ਦੀ ਰਹਿਮਤ ਦੀ ਝੜੀ ਲੱਗੀ ਹੋਈ ਹੈ, ਖਜ਼ਾਨੇ ਭਰੇ ਹੋਏ ਨੇ। ਅਸੀਂ ਉਹਨੂੰ ਯੂਜ਼ ਕਰਨਾ ਹੈ। ਜਿਵੇਂ ਮੈਂ ਰੋਜ਼ ਬੇਨਤੀ ਕਰਨਾ, ਸਾਡੇ ਅੰਦਰ ਸੱਚ, ਸਾਡੇ ਅੰਦਰ ਦਇਆ, ਪਿਆਰ, ਮੁਹੱਬਤ, ਸਾਰੇ ਗੁਣ ਮੌਜੂਦ ਨੇ, ਤਾਂ ਉਹਨਾਂ ਨੂੰ ਅਸੀਂ ਯੂਜ਼ ਕਰਨਾ ਹੈ। ਰੱਬ ਦੀ ਰਹਿਮਤ ਮਿਲੇਗੀ। ਰੱਬ ਦੀ ਸ਼ਰਨ ਵਿੱਚ ਆਇਆ ਤਾਂ ਅਸੀਂ ਰੱਬ ਦੀ ਰਜ਼ਾ ਵਿੱਚ ਤੁਰੀਏ, ਤਾਂ ਅਸੀਂ ਰਹਿਮਤ ਦੇ ਪਾਤਰ ਬਣ ਜਾਵਾਂਗੇ। ਅਗਲਾ ਬਚਨ ਗੁਰਦੇਵ ਕਰਦੇ ਨੇ ਕਿ ਅਸੀਂ ਕੀ ਕਰਨਾ ਹੈ? ਜਿਹੇ ਪ੍ਰਸਾਦ ਧਰ ਉੱਪਰ ਸੁਖ ਵਸੈ, ਕਿ ਜਿਹਦੀ ਰਹਿਮਤ ਦੇ ਨਾਲ
ਤੂੰ ਇਸ ਧਰਤੀ ਦੇ ਉੱਤੇ ਬੜੇ ਸੁੱਖ ਦੇ ਅੰਦਰ ਵਸ ਰਿਹਾ ਹੈ। ਸੁੱਖ ਦੇ ਖੱਖੇ ਨਾਲ ਸਿਹਾਰੀ, ਸੁੱਖ ਵਿੱਚ ਯਾਨੀ ਸੁੱਖ ਨਾਲ, ਕਿ ਜਿਹਦੀ ਰਹਿਮਤ ਦੇ ਨਾਲ ਤੂੰ ਇਸ ਧਰਤੀ ਦੇ ਉੱਤੇ ਸੁੱਖਾਂ ਨਾਲ ਵਸ ਰਿਹਾ ਹੈ, ਖੁਸ਼ੀ ਦੇ ਨਾਲ ਰਹਿ ਰਿਹਾ। ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਨੇ, ਪ੍ਰਸੰਨਤਾ ਹੈ। ਸੁਤ ਭਰਾਤ ਮੀਤ ਬੰਤਾ ਸਨ ਹੱਸੈ। ਸੁਤ ਭਰਾਤ, ਸੁਤ ਦਾ ਮਤਲਬ ਔਲਾਦ, ਧੀਆਂ ਪੁੱਤਰ, ਭਰਾ, ਮਿੱਤਰ, ਔਰਤ, ਇਹਨਾਂ ਦੇ ਨਾਲ ਤੂੰ ਹੱਸਦਾ ਖੇਡਦਾ। ਤੇਰੇ ਕੋਲ ਧੀਆਂ ਪੁੱਤਰ ਨੇ, ਭੈਣ ਭਰਾ ਨੇ, ਪਤੀ ਪਤਨੀ ਹੋ, ਤੁਸੀਂ ਪਰਿਵਾਰ ਹੈ। ਆਪਣੇ ਪਰਿਵਾਰ ਨਾਲ, ਧੀਆਂ ਪੁੱਤਰਾਂ ਨਾਲ, ਭੈਣਾਂ ਭਰਾਵਾਂ ਦੇ ਨਾਲ ਤੂੰ ਹੱਸਦਾ ਖੇਡਦਾ। ਨਹੀਂ ਤਾਂ ਇਸ ਦੁਨੀਆ ਵਿੱਚ ਤੇ ਲੋਕਾਂ ਕੋਲ ਰਿਸ਼ਤੇ ਨਹੀਂ ਹੈਗੇ। ਭੈਣਾਂ ਭਰਾਵਾਂ ਦੇ ਰਿਸ਼ਤੇ ਟੁੱਟੇ ਪਏ ਨੇ, ਪਤੀ ਪਤਨੀ ਦੇ ਰਿਸ਼ਤੇ ਵਿਖਰੇ ਪਏ ਨੇ। ਤੇ ਜੇ ਤੂੰ ਭੈਣਾਂ ਭਰਾਵਾਂ ਨਾਲ, ਸੱਜਣਾ ਮਿੱਤਰਾਂ ਦੇ ਨਾਲ ਹੱਸਦਾ ਖੇਡਦਾ, ਤੇਰਾ ਬਹੁਤ ਚੰਗਾ ਬੋਲ ਚਾਲ ਜਿਸ ਰੱਬ ਦੀ ਰਹਿਮਤ ਦੇ ਨਾਲ ਹੈ, ਉਸ ਰੱਬ ਨੂੰ ਯਾਦ ਰੱਖ, ਉਹਦਾ ਸ਼ੁਕਰਾਨਾ ਕਰ। ਜੇ ਪ੍ਰਸਾਦ ਪੀਵੇਂ ਸ਼ੀਤਲ ਜਲਾ, ਕਿ ਜਿਸ ਮਾਲਕ ਦੀ ਰਹਿਮਤ ਦੇ ਨਾਲ ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਜਿਹਦੀ ਕਿਰਪਾ ਨਾਲ ਧਰਤੀ ਤੇ ਸੁਖ ਨਾਲ ਵਸਦਾ ਹੈ। ਸੁਖ ਪ੍ਰਾਤ ਮੀਤ ਬੰਤਾ ਸੰਗ ਹੱਸੈ, ਧੀਆਂ ਪੁੱਤਰਾਂ ਨਾਲ ਹੱਸਦਾ ਖੇਡਦਾ ਹੈ। ਜੇ ਪ੍ਰਸਾਦ ਪੀਵੇਂ ਸ਼ੀਤਲ ਜਲਾ, ਜਿਹਦੀ ਰਹਿਮਤ ਦੇ ਨਾਲ ਤੈਨੂੰ ਪੀਣ ਵਾਸਤੇ ਠੰਡਾ ਪਾਣੀ ਮਿਲਦਾ। ਤੇਰੇ ਘਰ ਮਿੱਟੀ ਦੇ ਘੜੇ ਨੇ, ਉਹਨਾਂ ਵਿੱਚ ਪਾਣੀ ਠੰਡਾ ਹੈ। ਤੇਰੇ ਕੋਲ ਫਰਿੱਜਾਂ ਨੇ, ਠੰਡਾ ਪਾਣੀ ਪੀਣ ਨੂੰ, ਨਹਾਉਣ ਨੂੰ ਤੈਨੂੰ ਮਿਲ ਰਿਹਾ। ਸ਼ੁਕਰਾਨਾ ਕਰੋ। ਹੁਣ ਬੰਦਾ ਕਈ ਵਾਰ ਕਹੇਗਾ, ਯਾਰ ਪਾਣੀ ਦਾ ਕੀ ਸ਼ੁਕਰਾਨਾ ਕਰਾਂ, ਪਾਣੀ ਤੇ ਵਾਧੂ ਹੈ। ਐਸਾ ਨਹੀਂ ਭਲਿਆ, ਕਦੇ ਰੇਗਿਸਤਾਨ ਵਿੱਚ ਜਾ ਕੇ ਦੇਖ, ਜਿਹੜੇ ਲੋਕ 20-20 ਕਿਲੋਮੀਟਰ ਤੋਂ ਪੀਣ ਦਾ ਪਾਣੀ ਲਿਆ ਰਹੇ ਨੇ, ਤੇ ਜੇ ਤੂੰ ਬੋਤਲਾਂ ਬੋਝੇ ਚ ਪਾਈ ਫਿਰਦਾ, ਪਾਣੀ ਦੀਆਂ ਸ਼ੁਕਰਾਨੇ ਵਾਲੀ ਗੱਲ ਹੀ ਹੈ। ਤੈਨੂੰ ਪਾਣੀ ਮਿਲਿਆ ਹੋਇਆ ਹੈ। ਜੇ ਪਾਣੀ ਨਾ ਹੋਏ, ਦੁਨੀਆ ਤੇ ਕੋਈ ਵਨਸਪਤੀ ਨਹੀਂ ਹੋਏਗੀ, ਜੀਵਨ ਨਹੀਂ ਹੋਏਗਾ। ਪਾਣੀ ਪਿਤਾ ਜਗਤ ਦਾ, ਸਭ ਤੋਂ ਪਹਿਲਾ ਜੀਵ ਪਾਣੀ ਹੈ। ਤੇ ਜੇ ਦੁਨੀਆ ਦੇ ਉੱਤੇ ਪਾਣੀ ਨਾ ਹੋਵੇ ਤੇ ਜਾਨ ਵੀ ਨਹੀਂ ਨਾ ਹੋਏਗੀ। ਤੈਨੂੰ ਪਾਣੀ ਮਿਲਿਆ ਹੈ ਠੰਡਾ, ਉਸ ਰੱਬ ਦੀ ਰਹਿਮਤ, ਉਹਦਾ ਸ਼ੁਕਰਾਨਾ ਕਰ। ਸੁਖਦਾਈ ਪਵਨ ਪਾਵਕ ਅਮੁੱਲਾ। ਪਾਵਕ ਦਾ ਮਤਲਬ ਅੱਗ, ਪਵਨ ਦਾ ਮਤਲਬ ਹਵਾ। ਜਿਸ ਦੀ ਰਹਿਮਤ ਦੇ ਨਾਲ ਤੂੰ ਸੁੱਖ ਦੇਣ ਵਾਲੀ ਅੱਗ, ਹਵਾ ਆਦਿਕ ਨੂੰ ਵਰਤ ਰਿਹਾ ਹੈ, ਜੋ ਬਹੁਤ ਅਮੁੱਲਕ ਨੇ, ਜੋ ਬਹੁਤ ਕੀਮਤੀ ਨੇ, ਤੇ ਤੈਨੂੰ ਬਿਨਾਂ ਕੀਮਤ ਤੋਂ ਮਿਲੀਆਂ ਨੇ। ਸੂਰਜ ਦੀ ਧੁੱਪ ਤੈਨੂੰ ਮਿਲੀ ਹੈ, ਅੱਗ ਤੈਨੂੰ ਮਿਲੀ ਹੈ, ਹਵਾ ਤੈਨੂੰ ਮਿਲੀ ਹੈ, ਪਾਣੀ ਤੈਨੂੰ ਮਿਲਿਆ। ਜੇ ਪ੍ਰਸਾਦ ਭੋਗੈ ਸਭ ਰਸਾ, ਜਿਹਦੀ ਰਹਿਮਤ ਦੇ ਨਾਲ ਸਾਰੇ ਤੂੰ ਰਸ ਮਾਣਦਾ। ਕੰਨਾਂ ਨਾਲ ਤੂੰ ਸੁਣ ਰਿਹਾ ਹੈ, ਜ਼ਬਾਨ ਨਾਲ ਤੂੰ ਬੋਲ ਰਿਹਾ ਹੈ, ਭੋਜਨ ਪਦਾਰਥ ਤੇਰੇ ਕੋਲ ਨੇ, ਅੱਖਾਂ ਦੇ ਨਾਲ ਤੂੰ ਵੇਖ ਰਿਹਾ ਹੈ, ਸਾਰੇ ਰਸ ਮਾਣ ਰਿਹਾ ਹੈ, ਸਾਰੀਆਂ ਖੁਸ਼ੀਆਂ ਮਾਣ ਰਿਹਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ, ਕਿ ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿਣਾ। ਭਾਵ ਕਿ ਸਾਰੇ ਪਦਾਰਥ ਤੈਨੂੰ ਵਰਤਣ ਲਈ ਮਿਲੇ ਹੋਏ ਨੇ। ਕਾਰਾਂ ਤੇਰੇ ਕੋਲ ਨੇ, ਬੱਸਾਂ, ਮੋਟਰਸਾਈਕਲਾਂ, ਜਹਾਜ਼ ਤੇਰੇ ਕੋਲ ਨੇ, ਪਾਣੀ ਦੇ ਜਹਾਜ਼ ਤੇਰੇ ਕੋਲ ਨੇ, ਤੇਰੇ ਕੋਲ ਬਸਤਰ ਨੇ, ਤੇਰੇ ਕੋਲ ਘਰ ਹੈ, ਮਕਾਨ ਹੈ, ਕਿੰਨਾ ਕੁਛ ਵਰਤਣ ਵਾਸਤੇ ਸਾਰੇ ਪਦਾਰਥ ਤੈਨੂੰ ਮਿਲੇ ਹੋਏ ਨੇ, ਜਿਸ ਰੱਬ ਦੀ ਰਹਿਮਤ ਦੇ ਨਾਲ। ਦੀਨੇ ਹਸਤ ਪਾਮ ਕਰਨ ਨਿਤ ਰਸਨਾ, ਤੈਨੂੰ ਹੱਥ ਮਿਲੇ ਨੇ, ਪੈਰ ਮਿਲੇ ਨੇ, ਕੰਨ ਮਿਲੇ ਨੇ, ਅੱਖਾਂ ਮਿਲੀਆਂ ਨੇ, ਰਸਨਾ ਮਿਲੀ ਹੈ। ਜਿਸ ਰੱਬ ਨੇ ਤੈਨੂੰ ਹੱਥ, ਪੈਰ, ਕੰਨ, ਅੱਖਾਂ, ਜੀਵ ਆਦਿਕ ਦਿੱਤੇ ਨੇ, ਉਸ ਰੱਬ ਨੂੰ ਯਾਦ ਰੱਖ। ਅੱਖਾਂ ਦੇ ਨਾਲ ਉਹਦੇ ਦੀਦਾਰੇ ਕਰ, ਕੰਨਾਂ ਨਾਲ ਉਹਦਾ ਯਸ਼ ਸੁਣ, ਜ਼ਬਾਨ ਨਾਲ ਉਸ ਰੱਬ ਦੇ ਗੁਣ ਗਾ, ਹੱਥਾਂ ਦੇ ਨਾਲ ਉਸ ਰੱਬ ਦੀ ਇਸ ਕਾਇਨਾਤ ਦੀ ਸੇਵਾ ਵਿੱਚ ਹਾਜ਼ਰ ਹੋ, ਪੈਰਾਂ ਦੇ ਨਾਲ ਸਿੱਧੇ ਰਾਹ ਤੇ ਤੁਰ, ਮਨ ਕਰਕੇ ਰੱਬੀ ਗੁਣਾਂ ਨੂੰ ਗਾ, ਜਿਨੇ ਤੈਨੂੰ ਇਹ ਸਾਰੀਆਂ ਦਾਤਾਂ ਦਿੱਤੀਆਂ ਨੇ। ਤਿਸੈ ਤਿਆਗ ਅਵਰ ਸੰਰਚਨਾ, ਗੁਰੂ ਜੀ ਕਹਿੰਦੇ ਜਿਨੇ ਇੰਨੀਆਂ ਦਾਤਾਂ ਦਿੱਤੀਆਂ ਹੋਣ, ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਸਰੀਰਕ ਅੰਗ ਔਰ ਗਰਭ ਅਗਨ ਦੇ ਵਿੱਚ ਰਾਖੀ ਕੀਤੀ ਹੋਵੇ, ਬਚਪਨ ਵਿੱਚ ਤੈਨੂੰ ਪੀਣ ਲਈ ਦੁੱਧ, ਜਵਾਨੀ ਵਿੱਚ ਭੋਜਨ ਦੀ ਸੁੱਖ ਸੂਝ ਦਿੱਤੀ ਹੋਵੇ, ਬਿਰਧ ਅਵਸਥਾ ਦੇ ਅੰਦਰ ਉੱਤੇ ਤੇਰੇ ਖੜੇ ਹੋਣ ਤੇਰੇ ਰਿਸ਼ਤੇਦਾਰ, ਸੱਜਣ ਮਿੱਤਰ, ਇੰਨਾ ਕੁਛ ਜਿਹਨੇ ਤੈਨੂੰ ਦਿੱਤਾ ਹੋਏ, ਜਿਹਦੀ ਰਹਿਮਤ ਨਾਲ ਇੰਨਾ ਸੰਸਾਰ ਤੈਨੂੰ ਮਿਲਿਆ ਹੋਵੇ। ਤਿਸੈ ਤਿਆਗ ਅਵਰ ਸੰਗ ਰਚਨਾ,
ਐਸੇ ਰੱਬ ਨੂੰ ਛੱਡ ਕੇ ਬੰਦਾ ਹੋਰਾਂ ਦੇ ਨਾਲ ਮਗਨ ਹੈ, ਦੇਵੀਆਂ ਨਾਲ, ਮੜੀਆਂ ਨਾਲ, ਕਬਰਾਂ ਨਾਲ, ਬਾਬਿਆਂ ਨਾਲ। ਜਿਸ ਗੁਰੂ ਨੇ ਤੇਰੇ ਤੇ 4 ਪੁੱਤਰ ਵਾਰ ਤੇ ਇਸ ਗੁਰੂ ਨੂੰ ਛੱਡ ਕੇ ਬਾਬਿਆਂ ਪਿੱਛੇ, ਜਿਸ ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਉਹਨੂੰ ਛੱਡ ਕੇ ਕਿਸੇ ਮਰੇ ਬੰਦੇ ਦੀ ਮੜੀ ਦੇ ਉੱਤੇ ਮੱਥੇ ਟੇਕਦਾ ਫਿਰਨਾ। ਪਾਈਆ ਛੋਲੇ ਚੁੱਕ ਕੇ ਨਦੀ ਵਿੱਚ ਰੋੜਨ ਜਾ ਰਿਹਾ, ਨਾਲੇ ਛੋਲੇ ਗਵਾ ਰਿਹਾ, ਨਾਲੇ ਨਦੀ ਵਿੱਚ ਗੰਦਗੀ ਪਾ ਰਿਹਾ। ਉਸ ਰੱਬ ਨੂੰ ਛੱਡ ਕੇ ਹੋਰਨਾਂ ਦੇ ਨਾਲ ਰਚੇ ਰਹਿਣਾ, ਗੁਣਾਂ ਨੂੰ ਛੱਡ ਕੇ ਔਗਣਾਂ ਨਾਲ ਰਚੇ ਰਹਿਣਾ, ਰੱਬ ਦੀ ਹੋਂਦ ਨੂੰ, ਰੱਬ ਦੇ ਹੁਕਮ ਨੂੰ ਛੱਡ ਕੇ ਜੋਤਸ਼ੀਆਂ ਬਾਬਿਆਂ ਦੇ ਚੱਕਰਾਂ ਵਿੱਚ ਪੈ ਰਹਿਣਾ, ਇਹ ਕਿੱਥੋਂ ਦੀ ਸਿਆਣਪ? ਇਸੇ ਤਿਆਗ ਅਵਰ ਸੰਰਚਨਾ। ਗੁਰੂ ਜੀ ਕਹਿੰਦੇ ਨੇ ਐਸੇ ਦੋਖ ਮੂੜ ਅੰਧ ਵਿਆਪੇ, ਦੋਖ ਦੋਸ਼, ਮੂੜ ਅੰਧ ਦਾ ਮਤਲਬ ਅੰਨੇ ਮੂਰਖ ਨੂੰ, ਇਹੋ ਜਿਹੇ ਦੋਸ਼ ਵਿਆਪਦੇ ਰਹਿੰਦੇ ਨੇ। ਮੂਰਖ ਅੰਨੇ ਜੀਵ ਜਿਹੜੇ ਭਲਾਈ ਵਿਸਾਰਨ ਵਾਲੇ ਨੇ, ਸੱਚ ਨੂੰ ਵਿਸਾਰਨ ਵਾਲੇ ਨੇ, ਇਹੋ ਜਿਹੇ ਔਗਣਾਂ ਦੇ ਅੰਦਰ ਫਸੇ ਰਹਿੰਦੇ। ਜਿਸ ਮਾਲਕ ਨੇ ਇੰਨੀਆਂ ਦਾਤਾਂ ਦਿੱਤੀਆਂ, ਇੰਨੀਆਂ ਰਹਿਮਤਾਂ ਕੀਤੀਆਂ, ਉਹਨੂੰ ਛੱਡ ਕੇ, ਸ਼ੁਕਰਾਨੇ ਨੂੰ ਛੱਡ ਕੇ, ਉਹਦੇ ਗੁਣਾਂ ਨੂੰ ਛੱਡ ਕੇ ਈਰਖਾ, ਨਿੰਦਿਆ, ਚੁਗਲੀ ਦੇ ਵਿੱਚ, ਵਿਕਾਰਾਂ ਦੇ ਵਿੱਚ ਜ਼ਿੰਦਗੀ ਬਰਬਾਦ ਕਰਨੀ ਕੋਈ ਸਿਆਣਾ? ਜਿਸ ਦਾਤੇ ਨੇ ਇੰਨੀਆਂ ਦਾਤਾਂ ਦਿੱਤੀਆਂ ਤੇ ਜੇ ਸਿਰ ਪੀੜ ਹੋ ਜਾਏ ਤੇ ਉਸ ਰੱਬ ਨੂੰ ਛੱਡ ਕੇ 5 ਪੈਸਿਆਂ ਦੀ ਪੈਰਾਸੀਟਾਮੋਲ ਦੀ ਗੋਲੀ ਨਹੀਂ ਲੈਣੀ ਤੇ 51 ਪਾਉਂਡ ਦੇ ਕੇ ਬਾਬੇ ਤੋਂ ਜਲਦੀ ਬੋਤਲ ਲੈ ਆਉਣੀ। ਗੁਰੂ ਨੂੰ ਛੱਡ ਕੇ ਬਾਬਿਆਂ ਨੂੰ ਮੱਥਾ ਟੇਕਣਾ, ਸ਼ਨੀਵਾਰ ਮੰਗਲਵਾਰ ਦੇ ਚੱਕਰਾਂ 'ਚ ਪੈ ਰਹਿਣਾ, ਮੜੀਆਂ ਮਸਾਣਾਂ ਨੂੰ ਪੂਜਦੇ ਫਿਰਨਾ, ਵਰਤ ਨਰਾਤੇ ਸਰਾਧਾਂ ਦੇ ਚੱਕਰ ਵਿੱਚ ਪੈ ਫਿਰਨਾ, ਤੀਰਥਾਂ ਤੇ ਭਟਕਦੇ ਰਹਿਣਾ, ਨੰਗੇ ਪੈਰੀ ਫਿਰਦੇ ਰਹਿਣਾ, ਕੋਈ ਸਿਆਣਪ? ਐਸੇ ਜਿਹੜੇ ਕਮਲੇ ਲੋਕ ਨੇ, ਅਣਜਾਣ ਨੇ, ਬੇਸਮਝ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਐਸੇ ਦੋਸ਼ ਉਹਨਾਂ ਨੂੰ ਪਾ ਘੇਰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਾਨੂੰ ਅਰਜ਼ ਕਰਨੀ ਸਿਖਾਉਂਦੇ ਨੇ, ਨਾਨਕ ਕਾਢ ਲਿਓ ਪ੍ਰਵਾਪੇ, ਹੇ ਪ੍ਰਭੂ ਤੂੰ ਆਪ ਹੀ ਕੱਢ ਲੈ ਇਹਨਾਂ ਜੀਵਾਂ ਨੂੰ, ਮੈਨੂੰ ਆਪ ਹੀ ਕੱਢ। ਤੇ ਉਹ ਆਪ ਕਿੱਥੇ? ਉਹ ਆਪ ਕੱਢਣ ਵਾਲਾ ਕਿੱਥੇ? ਤੁਹਾਡੇ ਅੰਦਰ ਹੈ, ਉਹ ਮੇਰੇ ਅੰਦਰ ਹੈ, ਉਹ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਉਸ ਮਾਲਕ ਦੇ ਨਾਲ ਜੁੜਨਾ ਹੈ। ਗੁਰਦੇਵ ਪਾਤਸ਼ਾਹ ਨੇ ਕਿੰਨੇ ਪਿਆਰ ਦੇ ਨਾਲ ਸਾਨੂੰ ਇਸ ਅਸ਼ਟਪਦੀ ਦੇ ਅੰਦਰ ਸਮਝਾਇਆ ਹੈ ਕਿ ਹੇ ਬੰਦਿਆ, ਉਸ ਮਾਲਕ ਨੂੰ ਯਾਦ ਰੱਖ ਜਿਹੜਾ ਪ੍ਰਭੂ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ। ਉਹ ਤੇਰੇ ਨਾਲ ਨਿਭੇਗਾ। ਉਹਦੇ ਗੁਣਾਂ ਨੂੰ ਚੇਤੇ ਰੱਖ, ਜਿਨੇ ਤੈਨੂੰ ਕਿਹੜੇ ਮੂਲ ਤੋਂ ਕੀ ਬਣਾ ਦਿੱਤਾ ਹੈ, ਜਿਨੇ ਤੈਨੂੰ ਸਾਜਿਆ, ਸੰਵਾਰਿਆ, ਸ਼ਿੰਗਾਰਿਆ, ਬੜਾ ਸੁੰਦਰ ਤੈਨੂੰ ਸਰੀਰ ਦਿੱਤਾ, ਮਾਂ ਦੇ ਗਰਭ ਵਿੱਚ ਤੇਰੀ ਰੱਖਿਆ ਕੀਤੀ, ਬਚਪਨ ਵਿੱਚ ਤੇਰੇ ਵਾਸਤੇ ਦੁੱਧ ਦਾ ਇੰਤਜ਼ਾਮ ਕੀਤਾ, ਜਵਾਨੀ ਦੇ ਅੰਦਰ ਤੈਨੂੰ ਬਹੁਤ ਸਾਰੀ ਸੂਝ ਔਰ ਸਮਝ ਬਖਸ਼ਿਸ਼ ਕੀਤੀ, ਖਾਣ ਪਾਨ ਦੀ ਸਮਝ ਆਈ, ਤੂੰ ਬਿਰਧ ਹੋ ਗਿਆ ਤੇ ਤੇਰੇ ਉੱਤੇ ਸੱਜਣ ਮਿੱਤਰ ਸੈਨ ਸਾਖ ਖੜੇ ਨੇ ਤੈਨੂੰ ਸੰਭਾਲਣ ਵਾਲੇ, ਤੇਰੇ ਮੂੰਹ ਦੇ ਅੰਦਰ ਆਣ ਕੇ ਵਸਤੂਆਂ ਪਾਉਂਦੇ ਨੇ, ਬੈਠੇ ਨੂੰ ਤੈਨੂੰ ਭੋਜਨ ਆਦਿਕ ਦਿੰਦੇ ਨੇ। ਪਰ ਇਹ ਗੁਣਾਂ ਤੋਂ ਸਿੱਖਣੇ ਮਨੁੱਖ, ਤੂੰ ਕਦੇ ਵੀ ਇਹਨਾਂ ਪਰਉਪਕਾਰਾਂ ਬਾਰੇ ਸੋਚਿਆ ਨਹੀਂ? ਇਹਨਾਂ ਨੂੰ ਸੋਚ, ਰੱਬ ਨੂੰ ਯਾਦ ਰੱਖ, ਸ਼ੁਕਰਾਨਾ ਕਰ, ਰੱਬ ਦੀ ਰਹਿਮਤ ਦਾ ਪਾਤਰ ਬਣ। ਗੁਰੂ ਜੀ ਨੇ ਫਿਰ ਸਮਝਾਇਆ ਹੈ ਦੁਬਾਰਾ, ਫਿਰ ਕਹਿੰਦੇ ਨੇ ਕਿ ਜਿਹਦੀ ਰਹਿਮਤ ਨਾਲ ਧਰਤੀ ਤੇ ਤੂੰ ਸੁੱਖ ਦੇ ਨਾਲ ਵਸਣਾ, ਤੈਨੂੰ ਧੀਆਂ ਪੁੱਤਰ ਭੈਣ ਭਰਾ ਮਿਲੇ ਨੇ, ਇਹਨਾਂ ਦੇ ਨਾਲ ਤੂੰ ਹੱਸਦਾ ਖੇਡਦਾ ਮੌਜਾਂ ਮਾਣਦਾ ਹੈ, ਤੈਨੂੰ ਸ਼ੁੱਧ ਸ਼ੀਤਲ ਠੰਡਾ ਜਲ ਮਿਲਿਆ ਹੈ, ਹਵਾ ਅੱਗ ਆਦਿਕ ਅਮੁੱਲਕ ਦਾਤਾਂ ਤੈਨੂੰ ਮਿਲੀਆਂ ਨੇ, ਜਿਹਦੀ ਰਹਿਮਤ ਦੇ ਨਾਲ ਬੜੇ ਸਾਰੇ ਤੂੰ ਰਸ ਆਨੰਦ ਮਾਣਦਾ ਹੈ, ਬਹੁਤ ਸਾਰੇ ਪਦਾਰਥ ਤੈਨੂੰ ਮਿਲੇ ਨੇ, ਉਹਨਾਂ ਦੀ ਤੂੰ ਖੁਸ਼ੀ ਮਾਣ ਰਿਹਾ ਹੈ, ਜਿਨੇ ਤੈਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਜ਼ਮੀਨ ਜਾਇਦਾਦ ਦਿੱਤੀ ਹੈ, ਨੇਤਰ ਦਿੱਤੇ ਨੇ। ਐਸੇ ਰੱਬ ਨੂੰ ਛੱਡ ਕੇ, ਉਹਦੇ ਗੁਣਾਂ ਨੂੰ ਛੱਡ ਕੇ ਤੇ ਮੜੀਆਂ ਕਬਰਾਂ ਤੇ ਹੋਰਨਾਂ ਰਚਨਾਵਾਂ ਦੇ ਅੰਦਰ ਰਚੇ ਰਹਿਣਾ ਕੋਈ ਸਿਆਣਪ ਨਹੀਂ। ਗੁਰੂ ਜੀ ਕਹਿੰਦੇ ਨੇ ਐਸੇ ਜਿਹੜੇ ਅਣਜਾਣ ਨੇ, ਬੇਸਮਝ ਨੇ, ਅਗਿਆਨਤਾ ਦੇ ਵਿੱਚ ਫਸੇ ਹੋਏ ਨੇ, ਉਹਨਾਂ ਮਨੁੱਖਾਂ ਨੂੰ ਦੋਸ਼ ਆਣ ਕੇ ਘੇਰ ਲੈਂਦੇ ਨੇ, ਔਗਣ ਆਣ ਕੇ ਘੇਰ ਲੈਂਦੇ ਨੇ, ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਂਦੇ ਨੇ। ਇਸ ਲਈ ਰੱਬ ਦੇ ਸ਼ੁਕਰਾਨੇ ਵਿੱਚ ਜੀਵੋ,
ਰੱਬ ਦੀ ਰਜ਼ਾ ਦੇ ਵਿੱਚ ਜੀਵੋ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਓ, ਮਨ ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਵੋ। ਇਹ ਜੀਵਨ ਸੁਖੀ ਹੋ ਜਾਏਗਾ, ਇਹ ਜੀਵਨ ਸ਼ਾਂਤ ਹੋ ਜਾਏਗਾ, ਔਰ ਇਸ ਜੀਵਨ ਦੇ ਅੰਦਰ ਪ੍ਰਭੂ ਦੇ ਅੰਦਰ ਸਮਾ ਕੇ ਤੁਸੀਂ ਉਸ ਮਾਲਕ ਪਿਆਰੇ ਪ੍ਰੀਤਮ ਦਾ ਰੂਪ ਹੋ ਜਾਓਗੇ। ਇਹੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਣਾਮ, ਯਾਨੀ ਜੋ ਪ੍ਰਭੂ ਦਾ ਨਾਮ ਹੈ, ਜੋ ਰੱਬ ਦਾ ਹੁਕਮ ਹੈ, ਇਹੀ ਸੁੱਖਾਂ ਦੀ ਮਣੀ ਹੈ। ਰੱਬ ਦੇ ਗੁਣ ਹੀ ਸੁੱਖਾਂ ਦੀ ਮਣੀ ਹੈ। ਇਹਨਾਂ ਗੁਣਾਂ ਨੂੰ, ਰੱਬੀ ਰਜ਼ਾ ਨੂੰ ਆਪਣੇ ਮਨ ਦੇ ਅੰਦਰ ਵਸਾਉਣ ਵਾਲਾ ਹੀ ਰੱਬ ਦਾ ਭਗਤ ਹੈ। ਉਹੀ ਜੀਵਨ ਦੇ ਅੰਦਰ ਸੁਖ ਮਾਣਦਾ ਹੈ, ਉਹੀ ਜੀਵਨ ਦੇ ਅੰਦਰ ਸ਼ਾਂਤੀ ਹਾਸਲ ਕਰਦਾ ਹੈ। ਤਾਂ ਅੱਜ ਅਸਾਂ ਜੋ ਇਹ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ, ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਨੇ। ਵੀਰ ਜੀ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਭਾਈ ਸਾਹਿਬ ਜੀ ਕਰਨਗੇ। ਤੇ ਜੋ ਵੀ ਆਪਣੇ ਕੋਈ ਵਿਚਾਰ ਦੇਣੇ ਚਾਹੁੰਦੇ ਹੋ ਜਾਂ ਅੱਜ ਜੋ ਅਸਾਂ ਵਿਚਾਰ ਕੀਤੀ, ਜੇ ਕਿਸੇ ਨੇ ਸਵਾਲ ਕਰਨਾ ਤਾਂ ਉਹ ਸਵਾਲ ਵੀ ਕਰ ਸਕਦਾ ਹੈ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਅੱਜ ਵੀ ਥੋੜੀ ਜਿਹੀ ਡਿਸਟਰਬੈਂਸ ਹੁੰਦੀ ਸੀਗੀ। ਜਿਹੜੀ ਨਾਰਮਲ ਡਿਸਟਰਬੈਂਸ ਹੋਈ ਹੈ ਉਹ ਤਾਂ ਨਹੀਂ ਹੋਈ, ਅੱਜ ਕੁਛ ਹੋ ਰਹੀ ਜਿੱਦਾਂ ਪਿਛਲੇ 5-7 ਮਿੰਟ ਦੇ ਵਿੱਚ ਜਿੱਦਾਂ ਕੋਈ ਗ੍ਰਾਈਂਡਿੰਗ ਜਿਹੀ ਚੱਲਦੀ ਹੁੰਦੀ ਹੈ, ਕੋਈ ਫਨੀ ਜਿਹੀ ਨੋਇਜ਼ ਆਉਂਦੀ ਸੀ 5-7 ਮਿੰਟ ਪਹਿਲਾਂ। ਸ਼ਾਇਦ ਤੁਸੀਂ ਵੀ ਮਹਿਸੂਸ ਕੀਤੀ ਹੋਊਗੀ ਇਹ। ਰਵਿੰਦਰ ਸਿੰਘ ਜੀ, ਤੁਹਾਨੂੰ ਲੱਗੀ ਹੈ ਆਵਾਜ਼? ਹਾਂਜੀ, ਉਹ ਕਾਫੀ ਇੰਟਰਫੇਰੈਂਸ ਆ ਰਹੀ ਹੈ। ਹਾਂਜੀ, ਪਿਛਲੇ 5-7 ਮਿੰਟ ਦੇ ਵਿੱਚ ਇਹ ਆਈ ਹੈ। ਇਹ ਪਹਿਲਾਂ ਠੀਕ ਸੀਗੀ। ਜਿਹੜੀ ਨਾਰਮਲ ਡਿਸਟਰਬੈਂਸ ਆਉਂਦੀ ਹੁੰਦੀ ਸੀ ਨਾ, ਕੱਟ ਕੇ ਆਵਾਜ਼ ਆਉਣੀ, ਉਹ ਸ਼ਾਇਦ ਇੱਕ ਅੱਧੀ ਵਾਰੀ ਹੋਈ ਸੀਗੀ। ਹਾਂਜੀ, ਤੇ ਬਾਕੀ ਆਉਣੀ ਆ, ਇਹ ਹਟਣੀ ਨਹੀਂ ਹੁਣ, ਇਹ ਹੁਣ ਹਟਣੀ ਨਹੀਂ ਗੀ। ਕਿਉਂਕਿ ਕੱਲ ਕੇ ਪਰਸੋਂ ਇੱਥੇ ਬੱਚਿਆਂ ਦੀ ਕਲਾਸਾਂ ਲੱਗਦੀਆਂ ਨਾ ਆਨਲਾਈਨ ਜੀ, ਉਹਨਾਂ ਨੇ ਵੀ ਉਹਨਾਂ ਦੇ 2 ਟਾਈਮ ਕਰਤੇ ਆ। ਇੱਕ ਦਿਨ ਅੱਧੇ ਬੱਚਿਆਂ ਨੂੰ ਕਰਾਉਂਦੇ, ਅਗਲੇ ਦਿਨ ਅੱਧੇ ਬੱਚਿਆਂ ਦਾ ਟਾਈਮ ਚੇਂਜ ਕਰਤਾ ਉਹਨਾਂ ਨੇ। ਇੰਟਰਨੈਟ ਇੰਨਾ ਬਿਜੀ ਹੋ ਗਿਆ ਕਿਉਂਕਿ ਹਰ ਸਕੂਲ, ਹਰ ਕਾਲਜ, ਹਰ ਜੋ ਚੀਜ਼ ਆ ਆਨਲਾਈਨ ਚੱਲ ਰਹੀ ਆ। ਹੁਣ ਆਪਾਂ ਜਿੱਦਾਂ ਗੁਰਮਤਿ ਦੀ ਕਲਾਸ ਵੀ ਆਪਾਂ ਆਨਲਾਈਨ ਕਰ ਰਹੇ ਹਾਂ, ਗੁਰਦੁਆਰੇ ਜਾਣ ਦੀ ਬਜਾਏ। ਤੇ ਹਰ ਚੀਜ਼ ਇੰਟਰਨੈਟ ਤੇ ਸ਼ੁਰੂ ਹੋ ਗਈ। ਹੁਣ ਇੰਟਰਨੈਟ ਸਲੋ ਹੋ ਗਿਆ, ਲੋਡ ਬਹੁਤ ਜ਼ਿਆਦਾ ਉੱਤੇ, ਤੇ ਉਹਨਾਂ ਹਾਲੇ ਵਰਕ ਨਹੀਂ ਕਰ ਰਿਹਾ। ਇਹ ਡਿਸਟਰਬੈਂਸ ਚੱਲਣੀ ਹੈ, ਤੁਸੀਂ ਜੋ ਮਰਜ਼ੀ ਕਰ ਲਓ। ਠੀਕ ਹੈ ਜੀ, ਚਲੋ ਇਹਦਾ ਹੁਣ ਦੇਖੋ ਤਾਂ ਜਿੱਦਾਂ ਸਾਨੂੰ ਆਈ ਜਾਂਦੀ ਹੈ ਪ੍ਰੋਬਲਮ, ਉੱਦਾਂ ਡਿਸਕਸ ਕਰਾਂਗੇ। ਮੈਂ ਸ਼ੋਰ ਹਾਂ ਵੀ ਕੋਈ ਨਾ ਕੋਈ ਇਹਦਾ ਹੱਲ ਵੀ ਲੱਭੂਗਾ। ਉਮੀਦ ਤਾਂ ਬੜੀ ਆ। ਪਹਿਲਾਂ ਨਹੀਂ ਸੀ ਆਉਂਦੀ ਹੁੰਦੀ, ਗੱਲ ਤੁਹਾਡੀ ਠੀਕ ਹੈ ਜੀ, ਕਿ ਹੁਣ ਵਰਤੋਂ ਜ਼ਿਆਦਾ ਹੋਣ ਲੱਗ ਪਈ। ਨਾਲੇ ਹੁਣ ਸਕੂਲ ਜਿੱਦਾਂ ਖੁੱਲਣ ਲੱਗ ਪੈਣੇ ਆ ਸਾਰੇ, ਉਹਦੇ ਵਿੱਚ ਅੱਧੇ ਜਾਣੇ ਨਿਆਣੇ ਅੱਧੇ ਆਨਲਾਈਨ ਸ਼ਾਇਦ ਹੋ ਜਾਣਗੇ ਜਾਂ ਕਿੱਦਾਂ। ਵੈਸੇ ਵੀ ਇੰਟਰਨੈਟ ਦੀ ਵਰਤੋਂ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋਣ ਲੱਗ ਪਈ ਆ। ਕਈ ਗੁਣਾ ਜੀ, ਹਜ਼ਾਰਾਂ ਗੁਣਾ ਤੁਸੀਂ ਕਹਿ ਸਕਦੇ ਵੱਧ ਗਈ ਆ। ਕਿਉਂਕਿ ਜਿਹੜੇ 30-40 ਬੱਚੇ ਕਲਾਸ 'ਚ ਬੱਚਾ ਮਾਸਟਰ ਪੜ੍ਹਾ ਰਿਹਾ, ਉਹ ਸਾਰੇ ਆਨਲਾਈਨ ਬੈਠੇ ਆ। ਹਾਂਜੀ, ਉਹਦੇ ਕਰਕੇ ਕੀ ਹੁੰਦਾ ਸੀ, ਕਈ ਬੱਚੇ ਕਿਉਂਕਿ ਹਰ ਕੋਈ ਪੜ੍ਹਾ ਜ਼ੂਮ ਤੇ ਮੀਟਿੰਗ ਦੇ ਥਰੂ ਹੀ ਰਿਹਾ। ਹੁਣ ਜ਼ੂਮ ਮੀਟਿੰਗ ਚੋਂ ਬਾਹਰ ਕਈ ਬੱਚੇ ਬਾਹਰ ਨਿਕਲ ਜਾਂਦੇ ਆਟੋਮੈਟਿਕਲੀ, ਇੰਟਰਨੈਟ ਸਲੋ ਹੋਣ ਕਰਕੇ। ਉਹਨਾਂ ਨੇ ਫਿਰ ਵੱਧ ਕਰਤੇ ਆ। ਅੱਧੀ ਕਲਾਸ ਇੱਕ ਦਿਨ ਹੋਣੀ, ਅੱਧੀ ਇੱਕ ਦਿਨ ਹੋਣੀ ਆ। ਠੀਕ ਹੈ, ਉਹ ਫਿਰ ਸਲੋ ਆ ਬਹੁਤ ਜ਼ਿਆਦਾ ਇੰਟਰਨੈਟ। ਅੱਛਾ ਜੀ, ਚਲੋ ਦੇਖਦੇ ਆ ਵੀ ਕਿੱਦਾਂ ਹੁੰਦੀ ਹੈ। ਪਰ ਮਤਲਬ ਆਪਾਂ ਵੀ ਟਰਾਈ ਕਰਾਂਗੇ ਇੱਧਰੋਂ, ਪਰ ਇਸ ਵੇਲੇ ਤਾਂ ਕੋਈ ਲੱਭ ਨਹੀਂ ਰਿਹਾ, ਕੋਈ ਇਹਦਾ ਹੱਲ ਨਹੀਂ ਲੱਭ ਰਿਹਾ। ਤੇ ਜਿੱਥੇ ਬਾਬਾ ਜੀ ਬੈਠੇ ਆ ਉੱਥੇ ਸਟਰੋਂਗ ਨੈਟਵਰਕ ਚਾਹੀਦਾ, ਵਾਈਫਾਈ ਹੋਏ ਚੰਗਾ, ਉੱਥੋਂ ਫੇਰ ਕੋਈ ਚੱਕਰ ਨਹੀਂ। ਬਾਕੀ ਆਪਣੀ ਤਾਂ ਕੋਈ ਚੱਕਰ ਨਹੀਂ, ਆਵਾਜ਼ ਕੱਟਦੀ ਜਾਵੇ ਆਪਾਂ ਸੁਣਨਾ। ਹਾਂਜੀ, ਵੈਸੇ ਕੱਟ ਨਹੀਂ ਹੁੰਦੀ ਸਾਡੀ ਆਵਾਜ਼, ਤਕਰੀਬਨ ਉੱਥੋਂ ਡਿਸਟਰਬੈਂਸ ਆਉਂਦੀ ਹੈ ਜ਼ਿਆਦਾ। ਤੇ ਉਹਨਾਂ ਨੇ ਤਾਂ ਹੁਣ ਫੇਸਬੁੱਕ ਤੇ ਵੀ ਲਾਈਵ ਕਰਨਾ ਬੰਦ ਕਰ ਦਿੱਤਾ ਹੈ, ਤੇ ਸਿੱਧਾ ਆਪਣੇ ਇੱਕੋ ਹੀ ਇਕਵਿਪਮੈਂਟ ਹੈਗੀ ਜਿਹਦੇ ਵਿੱਚ ਉਹ ਕਰਦੇ ਆ। ਪਰ ਚਲੋ ਕੋਈ ਗੱਲ ਨਹੀਂ ਜੀ, ਆਪਾਂ ਨੋਟ ਬਣਾਈ ਜਾਵਾਂਗੇ। ਜੇ ਸਾਨੂੰ ਕੋਈ ਉਹਦੀ ਲੱਭ ਪਈ ਘੁੰਡੀ ਤਾਂ ਉਹਦੀ ਘੰਟੀ ਦੱਬ ਦੇਣੀ ਆਪਾਂ ਕਿਸੇ ਦਿਨ। ਫਿਰ ਜਿੱਦਣ ਲੱਭ ਪਈ ਬਾਬਾ ਜੀ ਟਿਕਟ ਕਰਾ ਦੋ ਅਮਰੀਕਾ ਦੀ, ਫਿਰ ਨਹੀਂ ਆਵਾਜ਼ ਕੱਟਣ ਦਿੰਦਾ ਮੈਂ। ਇੱਕ ਵਾਰੀ ਮੇਰੇ ਕੋਲ ਭੇਜ ਦਿਓ। ਅਮਰੀਕਾ ਭੇਜ ਦਈਏ? ਹਾਂਜੀ, ਚਲ ਹਾਂ ਠੀਕ ਹੈ। ਫਿਰ ਏਦਾਂ ਨਾ ਕਾਰ 'ਚ ਲੈ ਕੇ ਤੁਰਨ ਲੱਗ ਪਈ ਤੂੰ, ਅਸੀਂ ਕਥਾ ਕਰਾਉਣੀ ਆ। ਨਹੀਂ ਉਹਦਾ ਕੋਈ ਚੱਕਰ ਨਹੀਂ ਬਾਬਾ ਜੀ। ਹਾਂ ਠੀਕ ਹੈ ਮੈਂ ਕਿਹਾ ਸੈਰ ਸਪਾਟੇ ਨਾ ਕਰਾਏ ਜਾਏ, ਸਾਡੇ ਕੋਲੋਂ ਸਾਰਾ ਛੁਟਕਾਰਾ ਪਾ ਜਾਣਗੇ। ਠੀਕ ਹੈ, ਥੈਂਕ ਯੂ ਜੀ। ਰਵਿੰਦਰ ਸਿੰਘ ਜੀ, ਤੁਸੀਂ ਹੋਏ ਸੀਗੇ ਅਨਮਿਊਟ, ਕੁਛ ਪੁੱਛਣਾ ਸੀ ਯਾਰ। ਹਾਂਜੀ, ਮੈਂ ਭਾਈ ਸਾਹਿਬ ਨੂੰ ਥੋੜਾ ਜਿਹੀ ਇਹਦੀ ਇੱਕ ਲਾਸਟ ਲਾਈਨ ਜਿਹੜੀ ਉਹਦੀ
ਥੋੜਾ ਠੀਕ ਜਿਹਾ ਹੈ। ਉੱਤੇ ਬੋਲ ਦੋ ਕਿ ਜੇ ਨਾਨਕ ਕਾਟ ਲਿਓ ਪ੍ਰਭ ਆਪੇ, ਇਹਦਾ ਥੋੜਾ ਜਿਹਾ ਜੇ ਸਾਨੂੰ ਥੋੜੀ ਵਿਆਖਿਆ ਜੀ ਕਰ ਦਿਓ। ਗਿਆਨੀ ਜੀ। ਹਾਂਜੀ, ਇਹਦਾ ਮਤਲਬ ਹੈਗਾ ਕਿ ਹੇ ਨਾਨਕ, ਸਾਨੂੰ ਇਹਨਾਂ ਔਗਣਾਂ ਦੇ ਵਿੱਚੋਂ ਆਪ ਹੀ ਕੱਢ ਲਓ। ਆਪ ਕੱਢਣ ਦਾ ਮਤਲਬ ਕਿ ਸਾਨੂੰ ਆਪਣੀ ਰਜ਼ਾ ਦੇ ਵਿੱਚ ਰੱਖੋ, ਯਾਨੀ ਆਪਣੀ ਰਜ਼ਾ ਦੇ ਵਿੱਚ ਤੁਰਨ ਦਾ ਬਲ ਬਖਸ਼ੋ। ਤੇ ਸੌਖੇ ਸ਼ਬਦਾਂ ਵਿੱਚ ਅਸੀਂ ਇਹਨੂੰ ਐਵੇਂ ਸਮਝ ਸਕਦੇ ਹਾਂ ਕਿ ਅਸੀਂ ਰੱਬ ਦੀ ਰਜ਼ਾ ਵਿੱਚ ਤੁਰ ਕੇ ਹੀ ਇਹਨਾਂ ਔਗਣਾਂ ਤੋਂ ਬਚ ਸਕਦੇ ਹਾਂ। ਅੱਛਾ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਥੈਂਕ ਯੂ ਜੀ। ਤੇ ਕੁਲਦੀਪ ਕੌਰ ਜੀ ਅਨਮਿਊਟ ਹੋਏ ਸੀਗੇ। ਮੈਂ ਤਾਂ ਗਿਆਨੀ ਜੀ ਨੂੰ ਪੁੱਛਣਾ ਸੀ ਕਿ ਇਹਨਾਂ ਨੇ ਕਿੰਨੀ ਕੁ ਦੇਰ ਉੱਥੇ ਰਹਿਣਾ, ਕਦੋਂ ਵਾਪਸ ਆਣਾ? ਉਹ ਤਾਂ ਗਏ ਨਹੀਂ ਜੀ, ਅਸੀਂ ਭੇਜਣਾ ਥੋੜ੍ਹਾ। ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ? ਨਹੀਂ, ਇਹ ਤਾਂ ਉੱਥੇ ਸਾਊਥ ਹਾਲ ਹੈ ਨਾ, ਹੌਂਸਲੋ ਹੈ ਨਾ। ਅੱਛਾ, ਮੈਂ ਕਿਹਾ ਪਤਾ ਨਹੀਂ ਤੁਸੀਂ ਕਹਿੰਦੇ ਵਿਰਕ ਸਾਹਿਬ ਨੇ ਸੱਦ ਲਿਆ ਤਾਂ ਉੱਥੇ ਨੂੰ ਤੁਰ ਪਏ ਸ਼ਾਇਦ। ਨਹੀਂ, ਗੁਰਦੁਆਰੇ ਚ ਸਰਵਿਸ ਨਹੀਂ ਆਉਂਦੀ। ਅੱਛਾ, ਹਾਂਜੀ ਗਿਆਨੀ ਜੀ। ਇਹ ਉੱਥੋਂ ਫੋਨ ਤੋਂ ਕਰਦੇ ਆ ਨਾ। ਕੁਲਦੀਪ ਕੌਰ ਭੈਣ ਜੀ, ਮੈਂ 13 ਸਤੰਬਰ ਤੱਕ ਤਾਂ ਹੈਗਾ ਵਾ ਇੱਥੇ। ਹੋਰ ਵੱਧ ਗਿਆ ਲੰਬਾ ਟਾਈਮ? ਮੈਂ 13 ਸਤੰਬਰ ਤੱਕ ਤਾਂ ਭੈਣ ਜੀ ਇੱਥੇ ਹੈਗਾ ਵਾ ਹੰਸਲੋ। ਅੱਛਾ, ਤੇ ਫਿਰ ਮੈਂ ਚਲੇ ਜਾਣਾ 1 ਮਹੀਨੇ ਵਾਸਤੇ ਗ੍ਰੇਵਜ਼ੈਂਡ 13 ਸਤੰਬਰ ਤੋਂ ਬਾਅਦ। ਅੱਛਾ, ਉੱਥੇ ਸ਼ਾਇਦ ਉੱਥੇ ਮੈਂ ਮੇਰੇ ਖਿਆਲ 13-14 ਅਕਤੂਬਰ ਤੱਕ ਫਿਰ ਮੈਂ ਗ੍ਰੇਵਜ਼ੈਂਡ ਹੈਗਾ। ਠੀਕ ਹੈ। ਆਈ ਥਿੰਕ ਇਹ ਨੈਟਵਰਕ ਦੀ ਪ੍ਰੋਬਲਮ ਹੈ ਇੱਥੇ। ਜੇ ਜ਼ਿਆਦਾ ਪ੍ਰੋਬਲਮ ਆਈ ਤਾਂ ਮੈਂ ਫਿਰ ਕੋਈ ਨਾ 4-5 ਕੋਈ ਨਾ ਭੈਣ, ਜੇ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਨਾ, ਜੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਫਿਰ ਮੈਂ 4 ਪਾਉਂਡ ਖਰਚ ਲਿਆ ਕਰਾਂਗਾ ਤੇ ਮੈਂ ਕਿਸੇ ਦੇ ਘਰ ਚਲਾ ਜਾਇਆ ਕਰਾਂਗਾ। ਇੱਥੋਂ ਬੱਸ ਤੇ ਜਾਣਾ ਪੈਂਦਾ। ਮੈਨੇਜੇਬਲ ਹੈ। ਨਹੀਂ, ਮੈਂ ਕਹਿੰਦੀ ਸੀ ਇਟਸ ਓਕੇ, ਅਸੀਂ ਮੈਨੇਜ ਕਰ ਰਹੇ ਹਾਂ। ਜੇ ਜ਼ਿਆਦਾ ਪ੍ਰੋਬਲਮ ਆਏਗੀ ਨਹੀਂ, ਫਿਰ ਰੋਜ਼ ਦੇ 4 ਪਾਉਂਡ ਖਰਚਣੇ ਤੁਹਾਨੂੰ ਬਹੁਤ ਜ਼ਿਆਦਾ ਪੈਸਾ, ਬਹੁਤ ਮਹਿੰਗਾ ਪੈਣਾ। ਠੀਕ ਹੈ ਨਾ, ਕੋਈ ਨਾ, ਜੇ ਜ਼ਿਆਦਾ ਪ੍ਰੋਬਲਮ ਆਏਗੀ ਨਹੀਂ ਮੈਨੇਜ ਹੋ ਰਿਹਾ। ਮੈਨੇ ਏਦਾਂ ਅੱਜ ਕੋਈ ਗੱਲ ਨਹੀਂ ਮੇਰੀ ਭੈਣ, ਮਤਲਬ ਭੈਣਾਂ ਵੀਰਾਂ ਵਾਸਤੇ ਜੇ ਪ੍ਰੋਬਲਮ ਆਏਗੀ। ਨਹੀਂ, 4 ਪਾਉਂਡ ਰੋਜ਼ ਦੇ ਬਹੁਤ ਜ਼ਿਆਦਾ ਲੱਗਣਾ। 20 ਪਾਉਂਡ ਤੇ ਤੁਹਾਡੇ ਹਫਤੇ ਦੇ। ਤੇ ਉੱਥੇ ਨਾ ਮੈਂ ਇੱਥੋਂ ਬੱਸ ਤੇ ਚਲਾ ਜਾਇਆ ਕਰਾਂ। ਆਹੋ, ਫਿਰ ਵੀ 20 ਪਾਉਂਡ ਤਾਂ ਲੱਗਦੇ। ਅੱਛਾ, ਕੋਈ ਨਹੀਂ ਜੀ, ਕੋਈ ਨਾ ਹੱਲ ਲੱਭਾਂਗੇ। ਉਹਦਾ ਆਪਾਂ ਹੱਲ ਕਰ ਲਵਾਂਗੇ। ਜੇ ਬਾਈ ਦੀ ਵੇ ਮਤਲਬ ਡਿਸਟਰਬੈਂਸ ਮੈਂ ਨਾ ਕੱਲ ਤੋਂ ਜਾਂ ਪਰਸੋਂ ਤੋਂ ਫਿਰ ਮੈਂ ਉਹਨਾਂ ਦੇ ਘਰ ਚਲਾ ਜਾਇਆ ਕਰਾਂਗਾ, ਜਿਨ੍ਹਾਂ ਦੇ ਘਰ ਪਹਿਲਾਂ ਜਾਂਦੇ ਸੀ ਨਾ। ਇੱਥੋਂ ਹੈਗੇ ਨੇ 10-15 ਕਿਲੋਮੀਟਰ ਉੱਥੇ ਚਲਾ ਜਾਇਆ। ਅੱਜ ਗਿਆਨੀ ਜੀ ਮੈਨੇਜ ਅੱਜ ਠੀਕ, ਕਿਉਂਕਿ ਗੁਰਮਤਿ ਦੀ ਕਲਾਸ ਚੱਲਦੀ ਰਹੇਗੀ, ਕੰਟੀਨਿਊ ਹੋਵੇਗੀ। ਹਾਂਜੀ, ਠੀਕ ਹੈ, ਕੋਈ ਨਹੀਂ ਜੀ, ਦੇਖਦੇ ਹੋ ਜਾਂਦੀ ਕਈ ਵਾਰ ਨਾ। ਹੈਲੋ ਜੀ, ਸਤਿ ਸ੍ਰੀ ਅਕਾਲ ਭਾਜੀ, ਤਰਲੋਕ ਸਿੰਘ। ਹਾਂਜੀ, ਜਸਵੀਰ ਕੌਰ ਜੀ। ਜਸਵੀਰ ਕੌਰ ਜੀ, ਇੱਕ ਸਕਿੰਟ ਠਹਿਰਿਓ, ਇੱਕ ਹੋਲਡ ਕਰਿਓ। ਆਪਣੇ ਮੋਹਰ ਸਿੰਘ ਜੀ ਕੁਝ ਕਹਿ ਰਹੇ ਆ, ਸੌਰੀ, ਹੋਲਡ ਕਰਿਓ। ਮੈਂ 1 ਮਿੰਟ, ਮੈਂ ਇੱਕੋ ਮਿੰਟ ਗੱਲ ਕਰਨੀ ਆ ਵੀ ਜੇਕਰ ਅਸੀਂ 50 ਜਾਣੇ 10-10 ਪਾਉਂਡ ਪਾ ਕੇ ਤੇ ਇਹਨਾਂ ਨੂੰ ਟੈਲੀਫੋਨ ਲੈ ਦੋ। ਗੱਲ ਤਾਂ ਨੈਟਵਰਕ ਦੀ ਹੈ ਜੀ, ਟੈਲੀਫੋਨ ਦੀ ਨਹੀਂ ਹੈਗੀ ਗੱਲ, ਨੈਟਵਰਕ ਦੀ ਹੈ ਜੀ। ਅੱਛਾ ਜੀ, ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਓਕੇ ਜੀ। ਹਾਂਜੀ, ਤੇ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ? ਫੋਨ ਤਾਂ ਹੈਗਾ ਪਰ ਉਹ ਪ੍ਰੋਬਲਮ ਹਾਂਜੀ, ਕੈਮਰੇ ਤੇ ਆ ਜਾਓ ਗਿਆਨੀ ਜੀ। ਉਹ ਬਿਨਾ ਕੈਮਰੇ ਤੇ ਆਉਣ ਪ੍ਰੋਬਲਮ ਨੈਟਵਰਕ ਦੀ ਆ ਰਹੀ ਹੈ। ਜੇ ਅੱਜ ਵੀ ਹੁਣ ਆ ਸਕਦੇ ਹੋ। ਮੈਂ ਜੀ ਥੋੜਾ ਬੋਲਣਾ ਜੇ ਥੋੜਾ ਜਿਹਾ। ਹਾਂਜੀ, ਤੇ ਇੱਕ ਹਾਂਜੀ, ਤੁਸੀਂ ਏਦਾਂ ਕਰੋ ਗਿਆਨੀ ਜੀ, ਤੁਸੀਂ ਕੱਲ ਨੂੰ ਵੀ ਨੈਟਵਰਕ ਤੁਸੀਂ ਗੱਲ ਕਰੋ ਜੀ। ਹਾਂਜੀ, ਕਰੋ, ਥੈਂਕ ਯੂ। ਹਾਂਜੀ, ਸਾਰੀ ਕਲਾਸ ਨੂੰ ਮੈਂ ਬੇਨਤੀ ਕਰ ਰਿਹਾ ਸੀ ਕਿ ਜੇ ਕੱਲ ਨੂੰ ਵੀ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਨਾ, ਤੇ ਫਿਰ ਮੈਂ ਪਰਸੋਂ ਤੋਂ ਉਹਨਾਂ ਦੇ ਘਰ ਚਲਾ ਜਾਇਆ ਕਰਾਂਗਾ। ਇੱਥੇ ਵੀਰ ਜੀ ਤਵਿੰਦਰ ਸਿੰਘ ਹੈਗੇ ਨੇ, ਤੇ ਜੇ ਅੱਜ ਵੀ ਜ਼ਿਆਦਾ ਆਈ ਤੇ ਫਿਰ ਮੈਂ ਕੱਲ ਤੋਂ ਸ਼ੁਰੂ ਕਰ ਦਿੰਦਾ ਉਹਨਾਂ ਦੇ ਘਰ ਚਲਾ ਜਾਇਆ। ਤੁਸੀਂ ਸਲਾਹ ਕਰਕੇ ਦੱਸ ਦਿਓ। ਇਹ ਪ੍ਰੋਬਲਮ ਨਾ ਫੋਨ ਦੀ ਨਹੀਂ ਹੈਗੀ, ਪ੍ਰੋਬਲਮ ਨੈਟਵਰਕ ਦੀ ਹੈ। ਇੱਥੇ 3 ਦਾ ਨੈਟਵਰਕ ਮੇਰੇ ਕੋਲ ਹੈਗਾ। ਤੇ ਇਹ ਜਿਹੜਾ ਏਰੀਆ ਨਾ, ਜਿਹੜਾ ਹੰਸਲੋ ਵਾਲਾ ਜਿੱਥੇ ਮੈਂ ਹੈਗਾ ਵਾਂ ਗੁਰਦੁਆਰੇ, ਇੱਥੇ ਸਾਰੇ ਨੈਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਹੈ ਹੀ ਹੈ। 에어ਪੋਰਟ ਵੀ ਲੱਗੇ। ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਆਏਗੀ ਤੇ ਮੈਨੂੰ ਦੱਸ ਦਿਓ ਤੇ ਮੈਂ ਫਿਰ ਉਧਰ ਚਲਾ ਜਾਇਆ ਕਰਾਂਗਾ, ਜਿਵੇਂ ਤੁਸੀਂ ਕਹੋਗੇ। ਦੱਸ ਵੈਸੇ ਅੱਜ ਜਿਹੜਾ ਪ੍ਰੋਗਰਾਮ ਸੀਗਾ ਨਾ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਡਿਸਟਰਬੈਂਸ ਪਹਿਲਾਂ ਕੋਈ ਨਹੀਂ ਆਈ। ਪਿਛਲੇ 5 ਮਿੰਟ ਦੇ ਵਿੱਚ ਥੋੜੀ ਜਿੱਦਾਂ ਫਨੀ ਜਿਹੀ ਨੋਇਜ਼ ਆਉਂਦੀ ਸੀਗੀ,
ਪਰ ਜਿਹੜੀ ਤੁਹਾਡੀ ਕੱਟ ਕੇ ਆਵਾਜ਼ ਆਉਂਦੀ ਹੁੰਦੀ ਸੀਗੀ ਸਾਰੀ ਕਥਾ ਦੇ ਵਿੱਚ ਬਹੁਤ ਵਧੀਆ ਆਵਾਜ਼ ਆਈ ਹੈ, ਕੋਈ ਏਦਾਂ ਦੀ ਡਿਸਟਰਬੈਂਸ ਨਹੀਂ ਹੋਈ। ਠੀਕ ਹੈ ਜੀ। ਤੇ ਆਪਾਂ ਇਦਾਂ ਕਰਦੇ ਹਾਂ, ਆਪਾਂ ਕੱਲ ਨੂੰ ਇਦਾਂ ਹੀ ਕਲਾਸ ਲਾ ਕੇ ਦੇਖ ਲਵਾਂਗੇ, ਤੇ ਜੇ ਜ਼ਿਆਦਾ ਡਿਸਟਰਬੈਂਸ ਹੁੰਦੀ ਹੋਈ ਤਾਂ ਫਿਰ ਪਰਸੋਂ ਨੂੰ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰਕੇ ਦੇਖ ਲਵਾਂਗੇ। ਹਾਂਜੀ 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 ਠੀਕ ਹੈ ਜੀ। ਤੇ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਜੀ? ਮੈਂ ਹਾਂਜੀ ਹਾਂਜੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਉਹਨਾਂ ਨੂੰ ਸੁਣੂਗਾ? ਹਾਂ ਸੁਣੂਗਾ। ਉਹ ਥੋੜਾ ਡਿਲੇ ਹੋ ਕੇ ਆਉਂਦੀ ਆਵਾਜ਼, ਉਧਰੋਂ ਨੈਟਵਰਕ ਪ੍ਰੋਬਲਮ ਕਰ, ਪਰ ਸੁਣ ਰਹੇ ਆ ਉਹ। ਕਰੋ ਗੱਲ। ਠੀਕ ਆ। ਮੈਂ ਗਿਆਨੀ ਜੀ ਅੱਜ ਇਹ ਗੱਲ ਕਰਨੀ ਸੀ ਕਿ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਜਿਵੇਂ ਕਿ ਅੱਜ ਕੱਲ ਇੱਥੇ ਨਿਊ ਕਾਸਲ ਵੱਲੋਂ ਬਹੁਤ ਫਲੱਡ ਆਇਆ, ਤੇ ਭੈਣ ਜਗਜੀਤ ਉਹਨਾਂ ਨੇ ਦੱਸਿਆ ਸੀਗਾ, ਜਗਜੀਤ ਕੌਰ ਨੇ, ਕਿ ਅਮਰੀਕਾ ਦੇ ਵਿੱਚ ਜਿੱਦਾਂ ਕੈਲੀਫੋਰਨੀਆ 'ਚ ਅੱਗ ਲੱਗੀ ਹੋਈ ਆ, ਤੇ ਉਸ ਚੀਜ਼ ਤੇ ਗੱਲ ਕਰ ਰਹੇ ਸੀ। ਤੇ ਆਪਣੇ ਭੈਣ ਜੀ ਹੁਣੀ ਇਹ ਕਿਹਾ ਸੀ ਕਿ ਰੱਬ ਸਾਨੂੰ ਤਾਕਤ ਦਿਖਾ ਰਿਹਾ ਆ ਕਿ ਤੁਸੀਂ ਦੇਖੋ ਮੇਰੀ ਤਾਕਤ, ਕਿ ਮੈਂ ਮਤਲਬ ਜਦੋਂ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਤੇ ਉਹ ਫਿਰ ਇਹੋ ਜਿਹੀ ਤਾਕਤ ਦਿਖਾਉਂਦਾ ਆ ਬੰਦੇ ਨੂੰ, ਤਾਂ ਕਿ ਉਹਨੂੰ ਯਾਦ ਰੱਖੀਏ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਕੋਈ ਇਹੋ ਜਿਹਾ ਰੱਬ ਹੋ ਸਕਦਾ ਜਿਹੜਾ ਕਿ ਏਡੀ ਵੱਡੀ ਸਜ਼ਾ ਕੋਈ ਉਸ ਜੰਗਲ ਦੇ ਵਿੱਚ ਉਹਦੇ ਬਣਾਏ ਜੀਵ ਜੰਤੂ ਵੀ ਆ, ਤੇ ਬਾਕੀ ਜੇ ਕਹੀਏ ਆਪਾਂ ਉੱਥੇ ਦੇ ਪਤਾ ਨਹੀਂ ਕਿੰਨੇ ਮਿਲੀਅਨ ਜਾਂ ਹਾਫ ਮਿਲੀਅਨ ਜਾਂ 1 ਮਿਲੀਅਨ ਲੋਕ ਜਿਹੜੇ ਆ ਉਹ ਉੱਥੋਂ ਨਿਕਲੇ ਆ, ਮਤਲਬ ਇਹੋ ਜਿਹਾ ਕੋਈ ਰੱਬ ਹੋ ਸਕਦਾ ਕਿ ਜਿਹੜਾ ਸਾਨੂੰ ਏਡੀ ਵੱਡੀ ਸਜ਼ਾ ਦੇ ਸਕਦਾ ਆ? ਹਾਂਜੀ ਗਿਆਨੀ ਜੀ, ਤੁਸੀਂ ਇਹਦਾ ਕੋਈ ਜਵਾਬ ਦੇ ਸਕਦੇ ਜੀ? ਹਾਂਜੀ ਵੀ ਭੈਣ, ਮੇਰਾ ਮੰਨਣਾ ਇਹ ਹੈਗਾ ਕਿ ਰੱਬ ਸਾਨੂੰ ਇਹੋ ਜਿਹੀਆਂ ਸਜ਼ਾਵਾਂ ਨਹੀਂ ਦਿੰਦਾ। ਇਹ ਸਾਰਾ ਨਾ ਸਿਸਟਮ ਹੈ, ਜੋ ਕੁਝ ਪਾਇਆ ਸੋ ਏਕਾ ਵਾਰ, ਕਿਉਂਕਿ ਜੇ ਅੱਗ ਜੇ ਲੱਗ ਗਈ ਹੈ ਤਾਂ ਉਹ ਸਿਸਟਮ ਦੇ ਵਿੱਚ ਲੱਗ ਗਈ ਹੈ, ਤੇ ਉਸ ਅੱਗ ਦੇ ਅੰਦਰ ਜੋ ਵੀ ਆਏਗਾ, ਅੱਗ ਦਾ ਸੁਭਾਅ ਹੈ ਸਾੜਨਾ, ਉਹ ਸੜੇਗਾ ਹੀ ਸੜੇਗਾ, ਤੇ ਉਹਨੂੰ ਸਿਸਟਮ ਦੇ ਵਿੱਚ ਹੀ ਬੁਝਾਇਆ ਜਾ ਸਕਦਾ ਹੈ। ਇਸ ਲਈ ਜਿਹੜੇ ਸਾਡੇ ਮਤਲਬ, ਮੈਂ ਇਹੋ ਜਿਹਾ ਰੱਬ ਨਹੀਂ ਕਹਿੰਦਾ ਵੀ ਉਹ ਮਤਲਬ ਸਾਨੂੰ ਕਿਸੇ ਇੱਕ ਦੇ ਕਰਮ ਕਰਕੇ ਤੇ ਏਡੀ ਵੱਡੀ ਸਜ਼ਾ ਦਿੰਦਾ, ਇਹੋ ਜਿਹਾ ਕੋਈ ਸਿਸਟਮ ਨਹੀਂ ਹੈ। ਸਾਡੇ ਕਰਮਾਂ ਦੀ ਸਜ਼ਾ ਸਾਨੂੰ ਇਸ ਜ਼ਿੰਦਗੀ ਵਿੱਚ ਮਿਲਦੀ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਕਰਦੇ ਹਾਂ, ਉਹ ਸਾਨੂੰ ਮਾਨਸਿਕ ਪ੍ਰੋਬਲਮ, ਸੁੱਖ ਜਾਂ ਦੁੱਖ ਹੁੰਦੇ ਨੇ। ਤੇ ਐਵੇਂ ਨਹੀਂ ਕਿ ਰੱਬ ਉੱਤੇ ਬਹਿ ਕੇ ਤੇ ਸਾਨੂੰ ਐਵੇਂ ਸਜ਼ਾਵਾਂ ਦਿੰਦਾ ਹੈ, ਤੇ ਉਹ ਕਹਿੰਦਾ ਕਿ ਤੁਸੀਂ ਮੈਨੂੰ ਯਾਦ ਕਰੋ। ਬਾਣੀ ਵਿੱਚ ਇੱਕ ਤੁਕ ਆਉਂਦੀ ਹੈ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਤੇ ਜੇ ਸਾਰੇ ਮਿਲ ਕੇ ਅਸੀਂ ਉਹਨੂੰ ਵੱਡਾ ਵੱਡਾ ਕਹੀਏ ਤੇ ਉਹ ਵੱਡਾ ਨਹੀਂ ਹੋ ਜਾਂਦਾ, ਤੇ ਜੇ ਉਹਨੂੰ ਕੋਈ ਵੀ ਨਾ ਕਵੇ ਤੇ ਉਹ ਛੋਟਾ ਨਹੀਂ ਹੋ ਜਾਂਦਾ। ਸਾਡੇ ਕਹਿਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ, ਬਸ ਸਿਰਫ ਜਿਹੜਾ ਉਹਨੂੰ ਵੱਡਾ ਕਹਿੰਦਾ ਹੈ, ਗੁਣ ਗਾਉਂਦਾ ਹੈ, ਉਹ ਆਪ ਗੁਣੀ ਹੋ ਜਾਂਦਾ ਹੈ। ਇਹ ਮੇਰਾ ਮੰਨਣਾ ਹੈ। ਹਾਂਜੀ, ਨਹੀਂ ਬਹੁਤ ਵਧੀਆ ਜੀ, ਕਿਉਂਕਿ ਉਸ ਥੋੜਾ ਜਿਹਾ ਇਸ ਚੀਜ਼ ਬਾਰੇ ਫੀਲ ਹੋਇਆ ਸੀ। ਮੈਂ ਕਿਹਾ ਕਿ ਰੱਬ ਆਪਾਂ ਕਹਿੰਦੇ ਹਾਂ ਕਿ ਬਹੁਤ ਕਿਰਪਾਲੂ ਆ, ਦਿਆਲੂ ਆ, ਤੇ ਉਸ ਪਰਮਾਤਮਾ ਤੋਂ ਇਹੋ ਜਿਹੀ ਸਜ਼ਾ ਸਾਨੂੰ ਕਿਉਂ ਦਊਗਾ ਉਹ, ਹਨਾ? ਕਿ ਜੇ ਮਤਲਬ ਅਸੀਂ ਏਦਾਂ ਸੋਚਦੇ ਹਾਂ, ਤੇ ਫਿਰ ਮੇਰੇ ਖਿਆਲ ਦੇ ਵਿੱਚ ਮੈਂ ਕਿਹਾ ਚਲੋ ਗਿਆਨੀ ਜੀ ਹੁਣੀ ਵਧੀਆ ਜਵਾਬ ਦੇ ਸਕਦੇ ਆ। ਤੁਹਾਡਾ ਥੈਂਕ ਯੂ ਜੀ ਬਹੁਤ। ਓਕੇ ਜੀ। ਇੱਕ ਹੋਰ ਚੀਜ਼ ਸਾਡੇ ਦਿਮਾਗ ਦੇ ਵਿੱਚ ਵੀ ਕਈ ਵਾਰੀ ਪਾਈ ਜਾਂਦੀ ਆ, ਗਿਆਨੀ ਜੀ ਕਲੀਅਰ ਕਰ ਦੇਣ। ਉਹ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇੱਕ ਗੱਲ, ਕਿ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਚਲੋ ਜਿਹੜੇ ਕੀ ਲਫ਼ਜ਼ ਹੈ ਜੀ ਉਹਨਾਂ ਵਾਸਤੇ, ਜਿਹੜੇ ਮਸੰਦ ਜਿਹੜੇ ਅਪੁਆਇੰਟ ਕੀਤੇ ਹੋ ਸੀਗੇ, ਉਹ ਜਿਹੜੇ ਕਰਪਟ ਹੋ ਗਏ ਸੀਗੇ, ਜਿਹੜੇ ਲੋਕਾਂ ਦੇ ਲਿਆਂਦੀ ਦਸਵੰਧ ਜਿਹੜਾ ਸੀਗਾ ਉਹ ਲਿਆ ਕੇ ਉਹਨਾਂ ਨੂੰ ਨਹੀਂ ਸੀ ਦਿੰਦੇ। ਜਦੋਂ ਪਤਾ ਲੱਗਾ ਵੀ ਇਹ ਤਾਂ ਆਪੇ ਖਾਈ ਜਾਂਦੇ ਜਾਂ ਕਿੱਦਾਂ, ਫਿਰ ਕਿਸੇ ਟਾਈਮ ਤੇ ਆ ਕੇ ਇੱਦਾਂ ਕਿਹਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਉਹਨਾਂ ਮਸੰਦਾਂ ਨੂੰ ਕੜਾਹੀ 'ਚ ਤਲਿਆ ਸੀਗਾ, ਤੇਲ ਦੇ ਵਿੱਚ ਤਲਿਆ ਸੀਗਾ। ਇਹ ਗੱਲ ਸਾਊਂਡ ਠੀਕ ਨਹੀਂ ਕਰਦੀ ਵੀ ਗੁਰੂ ਗੋਬਿੰਦ ਸਿੰਘ ਜੀ ਐਡੇ ਕਰੂਅਲ ਹੋ ਸਕਦੇ। ਤੁਹਾਡਾ ਕੀ ਵਿਚਾਰ ਹੈ ਜੀ ਇਹਦੇ ਬਾਰੇ? ਹਾਂਜੀ ਵੀਰ ਜੀ ਦਾ ਜਿਹੜਾ ਸਵਾਲ ਹੈ ਬਹੁਤ ਵਧੀਆ ਹੈ, ਤੇ ਮੈਂ ਇਹਦਾ ਬਾਰੇ ਜ਼ਰੂਰ ਆਪਣੇ ਵਿਚਾਰ ਦੇਵਾਂਗਾ। ਉਸ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗਾ ਕਿ ਕਿਉਂਕਿ ਅਸੀਂ ਸਾਰੇ ਵੀਰ ਭੈਣਾਂ ਕਲਾਸ ਲਗਾ ਰਹੇ ਹਾਂ ਔਰ ਸਾਨੂੰ 3 ਮਹੀਨੇ ਹੋ ਗਏ ਨੇ ਗੁਰਬਾਣੀ ਸੁਣਦੇ ਹਾਂ, ਤਾਂ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਔਰ ਵੀਰ ਨੇ ਇਹਦਾ ਥੋੜੇ 1-2 ਮਿੰਟ ਵਾਸਤੇ
ਆਪਣੇ ਵਿਚਾਰ ਜ਼ਰੂਰ ਦਿਓ ਕਿ ਗੁਰਬਾਣੀ ਦੇ ਬੇਸ ਦੇ ਉੱਤੇ ਤੁਸੀਂ ਕੀ ਸੋਚਦੇ ਹੋ। ਠੀਕ ਹੈ ਜੀ, ਬਹੁਤ ਸਾਰੇ ਵਧੀਆ, ਬਹੁਤ ਵਧੀਆ ਜੀ, ਭੈਣ ਜੀ ਹੈਗੇ ਨੇ ਮੇਰੇ ਖਿਆਲ 'ਚ। ਥੈਂਕ ਯੂ ਜੀ, ਮੈਂ ਪੁੱਛ ਲੈਣਾ ਜੀ ਸਾਰਿਆਂ ਨੂੰ, ਕਿਉਂਕਿ ਸਾਡੀ ਵੀ ਵਿਕਾਸ ਹੋਣਾ ਚਾਹੀਦਾ। ਹਾਂਜੀ ਸੋਚਦੇ ਹਾਂ। ਬਿਲਕੁਲ। ਹਾਂ ਦਵਿੰਦਰ ਕੌਰ ਭੈਣ, ਤੁਸੀਂ ਕੀ ਕਹਿੰਦੇ ਹੋ? ਮੇਰਾ ਵਿਚਾਰ ਬਿਲਕੁਲ ਗਿਆਨੀ ਜੀ, ਜੋ ਤੁਸੀਂ ਮੈਨੂੰ ਇਸ ਚੀਜ਼ ਦਾ ਬਹੁਤ ਫੀਲ ਹੁੰਦਾ ਆ ਕਿਸ ਵੇਲੇ ਜਦੋਂ ਅਸੀਂ ਇਦਾਂ ਦੇ ਕਮੈਂਟਸ ਸੁਣਦੇ ਆ ਕਿ ਸਾਨੂੰ 3 ਕੁ ਮਹੀਨੇ ਹੋ ਗਏ ਆ ਮਤਲਬ ਕਥਾ ਸੁਣਦਿਆਂ ਨੂੰ, ਔਰ ਤੁਸੀਂ ਬਾਰ-ਬਾਰ ਇੱਕੋ ਚੀਜ਼ ਦਾ ਸਾਨੂੰ ਗਿਆਨ ਦੇ ਰਹੇ ਆ ਕਿ ਜਿਹੜੀ ਗੁਰਬਾਣੀ ਦੇ ਮੁਤਾਬਕ, ਇਹ ਤੁਹਾਡੀ ਕੋਈ ਆਪਣੀ ਨਹੀਂ ਹੈਗੀ, ਤੁਸੀਂ ਜੋ ਗੁਰਬਾਣੀ ਨੂੰ ਜਿੱਦਾਂ ਸਮਝ ਰਹੇ ਆ ਜਾਂ ਤੁਸੀਂ ਆਪਣਾ ਐਕਸਪੀਰੀਅੰਸ ਕੀਤਾ, ਉਹਦੇ ਵਿੱਚ ਇਹੀ ਤੁਸੀਂ ਦੱਸਿਆ ਆ ਕਿ ਰੱਬ ਕੋਈ ਕਿਤੇ ਉੱਧਰ ਨਹੀਂ ਬੈਠਾ। ਠੀਕ ਆ ਜੀ, ਰੱਬ ਸਾਡੇ ਸਾਰਿਆਂ ਦੇ ਵਿੱਚ ਆ, ਔਰ ਰੱਬ ਦੇ ਗੁਣਾਂ ਨੂੰ ਹੀ ਚੇਤੇ ਰੱਖਣਾ, ਇਹ ਨਾਮ ਸਿਮਰਨਾ ਆ। ਚਾਹੇ ਉਹ ਜਿੱਦਾਂ ਅਸੀਂ ਇੱਕ ਦਿਨ ਪਰਸੋਂ ਜੇ ਗੱਲ ਕੀਤੀ ਸੀਗੀ ਕਿ ਕੀ ਜਿਹੜਾ ਮੂਲ ਮੰਤਰ ਦਾ ਬੈਠ ਕੇ ਚੌਂਕੜੇ ਲਾ ਕੇ ਪਾਠ ਕਰਨਾ ਜਾਂ ਵਾਹਿਗੁਰੂ ਦਾ ਜਾਪ ਕਰਨਾ ਜਾਂ ਐਨੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਆ, ਇਹੀ ਇੱਕ ਨਾਮ ਆ, ਇਹੀ ਸਾਨੂੰ ਦੱਸਿਆ ਗਿਆ। ਪਰ ਮੇਰੀ ਵਿਚਾਰਧਾਰਾ ਇਹ ਤੁਹਾਡੇ ਕਥਾ ਸੁਣ ਤੋਂ ਵੀ ਤੇ ਉਧਰੋਂ ਵੀ, ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਢੰਡਰੀਆਂ ਵਾਲੇ ਤੇ ਇੱਕ ਨਿਊਜ਼ੀਲੈਂਡ ਵਾਲੇ ਜਿਹੜੇ ਹੈਗੇ ਆ, ਉਹਨਾਂ ਨੂੰ ਸੁਣ ਤੋਂ ਮੇਰੀ ਇਹ ਸਾਰੇ ਜਿਹੜੇ ਸ਼ੰਕੇ ਉਹ ਇਹ ਕਲੀਅਰ ਹੋਏ ਗਿਆਨੀ ਜੀ ਕਿ ਰੱਬ ਕਿਤੇ ਵੱਖਰਾ ਨਹੀਂ, ਰੱਬ ਸਾਡੇ ਵਿੱਚ ਆ। ਰੱਬ ਦੇ ਗੁਣਾਂ ਨੂੰ ਚੇਤੇ ਰੱਖਣਾ ਹੀ ਸਭ ਆ। ਇੱਕ ਫੈਮਿਲੀ ਦੇ ਵਿੱਚ ਆਪਣਾ ਚੰਗਾ ਜੀਵਨ ਜੀਣਾ ਹੀ ਇੱਕ ਮਤਲਬ ਰੱਬ ਦਾ ਨਾਮ ਜਪਣਾ ਹੀ ਆ। ਜੇ ਮੈਨੂੰ ਵਾਲਿਆਂ ਦੀ ਜਿਹੜੇ ਵੀਰ ਜੀ ਕਹਿ ਰਹੇ ਨੇ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਜਿਵੇਂ ਕਹਿ ਰਹੇ ਨੇ ਵੀ ਤੇਲ ਵਿੱਚ ਸਾਜਿਆ ਸੀ, ਤੇ ਉਹ ਬਿਲਕੁਲ ਗਲਤ ਆ ਜੀ, ਉਹ ਬਿਲਕੁਲ ਗਲਤ ਆ। ਮੈਂ ਬਿਲਕੁਲ ਨਹੀਂ ਇਹ ਅਸੀਂ ਸੋਚ ਸਕਦੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਇੰਨੇ ਕਰੂਅਲ ਹੋ ਸਕਦੇ ਆ ਕਿ ਉਹ ਲੋਕਾਂ, ਉਹ ਮਤਲਬ ਬੰਦਿਆਂ ਨੂੰ ਜੀਂਦਿਆਂ ਨੂੰ ਕੜਾਹੇ ਦੇ ਵਿੱਚ ਸਿੱਟ ਕੇ ਤਲਣਗੇ। ਬਿਲਕੁਲ ਗਲਤ ਗੱਲ ਆ, ਬਿਲਕੁਲ ਉਹਨਾਂ ਨਾਲ ਗਲਤ ਸਾਖੀ ਜੋੜੀ ਗਈ ਆ ਜੀ। ਧੰਨਵਾਦ ਜੀ। ਬਾਕੀ ਵੀ ਸਾਰੇ ਤੁਸੀਂ ਕਲਾਸ ਦੇ ਵਿੱਚ ਹੈਗੇ ਹੋ, ਕਿਉਂਕਿ ਆਪਾਂ ਨੂੰ 3 ਮਹੀਨੇ ਹੋ ਗਏ ਨੇ ਗੁਰਬਾਣੀ ਨੂੰ ਇੱਕ ਵੱਖਰੇ ਐਂਗਲ ਤੋਂ ਵਿਚਾਰਦੇ ਆ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ, ਹੁਣ ਜਿਵੇਂ ਵੀਰ ਜੀ ਅਰਵਿੰਦਰ ਸਿੰਘ ਜੀ ਤੁਸੀਂ ਅਨਮਿਊਟ ਹੈਗੇ ਹੋ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਮੈਂ ਕੀ ਕਹਾਂਗਾ ਕਿ ਜਿੱਦਾਂ ਪਹਿਲਾਂ ਵੀ ਗੱਲ ਹੋਈ ਆ, ਹੁਣ ਵੀ ਇਹ ਵੀ ਗੱਲ ਜਿਹੜੀ ਆ ਕਿ ਪਹਿਲਾਂ ਤਾਂ ਦੇਖੋ ਕਿ ਕਿਹਾ ਕਿਹਨੇ, ਕੌਣ ਕਹਿੰਦਾ ਏਦਾਂ। ਤੇ ਜੇ ਜਿੱਦਾਂ ਕਹਿੰਦੇ ਨੇ ਪੰਜਾਬ ਕਿ ਜਣਾ ਖਾਣਾ ਜੋ ਮਰਜ਼ੀ ਕਹੀ ਜਾਂਦੇ, ਤੁਸੀਂ ਉਹਦੇ ਪਿੱਛੇ ਲੱਗੀ ਜਾਂਦੇ ਆ। ਕਿਉਂ ਤੁਸੀਂ ਬਲੀਵ ਕਰਦੇ ਹੋ ਉਹਨਾਂ ਨੂੰ? ਪਹਿਲਾਂ ਇਹ ਤਾਂ ਸੋਚੀ ਅਸੀਂ ਕਿ ਕੌਣ ਕਹਿੰਦਾ ਇਹ ਗੱਲ। ਤੇ ਦੂਸਰੀ ਇਹ ਹੈਗੀ ਆ, ਆਪਾਂ ਨੂੰ ਕਿੰਨੀ ਦਫਾ ਗਿਆਨੀ ਜੀ ਨੇ ਦੱਸਿਆ ਕਿ ਇਹ ਸਿਸਟਮ ਆ, ਇੱਕ ਸਿਸਟਮ। ਜੇ ਹੁਣ ਕਹੀਏ ਕਿ ਲੋਕੀ ਕਹਿੰਦੇ ਕਿ ਰੱਬ ਰੂਪ ਹੋ ਗਿਆ, ਪਤਾ ਨਹੀਂ ਕੀ ਕਹਿੰਦੇ, ਜਿਹੜਾ ਕਿ ਚਲੋ ਰੱਬ ਜਾਣ ਕੇ ਏਦਾਂ ਕਰ ਰਿਹਾ ਲੋਕਾਂ ਨਾਲ। ਅਸੀਂ ਆਲਰੇਡੀ ਸਮਝ ਚੁੱਕੇ ਆ ਕਿ ਇਹ ਸਿਸਟਮ ਹੈ। ਸਿਸਟਮ ਨੂੰ ਤੁਸੀਂ ਕਿੱਦਾਂ ਬਲੇਮ ਕਰੋਗੇ? ਸੋ ਇਹ ਰਬਿਸ਼ ਲੱਗਦਾ ਮੈਨੂੰ ਤਾਂ ਸਾਰਾ। ਠੀਕ ਹੈ ਜੀ, ਥੈਂਕ ਯੂ। ਵੀਰ ਤਰਲੋਚਨ ਸਿੰਘ ਜੀ, ਤੁਸੀਂ ਆਪ ਇਹਦੇ ਬਾਰੇ ਕੀ ਸੋਚਦੇ ਹੋ? ਮੇਰਾ ਵੀ ਇਹ ਵਿਚਾਰ ਹੈ ਜੀ, ਮੈਂ ਇਦਾਂ ਨਹੀਂ ਸੋਚ ਸਕਦਾ ਕਿ ਇੱਕ ਗੁਰੂ ਗੋਬਿੰਦ ਸਿੰਘ ਜਿਹੜੀ ਸ਼ਖਸੀਅਤ ਆ, ਜਿਨ੍ਹਾਂ ਨੇ ਸਾਰਿਆਂ ਦੇ ਰੱਬ ਦਾ ਭਲਾ, ਮਤਲਬ ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ, ਉਹ ਕਿਸੇ ਨੂੰ ਇਸ ਗੱਲ ਦੀ ਸਜ਼ਾ ਦੇਣ ਪਈ ਕੁਝ ਪੈਸਿਆਂ ਵਾਸਤੇ, ਜੇ ਉਹ ਕਰਪਟ ਹੋ ਗਿਆ ਤੇ ਉਹਨੂੰ ਸਿਸਟਮ ਦੇ ਵਿੱਚ ਸਮਝਾ ਸਕਦੇ ਆ, ਉਹਨਾਂ ਨੂੰ ਕੜਾਹੇ 'ਚ ਤਲ ਨਹੀਂ ਸਕਦੇ। ਤੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਸ਼ਖਸੀਅਤ ਦੇ ਨਾਲ ਇਹ ਬਹੁਤ ਗਲਤ ਜਾਣੀ ਕਥਾ ਜਾਂ ਕਹਾਣੀ ਜੋੜੀ ਗਈ ਆ। ਔਰ ਰਵਿੰਦਰ ਸਿੰਘ ਜੀ, ਇਹ ਜਿਹੜੀ ਸਟੋਰੀ ਆ ਨਾ ਜੀ, ਇਹ ਕਥਾ ਕਹਿ ਲਓ ਜਾਂ ਕਿੱਦਾਂ, ਇਹ ਸਾਡੇ ਢਾਡੀ ਜਾਂ ਕੀਰਤਨੀਏ ਇਹ ਸਾਨੂੰ ਸੁਣਾਉਂਦੇ ਰਹੇ ਹੁਣ ਤਾਈਂ। ਉਹਨਾਂ ਦੇ ਵਿੱਚੋਂ ਇਹ ਗੱਲ ਆ ਕੇ ਸਾਡੇ ਸਾਹਮਣੇ ਆਈ ਹੈ ਜੀ, ਤੇ ਉਸ ਬੇਸ ਤੇ ਸਾਨੂੰ ਮਤਲਬ ਇਹ ਕੁਐਸਚਨ ਉੱਠਿਆ ਸੀਗਾ। ਹਾਂਜੀ, ਇਹ ਨਾ ਸੂਰਜ ਪ੍ਰਕਾਸ਼ ਵਿੱਚ ਲਿਖਿਆ ਸਾਰਾ। ਹਾਂਜੀ ਬਿਲਕੁਲ। ਸੌਰੀ, ਮੈਂ ਇਹ ਗੱਲ ਦੇਖੋ ਜਿਹੜੀ ਗੱਲ ਸੀ ਜੋ ਮੈਨੂੰ ਸਮਝ ਆਉਂਦੀ ਹੈ, ਦੇਖੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀ ਔਰ ਪੀੜਾ ਸਿਸਟਮ ਤੋਰਿਆ ਸੀ। 22 ਮੰਜੀਆਂ ਤੇ 52 ਪੀੜੇ। ਮੰਜੀਆਂ ਦਾ ਮਤਲਬ ਅਸੀਂ ਅੱਜ ਦੀ ਲੈਂਗੁਏਜ ਵਿੱਚ ਸਮਝ ਸਕਦੇ ਹਾਂ ਤੇ ਸਿੱਖੀ ਨੂੰ 22 ਸਰਕਲ ਵਿੱਚ ਵੰਡ ਦਿੱਤਾ ਸੀ, 22 ਸਰਕਲ। ਔਰ ਜਿਹਨੂੰ ਅਸੀਂ ਮੰਜੇ ਕਹਿੰਦੇ ਹਾਂ, ਤੇ ਪੀੜ੍ਹੀਆਂ ਦਾ ਮਤਲਬ ਸੀ ਸਬ ਸਰਕਲ। ਤੇ ਪਹਿਲੀ ਵਾਰੀ ਹੋਇਆ ਸੀ ਦੁਨੀਆ ਦੇ ਵਿੱਚ ਕਿ ਜਦੋਂ ਬੀਬੀਆਂ ਨੂੰ ਵੀ ਮਤਲਬ ਪ੍ਰਚਾਰਕ ਖੇਤਰ ਦੇ ਵਿੱਚ ਅਗਵਾਈ ਦਿੱਤੀ ਗਈ, ਤੇ ਉਹ ਸਬ ਸਰਕਲ ਦੀਆਂ ਜਿਹੜੀਆਂ ਇੰਚਾਰਜ ਸੀ ਉਹ ਬੀਬੀਆਂ ਹੁੰਦੀਆਂ ਸੀ। ਜਦੋਂ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਹੋਰ ਬਹੁਤ ਜ਼ਿਆਦਾ ਵੱਧ ਗਈ, ਤਾਂ ਫਿਰ 22 ਮੰਜੇ ਔਰ 52 ਪੀੜ੍ਹੀਆਂ ਦੇ ਨਾਲ ਕੰਮ ਨਹੀਂ ਸੀ ਚੱਲਦਾ।
ਤਾਂ ਗੁਰੂ ਰਾਮਦਾਸ ਜੀ ਨੇ ਫਿਰ ਮਸੰਦ ਸਿਸਟਮ ਤੋੜਿਆ ਸੀ। ਮਸੰਦ ਸ਼ਬਦ ਬਣਿਆ ਮਸਨਦ ਤੋਂ। ਬੜੇ ਉੱਚੇ ਸੁੱਚੇ ਜੀਵਨ ਵਾਲੇ ਸਨ ਇਹ ਪ੍ਰਚਾਰਕ, ਬੜੇ ਵਿਦਵਾਨ ਸਨ ਔਰ ਉੱਚੇ ਸੁੱਚੇ ਜੀਵਨ ਵਾਲੇ ਸਨ। ਇਹਨਾਂ ਦਾ ਕੰਮ ਸੀ ਸਿੱਖੀ ਦਾ ਪ੍ਰਚਾਰ ਕਰਨਾ ਇਲਾਕੇ ਵਿੱਚ। ਜਿਹੜੇ ਜਿਹੜੇ ਇਲਾਕੇ ਦੇ ਬੰਦੇ ਇਹ ਹੁੰਦੇ ਸਨ, ਤੇ ਉਸ ਇਲਾਕੇ ਦੇ ਵਿੱਚੋਂ ਸੰਗਤਾਂ ਤੋਂ ਦਸਵੰਧ ਦੀ ਭੇਟਾ ਲੈ ਕੇ ਤੇ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸਨ, ਤੇ ਉਹਦਾ ਪੂਰੇ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। 10ਵੇਂ ਪਾਤਸ਼ਾਹ ਤੱਕ ਜਾ ਕੇ ਇਹ ਜਿਹੜੇ ਮਸੰਦ ਨੇ ਇਹ ਕਰਪਟ ਹੋ ਗਏ ਸਨ। ਕੁਛ ਤਾਂ ਪ੍ਰਿਥੀ ਬਾਬੇ ਪ੍ਰਿਥੀ ਦੇ ਸਮੇਂ ਹੀ ਗੜਬੜ ਹੋ ਗਈ ਸੀ ਕਿ ਉਹਨਾਂ ਨੇ ਮਸੰਦਾਂ ਨੂੰ ਆਪਣੇ ਨਾਲ ਲਾ ਲਿਆ ਤੇ ਮਸੰਦਾਂ ਤੋਂ ਕਾਰ ਭੇਟਾ ਆਪ ਲੈਣੀ ਸ਼ੁਰੂ ਕਰ ਦਿੱਤੀ ਤੇ ਲੰਗਰ ਪ੍ਰਸ਼ਾਦਾ ਛਕਣ ਲਈ ਗੁਰੂ ਅਰਜਨ ਦੇਵ ਜੀ ਕੋਲ ਭੇਜਣਾ ਸ਼ੁਰੂ ਕਰਤਾ, ਜਿਹਦੇ ਬਾਰੇ ਇਤਿਹਾਸ ਦੇ ਵਿੱਚ ਆਪ ਜੀ ਨੇ ਕਾਫੀ ਕੁਛ ਪੜ੍ਹਿਆ। ਤੇ ਬਾਅਦ ਦੇ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਮਝਾਇਆ ਤੇ ਕੁਛ ਮਸੰਦ ਜਿਹੜੇ ਸਨ ਬਾਬੇ ਪ੍ਰਿਥੀ ਦੇ ਨਾਲ ਰਲ ਵੀ ਗਏ ਸਨ। ਅੱਗੇ ਚੱਲ ਕੇ ਇਹ ਬਹੁਤ ਸਾਰੇ ਮਸੰਦ ਜਿਹੜੇ ਨੇ ਰਾਮ ਰਾਏ ਦੇ ਨਾਲ ਰਲ ਗਏ ਔਰ ਰਾਮ ਰਾਏ ਨੂੰ ਇਹਨਾਂ ਨੇ ਆਪਣਾ ਰਾਮ ਰਾਏ ਦੇ ਨਾਲ ਇਹਨਾਂ ਦਾ ਸੰਬੰਧ ਬਣ ਗਿਆ। ਔਰ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਬਹੁਤ ਸਾਰੇ ਜਿਹੜੇ ਮਸੰਦ ਨੇ ਕਰਪਟ ਹੋ ਗਏ ਸਨ। ਸਾਰੇ ਨਹੀਂ ਸਨ ਹੋਏ, ਕੁਛ ਲੋਕ ਜਿਹੜੇ ਸ਼ਰਾਬ ਵੀ ਪੀਣ ਲੱਗ ਗਏ ਸਨ ਜਾਂ ਵਿਚਾਰੀ ਹੋ ਗਏ ਜਾਂ ਪੈਸੇ ਆਪਣੇ ਹਿੱਤਾਂ ਵਾਸਤੇ ਵਰਤਣ ਲੱਗ ਗਏ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਉਹਨਾਂ ਨੂੰ ਲੋਕ ਸਜ਼ਾਵਾਂ ਦਿੱਤੀਆਂ, ਉਹਨਾਂ ਨੂੰ ਉਹ ਸਿਸਟਮ ਬੰਦ ਕਰ ਦਿੱਤਾ, ਮਸੰਦ ਸਿਸਟਮ ਬੰਦ ਕਰਤਾ। ਔਰ ਗੁਰੂ ਜੀ ਨੇ ਡਾਇਰੈਕਟ ਸਿੱਖਾਂ ਨੂੰ ਹੁਕਮ ਕੀਤਾ ਕਿ ਆਪ ਆਣ ਕੇ ਜਿਹੜੀ ਆਪਣੀ ਭੇਟਾ ਦੇਣੀ ਆਪਣੇ ਡਾਇਰੈਕਟ ਗੁਰੂ ਦੇ ਨਾਲ ਉਹਨਾਂ ਨੇ ਸੰਬੰਧ ਬਣਾਤਾ। ਇਹ ਸਿਸਟਮ ਜਿਹੜਾ ਸੀ ਗੁਰੂ ਜੀ ਨੇ ਸਦਾ ਵਾਸਤੇ ਬੰਦ ਕਰ ਦਿੱਤਾ, ਮਸੰਦ ਸਿਸਟਮ ਐਵੇਂ ਸੀ। ਠੀਕ ਹੈ ਜੀ, ਥੈਂਕ ਯੂ ਜੀ। ਤੇ ਸਾਡੇ ਨਾਲ 2-3 ਜਣੇ ਹੋਰ ਜੁੜੇ ਆ ਜੀ, ਮੈਂ ਇਕੱਲੇ ਕੋਲ ਆਉਂਦਾ ਜੀ। ਪਹਿਲਾਂ ਕੁਲਦੀਪ ਕੌਰ ਜੀ, ਤੁਸੀਂ ਵੀ ਕੁਝ ਕਹਿਣਾ? ਹਾਂ, ਇੱਕ ਸੈਕਿੰਡ ਮੈਂ ਪੁੱਛਣਾ ਸੀ ਗਿਆਨੀ ਜੀ, ਤੁਸੀਂ ਕੀ ਕਿਹਾ ਮਸੰਦ ਸ਼ਬਦ ਕਿਹਦੇ ਤੋਂ ਆਇਆ? ਮਸਨਦ। ਮਸਨਦ? ਹਾਂਜੀ, ਫਾਰਸੀ ਦਾ ਸ਼ਬਦ ਹੈ, ਉੱਚੇ ਸੁੱਚੇ ਜੀਵਨ ਵਾਲਾ ਹੁੰਦਾ ਹੈ। ਮਸਨਦ, ਮਸਨਦ। ਅੱਛਾ ਠੀਕ, ਥੈਂਕ ਯੂ। ਮਸਨਦ। ਅੱਛਾ ਜੀ, ਸਾਡੇ ਨਾਲ ਜਗਜੀਤ ਕੌਰ ਭੈਣ ਤੇ ਉਹਦੇ ਬਾਅਦ ਜਸਵਿੰਦਰ ਸਿੰਘ ਜੀ। ਹਾਂਜੀ ਜਗਜੀਤ ਕੌਰ ਜੀ। ਹਾਂਜੀ, ਨਹੀਂ ਮੈਂ ਭੈਣ ਜੀ ਦਵਿੰਦਰ ਕੌਰ ਨੂੰ ਜਵਾਬ ਦੇਣਾ ਚਾਹ ਰਹੀ ਹਾਂ। ਮੇਰਾ ਇਹ ਮਤਲਬ ਮੈਂ ਡਾਇਰੈਕਟਲੀ ਪਰਮਾਤਮਾ ਨੂੰ ਬਲੇਮ ਨਹੀਂ ਕਰ ਰਹੀ ਹਾਂ। ਮੇਰਾ ਇਹ ਹੈਗਾ ਵੇ ਕਿ ਜਦੋਂ ਵੀ ਦੇਖੋ ਤੁਸੀਂ ਐਗਜ਼ਾਮਪਲ ਲੋ, ਘਰ ਵਿੱਚ ਵੀ 2 ਬੱਚੇ ਨੇ, ਇੱਕ ਬੱਚਾ ਕੁਝ ਗਲਤ ਕੰਮ ਕਰਦਾ ਤੇ ਮਾਪਿਓ ਸਮਝਾਉਂਦਾ ਹੈ, ਤੇ ਇਹ ਮਤਲਬ ਰੱਬ ਤੇ ਸਾਰਿਆਂ ਦਾ ਹੀ ਮਾਪਿਓ ਹੈਗਾ। ਉਹਨਾਂ ਅਸੀਂ ਜਦੋਂ ਕਿਸੇ ਦਾ ਕਿਸੇ ਦਾ ਸੁਣਦੇ ਹਾਂ ਕਿ ਵੀ ਕਿਸੇ ਨੂੰ ਕੋਈ ਤਕਲੀਫ ਹੋ ਗਈ, ਕਿਸੇ ਨਾਲ ਕੁਝ ਹੋ ਗਿਆ, ਅਸੀਂ ਕਹਿੰਦੇ ਹਾਂ ਭੈੜੇ ਕਰਮਾਂ ਦਾ ਫਲ ਹੈ। ਅੱਛਾ, ਉਹ ਵੀ ਸਾਰਾ ਸਿਸਟਮ ਵਿੱਚ ਹੀ ਹੈ ਨਾ। ਫਿਰ ਪਰਮਾਤਮਾ ਨੇ ਇਸੇ ਕਰਕੇ 2 ਪੱਖ ਰੱਖੇ ਹੋਏ, ਠੰਡਾ ਗਰਮ, ਚੰਗਾ ਮੰਦਾ, ਸੁੱਖ ਦੁੱਖ ਸਭ। ਤੇ ਇਹ ਇਸ ਦਾ ਉਹਨਾਂ ਦਾ ਇਹ ਵੀ ਸਿਸਟਮ ਹੈਗਾ ਕਿ ਤੁਸੀਂ ਚੰਗੇ ਕਰਮ ਕਰੋਗੇ। ਕਈ ਦੁਨੀਆ 'ਚ ਕਿਤਨੇ ਬੰਦੇ ਹੈਗੇ ਜਿਨ੍ਹਾਂ ਨੂੰ ਦੇਖੋ, ਤੁਸੀਂ ਇੱਕ ਬਜ਼ੁਰਗ ਦਾ ਹੀ ਐਗਜ਼ਾਮਪਲ ਲੈ ਲਓ। ਕਈ ਬਜ਼ੁਰਗ ਵਿਚਾਰੇ ਅੱਡੀਆਂ ਰਗੜਦੇ ਕਿ ਅਸੀਂ ਚਲੇ ਜਾਈਏ, ਉਹਨਾਂ ਨੂੰ ਇਤਨਾ ਸਰੀਰਕ ਤਕਲੀਫ ਹੁੰਦੀ ਹੈ, ਤੇ ਕਈ ਬਜ਼ੁਰਗ ਹੈਲਦੀ ਵੀ ਹੁੰਦੇ ਨੇ। ਇਹ ਸਭ ਹੈ, ਇਹ ਵੀ ਤੇ ਸਿਸਟਮ ਵਿੱਚ ਹੀ ਹੈ ਨਾ। ਉਹਨਾਂ ਨੇ, ਅਸੀਂ ਕਹਿੰਦੇ ਹਾਂ ਵੀ ਚੰਗੇ ਕਰਮ ਕੀਤੇ ਹੋਣੇ, ਤਾਂ ਹੀ ਕਰਕੇ ਉਹਨਾਂ ਨੂੰ ਰੱਬ ਨੇ ਕੋਈ ਦੁੱਖ ਤਕਲੀਫ ਨਹੀਂ ਦਿੱਤੀ। ਪਰ ਉਹ ਹੈਲਦੀ ਰਹਿੰਦੇ ਆ, ਸੁਖੀ ਰਹਿੰਦੇ ਆ ਵੀ, ਔਰ ਪਰਮਾਤਮਾ ਨੂੰ ਯਾਦ ਕਰਦੇ ਹੋਣਗੇ ਜ਼ਰੂਰ। ਅੱਛਾ, ਮਤਲਬ ਜਿਨ੍ਹਾਂ ਨੂੰ ਦੁੱਖ ਮਿਲਿਆ ਹੋਇਆ ਭੈਣ ਜੀ, ਇਹਦਾ ਮਤਲਬ ਉਹ ਰੱਬ ਨੂੰ ਨਹੀਂ ਯਾਦ ਕਰਦੇ ਤਾਂ ਦੁੱਖ ਮਿਲਿਆ? ਹਾਂਜੀ, ਇਹ ਉਹਨਾਂ ਦੇ ਕਰਮਾਂ ਦਾ ਫਲ ਜ਼ਰੂਰ ਹੈ। ਮੈਂ ਤੁਹਾਨੂੰ ਇੱਕ ਕੁਐਸਚਨ ਨਹੀਂ ਹੈਗੀ। ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦੀ ਹਾਂ, ਮੈਂ ਸੋ ਸੌਰੀ। ਨਾ ਕੋਈ ਗੱਲ ਨਹੀਂ ਭੈਣ ਜੀ, ਦਿਸ ਇਜ਼ ਗੁੱਡ, ਯੂ ਨੋ ਵੀ ਹੈਵ ਅ ਗੁੱਡ ਟੌਪਿਕ ਟੂ ਡਿਸਕਸ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਇੰਨੀ ਤਕਲੀਫ ਮਿਲੀ, ਗੁਰੂ ਅਰਜਨ ਦੇਵ ਜੀ ਨੂੰ ਇੰਨਾ ਤੱਤੀ ਤਵੀ ਤੇ ਬਿਠਾਇਆ ਗਿਆ, ਠੀਕ ਹੈ ਜੀ, ਉਹ ਉਹਨਾਂ ਦੇ ਮਾੜੇ ਕਰਮ ਸੀ ਜੀ? ਨਹੀਂ, ਕਰਮ ਨਹੀਂ ਸੀ, ਪਰ ਉਹਨਾਂ ਨੇ ਦੱਸਣਾ ਚਾਹਿਆ ਕਿ ਵੀ ਦੇਖੋ, ਜੇ ਉਹਨਾਂ ਦੇ ਇੱਕ ਬੰਦੇ ਦਾ ਆਪਣੇ ਨਾਲ ਐਗਜ਼ਾਮਪਲ ਲਿਆ ਕਿ ਵੀ ਮੇਰੇ ਇਕੱਲੇ ਨਾਲ ਇਤਨੇ ਲੋਕਾਂ ਦੀ ਭਲਾਈ ਹੈਗੀ ਹੈ, ਤੇ ਮੈਂ ਉਹਨਾਂ ਨੇ ਤੇ ਪਾਣਾ ਮੰਨਣਾ ਹੀ ਸੀ। ਉਹਨਾਂ ਨੇ ਤਾਂ ਆਪ ਕਿਹਾ ਪਾਣਾ ਨਹੀਂ ਭੈਣ ਜੀ, ਉਹਨਾਂ ਉਸ ਵੇਲੇ ਦੀ ਗਵਰਨਮੈਂਟ ਨੇ। ਅਸੀਂ ਆਪਣੀ ਤੁਲਨਾ ਗੁਰੂਆਂ ਨਾਲ ਨਹੀਂ ਕਰ ਸਕਦੇ ਨਾ, ਇਹ ਚੱਕਰ ਹੈ। ਸਿਸਟਮ ਕਰਪਟ ਸੀ, ਸਿਸਟਮ ਕਰਪਟ ਸੀ, ਤੇ ਹੈ ਹੀ ਹੈ, ਸਿਸਟਮ ਕਰਪਟ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਕੋਈ ਮਾੜਾ ਕਰਮ ਨਹੀਂ ਕੀਤਾ, ਗੁਰੂ ਤੇਗ ਬਹਾਦਰ ਜੀ ਨੇ ਕੋਈ ਮਾੜਾ ਕਰਮ ਦੀ ਇਹਨਾਂ ਨੂੰ ਸੀਸ ਦੇਣਾ ਪਿਆ। ਇਹ ਸਾਡੀ ਜਿਹੜੀ ਮਨੌਤ ਅਸੀਂ ਮੰਨ ਰਹੇ ਹਾਂ ਨਾ ਕਰਮਾਂ ਦਾ, ਮੇਰੇ ਖਿਆਲ ਦੇ ਵਿੱਚ ਮੈਨੂੰ ਜੋ ਭਾਈ ਸਾਹਿਬ ਦੀ ਵਿਚਾਰ ਤੋਂ ਸਮਝ ਆਈ ਆ ਕਿ ਕੋਈ ਕਰਮ ਨਹੀਂ ਹੈਗਾ ਜਿੱਥੇ ਵੀ ਕਿਤੇ। ਜਿੱਦਾਂ ਇਹਨਾਂ ਨੇ ਇੱਕ ਐਗਜ਼ਾਮਪਲ ਹੀ ਇੱਕ ਦਿਨ ਦਿੱਤੀ ਸੀਗੀ, ਭਾਈ ਭੋਗਲ ਉਹ ਹੈਗੇ ਜਿਹੜੇ, ਉਹਨਾਂ ਨੇ ਪੁੱਛਿਆ ਸੀ, ਭੋਗਲ ਸਾਹਿਬ ਨੇ, ਇੱਕ ਬੰਦਾ 2 ਕਾਰਾਂ ਚਲਾਉਂਦੇ ਆਉਂਦੇ ਆ ਤੇ ਰਸਤੇ ਦੇ ਵਿੱਚ ਟ੍ਰੈਫਿਕ ਦੇ ਨਾਲ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਆ, ਤੇ ਉਹ ਕਹਿੰਦਾ ਕਿ ਭਾਈ ਸਾਹਿਬ ਕਹਿੰਦੇ ਸੀਗੇ ਕਿ ਮੈਂ ਤਾਂ ਕਾਰ ਠੀਕ ਚਲਾਉਂਦਾ ਸੀ, ਉਹ ਚਲਾ ਰਿਹਾ ਹਾਂ, ਦੂਸਰੇ ਪਾਸੇ ਆ ਕੇ ਕੋਈ ਮਾਰ ਜਾਵੇ ਮੇਰੇ ਵਿੱਚ ਤੇ ਮੇਰਾ ਨੁਕਸਾਨ ਹੋ ਜਾਵੇ, ਇਹ ਵੀ ਮੇਰੇ ਮਾੜੇ ਕਰਮਾਂ ਦਾ ਫਲ ਹੋਇਆ, ਹਨਾ। ਤੇ ਉਹਨਾਂ ਨੇ ਭਾਈ ਜੀ ਹੁਣਾਂ ਨੇ ਇਹ ਸਮਝਾਇਆ ਸੀ, ਭਾਈ ਮੋਹਰ ਸਿੰਘ ਹੁਣੀ,
ਕਿ ਤੁਸੀਂ ਸਿਸਟਮ ਨੂੰ ਫੋਲੋ ਕੀਤਾ, ਪਰ ਜਿਹੜਾ ਆਪੋਜ਼ਿਟ ਬੰਦਾ ਆ ਰਿਹਾ ਸੀ ਉਹਨੇ ਸਿਸਟਮ ਨੂੰ ਫੋਲੋ ਨਹੀਂ ਕੀਤਾ, ਉਹਨੇ ਸਿਸਟਮ ਨੂੰ ਗਲਤ ਯੂਜ਼ ਕੀਤਾ ਕਰਕੇ ਐਕਸੀਡੈਂਟ ਹੋਇਆ। ਉਹਦੇ ਵਿੱਚ ਨੁਕਸਾਨ ਜਿਹਦਾ ਮਰਜ਼ੀ ਹੋਵੇ, ਠੀਕ ਆ ਨਾ, ਸਿਸਟਮ ਦੀ ਗਲਤੀ ਹੋਈ ਆ। ਇਹ ਚੀਜ਼ ਆ ਜਿਹੜਾ ਅੱਜ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਅੱਗ ਦੀ ਗੱਲ ਕਰ ਰਹੇ ਹੋ, ਉਹ ਮੇਰੇ ਖਿਆਲ ਦੇ ਵਿੱਚ ਇਹ ਆ ਕਿ ਉੱਥੇ ਡੈਫੀਨੇਟਲੀ ਇੰਨੀ ਗਰਮੀ ਆ ਕਿ ਇੰਨਾ ਜੰਗਲ ਸੁੱਕ ਗਿਆ ਆ ਕਿ ਕਿਸੇ ਚੀਜ਼ ਤੋਂ, ਕਈ ਵਾਰੀ ਸ਼ੀਸ਼ਾ ਹੁੰਦਾ ਆ ਉਹਦੇ ਤੋਂ ਉਹ ਜਿਹੜੀ ਅੱਗ ਆ ਉਹ ਲੱਗ ਜਾਂਦੀ ਆ, ਹਨਾ, ਸੂਰਜ ਦੀ ਗਰਮੀ ਕਰਕੇ ਜਾਂ ਕਿੱਦਾਂ ਕੋਈ ਸਿਸਟਮ ਦੇ ਵਿੱਚ, ਕਿਉਂਕਿ ਕੁਦਰਤ ਦਾ ਕਾਨੂੰਨ ਹੈਗਾ ਕਿ ਜੇ ਉਹਦਾ ਟੈਂਪਰੇਚਰ ਇੰਨਾ ਵੱਧ ਗਿਆ ਉਸ ਪੁਆਇੰਟ ਦਾ ਕਿ ਉੱਥੇ ਅੱਗ ਲੱਗ ਸਕਦੀ ਆ ਸੂਰਜ ਦੀ ਗਰਮੀ ਦੇ ਨਾਲ, ਤਾਂ ਉਹ ਲੱਗ ਗਈ। ਪਰ ਇਹਦੇ ਵਿੱਚ ਕੋਈ ਪ੍ਰਮਾਤਮਾ ਉਹਨਾਂ ਜੀਵਾਂ ਨੂੰ ਜਾਂ ਸਿਸਟਮ ਨੂੰ ਮਤਲਬ ਇਹ ਨਹੀਂ ਦੇ ਰਿਹਾ, ਸਜ਼ਾ ਦੇ ਰਿਹਾ ਸਾਨੂੰ, ਹਨਾ। ਇਹ ਜਿਹੜੀ ਸਾਡੀ ਮਨੌਤ ਆ, ਮੇਰੇ ਖਿਆਲ ਦੇ ਵਿੱਚ ਸਾਨੂੰ ਇੰਨੇ ਹੁਣ 3-4 ਮਹੀਨੇ ਹੋ ਗਏ, ਜ਼ਰੂਰ ਚੇਂਜ ਹੋਣੀ ਚਾਹੀਦੀ ਆ ਸਾਡੀ ਜਿਹੜੀ ਮਨੌਤ ਆ ਜੀ। ਹਾਂਜੀ, ਮੇਰਾ ਇੰਨਾ ਹੀ ਕਹਿਣਾ ਆ। ਥੈਂਕ ਯੂ। ਬਿਲਕੁਲ ਠੀਕ ਕਿਹਾ, ਕਿਉਂਕਿ ਸਾਨੂੰ ਆਦਤ ਪਈ ਹੋਈ ਆ ਪਹਿਲੀ, ਜੋ ਸੁਣਦੇ ਆਏ ਆ ਉਹੀ ਕਹੀ ਜਾਣਾ ਜੀ। ਸ਼ਾਇਦ ਸਾਨੂੰ ਕੋਈ ਸਾਡੇ ਕਰਮਾਂ ਦਾ ਕੋਈ ਇੱਕ ਫਲ ਆ, ਪਰ ਇਹ ਕਰਮਾਂ ਦਾ ਫਲ ਨਹੀਂ ਹੈਗਾ। ਦਵਿੰਦਰ ਨੇ ਠੀਕ ਐਕਸਪਲੇਨ ਕੀਤਾ। ਦੇਖੋ, ਇਹ ਜਿਹੜੀ ਕਰਮਾਂ ਦਾ ਤਾਂ ਸਾਨੂੰ ਕਲੀਅਰ ਹੋ ਹੀ ਗਿਆ ਹੈ ਵੈਸੇ, ਕਿ ਕੋਈ ਇੱਦਾਂ ਦਾ ਕਰਮਾਂ ਦਾ ਕੋਈ ਨਹੀਂ ਹੈਗਾ। ਜਿਹੜੀ ਅਗਲੇ ਪਿਛਲੇ ਕਰਮ ਜਾਂ ਗਾਹਾਂ ਜਿਹੜੇ ਹੋਣੇ ਆ ਉਹਨਾਂ ਵਾਸਤੇ ਇੱਦਾਂ ਨਹੀਂ ਹੈ ਕਿ ਜਿਹੜੇ ਹੁਣ ਕਰ ਰਹੇ ਆ, ਜਿਹੜੇ ਕੱਲ ਕੀਤੇ ਆ ਉਹ ਪਿਛਲੇ ਕਰਮਾਂ 'ਚ ਆ ਗਏ ਆ। ਉਹਨੂੰ ਹੋ ਸਕਦਾ ਉਹ ਸਿਸਟਮ ਜੇ ਅਸੀਂ ਗਲਤ ਯੂਜ਼ ਕੀਤਾ ਤਾਂ ਉਹਦੀ ਸਾਨੂੰ ਕਹਿ ਲਓ ਸਜ਼ਾ ਤਾਂ ਮਿਲਣੀ ਆ। ਸਜ਼ਾ ਤਾਂ ਮਿਲਣ ਤੋਂ ਮਤਲਬ ਜੇ ਅਸੀਂ ਗਲਤ ਕੰਮ ਕਰਦੇ ਉਹਦਾ ਜੋ ਵੀ ਨਤੀਜਾ ਹੋਊਗਾ ਉਹ ਤਾਂ ਸਾਨੂੰ ਭੁਗਤਣਾ ਪੈਣਾ। ਪਰ ਇਹ ਨਹੀਂ ਹੈਗਾ ਵੀ ਪਿਛਲਾ ਜਿਹੜਾ ਜਨਮ ਸੀਗਾ ਜਿਹਦੇ ਬਾਰੇ ਸਾਨੂੰ ਪਤਾ ਹੀ ਕੋਈ ਨਹੀਂ, ਉਹਦੇ ਸਾਨੂੰ ਜਿੱਦਾਂ ਦੱਸਿਆ ਗਿਆ ਵੀ ਉਹਦੀ ਸਜ਼ਾ ਤੁਸੀਂ ਇਸ ਜਨਮ 'ਚ ਭੁਗਤ ਰਹੇ ਆ, ਤੇ ਇਸ ਜਨਮਾਂ ਦੀ ਜਿਹੜੀ ਮੁੱਕਦੀ ਜਿਹੜੀ ਨਹੀਂ ਭੁਗਤ ਸਕੇ ਉਹ ਤੁਹਾਨੂੰ ਅਗਲੇ ਜਨਮ ਦੇ ਵਿੱਚ ਭੁਗਤਣੀ ਪੈਣੀ ਆ। ਇੱਦਾਂ ਦਾ ਕੋਈ ਕਰਮ ਨਹੀਂ ਹੈਗਾ ਜੀ। ਆਪਾਂ ਨੂੰ ਬਹੁਤ ਐਕਸਪਲੇਨ ਕਰ ਦਿੱਤਾ ਗਿਆ ਇਸ ਬਾਰੇ। ਦੂਸਰੀ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਕਿ ਜਿੱਥੋਂ ਤੇ ਅੱਗ ਲੱਗਣ ਦਾ ਕੰਸਰਨ ਆ ਨਾ, ਥੋੜਾ ਜਿਹਾ ਤੁਸੀਂ ਆਪਣੇ YouTube ਤੇ ਵੀ ਆਪਣੀਆਂ ਫਿਲਮਾਂ ਪਈਆਂ ਆ ਜੀ, ਜਿਹਦੇ ਵਿੱਚ ਉਹ ਦੱਸਿਆ ਇਹ ਜਾਂਦਾ ਹੈ ਕਿ ਧਰਤੀ ਦੀ ਜਿਹੜੀ ਸਤ੍ਹਾ ਆ ਨਾ, ਜਿਹੜੀ ਅੰਦਰਲਾ ਪਾਸਾ, ਜਿੰਨੀ ਧਰਤੀ ਦੀ ਮੋਟਾਈ, ਜੋ ਕੁਛ ਇਹਦੇ ਵਿੱਚ ਪਿਆ ਆ, ਇਹਦੀ ਤੁਸੀਂ ਓਰੀਜਨੇਟਡ ਜਿਹੜੀ ਜਦੋਂ ਓਰੀਜਨਲੀ ਇਹ ਜਦੋਂ ਹੋਈ ਆ, ਧਰਤੀ ਹੋਂਦ ਵਿੱਚ ਜਦੋਂ ਆਈ ਆ, ਇੱਕ ਅੱਗ ਦਾ ਗੋਲਾ ਸੀ, ਇੱਦਾਂ ਕਿਹਾ ਜਾਂਦਾ। ਜੇ ਅੱਗ ਦਾ ਗੋਲਾ ਸੀਗਾ ਤਾਂ ਹੁਣ ਕਿਤੇ ਕਿਤੇ ਜਿਹਦੇ ਲਾਵੇ ਉੱਠਦੇ ਆ ਉਹ ਉਸ ਅੱਗ ਦਾ ਹੀ ਰੂਪ ਆ। ਔਰ ਇਸ ਅੱਗ ਨੂੰ ਠੰਡੀ ਹੋਣ ਵਾਸਤੇ ਕਿੰਨੇ ਮਿਲੀਅਨਸ ਆਫ ਈਅਰਸ ਲੱਗੇ। ਹਾਂਜੀ, ਇਹ ਤੁਸੀਂ YouTube ਤੋਂ ਕੋਈ ਏਦਾਂ ਅਰਥ ਦੇ ਬਾਰੇ ਜੇ ਤੁਸੀਂ ਕਰੋਗੇ ਨਾ, 1.5 ਘੰਟੇ ਦੀ ਸੀਗੀ ਇੱਕ ਫਿਲਮ, ਉਹਦੇ ਵਿੱਚ ਜਦੋਂ ਉਹ ਇਹਦੀ ਹੋਂਦ ਦੇ ਵਿੱਚ ਆਈ ਆ, ਉਤੋਂ ਲੈ ਕੇ ਹੁਣ ਤੱਕ ਮਤਲਬ ਜੀਵ ਜੰਤੂ ਆਉਣ ਤੱਕ ਉਹ ਜਿੰਨੀਆਂ ਵੀ ਚੇਂਜਸ ਆਈਆਂ ਆ, ਔਰ ਉਹਨਾਂ ਨੇ ਪੂਰੀ ਤਰ੍ਹਾਂ ਇਹ ਦਿਖਾ ਲਈਆਂ ਵੀ ਕਿੱਦਾਂ ਇਹ ਅੱਗ ਦਾ ਗੋਲਾ ਸੀਗਾ, ਕਿੱਦਾਂ ਇਹ ਠੰਡੀ ਹੋਈ, ਫਿਰ ਕਿੱਦਾਂ ਪਾਣੀ ਦੀ ਹੋਂਦ ਆਈ, ਕਿੱਦਾਂ ਮਤਲਬ ਆਕਸੀਜਨ ਪੈਦਾ ਹੋਈ, ਮਤਲਬ ਸਾਰਾ ਕੁਝ A to Z ਉਹਦੇ ਵਿੱਚ ਦੱਸਿਆ ਆ। ਤੇ ਜੇ ਅੱਜ ਫਰਜ਼ ਕੀਤਾ ਅੱਗ ਲੱਗਦੀ ਆ, ਫਰਜ਼ ਕੀਤਾ ਜਦੋਂ ਕੋਈ ਲਾਵਾ ਉੱਠਦਾ ਆ ਅੰਦਰੋਂ, ਉਹ ਹੁਣ ਕਿਸੇ ਦੇ ਕਰਮਾਂ ਕਰਕੇ ਥੋੜ੍ਹਾ ਉੱਠਦਾ ਆ, ਉਹ ਤਾਂ ਲਾਵਾ ਉੱਠਦਾ ਕਿਉਂਕਿ ਧਰਤੀ ਦਾ ਕੋਈ ਨਿਯਮ ਹੈਗਾ, ਉਹਦੇ ਵਿੱਚ ਅੱਗ ਹੈਗੀ ਆ। ਜਦੋਂ ਉਹ ਜਾਤੀ ਹੁੰਦੀ ਆ ਤਾਂ ਉਹ ਪਾਣੀ ਦੇ ਵਿੱਚ, ਸਮੁੰਦਰ ਦੇ ਵਿੱਚੋਂ ਵੀ ਅੱਗ ਦੇ ਕਹਿ ਲਓ ਨਾਲਾਂ ਨਿਕਲਦੀਆਂ ਬਾਹਰ ਨੂੰ, ਆਪਾਂ ਦੇਖੇ ਫੁਆਰੇ ਨਿਕਲਦੇ। ਹਾਂਜੀ, ਸੋ ਇਹ ਸਿਸਟਮ ਆ ਜੀ, ਇੱਕ ਜਿੱਦਾਂ ਕਹਿੰਦੇ ਹੁੰਦੇ ਜੋ ਕੁਛ ਪਾਇਆ ਸੀ ਇੱਕਾ ਵਾਰ, ਉਹ ਸਿਸਟਮ ਬਣ ਗਿਆ ਆ। ਉਹਦੇ ਵਿੱਚ ਟਾਈਮ ਟੂ ਟਾਈਮ ਜਿੱਦਾਂ ਕੋਈ ਝਟਕੇ ਲੱਗਦੇ ਆ, ਕਈ ਵਾਰੀ ਅਰਥਕੁਏਕ ਆ ਜਾਂਦੇ ਆ, ਜਾਂ ਕੋਈ ਲਾਵੇ ਨਿਕਲਦੇ ਆ, ਜਾਂ ਗਰਮੀ ਜ਼ਿਆਦਾ, ਜਾਂ ਅੱਗ ਲੱਗ ਜਾਂਦੀ ਆ, ਇਹ ਉਸ ਸਿਸਟਮ ਦੇ ਤਹਿਤ ਨਿਕਲਦੀ ਆ। ਪਰ ਸਾਨੂੰ ਅਨਫੋਰਚੂਨੇਟਲੀ ਇੱਕ ਕਰਮਾਂ ਦੇ ਚੱਕਰ 'ਚ ਪਾ ਕੇ ਨਾ ਪਹਿਲਾਂ ਸਾਨੂੰ ਇੱਧਰ ਨੂੰ ਘੁਮਾਇਆ ਜਾਂਦਾ ਸੀਗਾ, ਪਰ ਅਸੀਂ ਫਿਰ ਵੀ ਲੱਕੀ ਆ ਵੀ ਸਾਨੂੰ ਹੁਣ ਥੋੜ੍ਹੀ ਜਿਹੀ ਸਮਝ ਆਉਣ ਲੱਗ ਪਈ ਆ ਵੀ ਇਹ ਕੋਈ ਕਰਮਾਂ ਦਾ ਚੱਕਰ ਨਹੀਂ, ਇਹ ਸਿਰਫ ਕੁਛ ਕੁਦਰਤ ਦਾ ਜੋ ਸਿਸਟਮ ਬਣਿਆ ਉਹਦੇ ਅਧੀਨ ਸਾਰਾ ਕੁਝ ਹੋ ਰਿਹਾ। ਜੇ ਅਸੀਂ ਕੋਈ ਗਲਤ ਕਰਦੇ ਹਾਂ ਤਾਂ ਉਹਦਾ ਨਤੀਜਾ ਅਸੀਂ ਭੁਗਤਦੇ ਹਾਂ, ਔਰ ਭੁਗਤਣਾ ਪੈਣਾ ਵੀ ਆ। ਹਾਂਜੀ, ਤੇ ਹੈ ਨਹੀਂ ਕਿ ਮੈਂ ਤਾਂ ਗੱਲ ਕਹਿਣੀ ਸੀ। ਜਸਵਿੰਦਰ ਸਿੰਘ ਜੀ, ਤੁਸੀਂ ਵੀ ਆਪਣੇ ਵਿਚਾਰ ਦਿਓ ਜੀ। ਹਾਂਜੀ, ਤੁਸੀਂ ਵੀ ਅਨਮਿਊਟ ਆ। ਹਾਂਜੀ ਭਾਈ ਸਾਹਿਬ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਫਤਿਹ। ਹਾਂਜੀ, ਮੇਰੇ ਵਿਚਾਰ ਇਹ ਸੀ ਜਿੱਦਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਵੀ ਗੁਰੂ ਦਾ ਤਾਂ ਜਿਹੜਾ ਕਨਸੈਪਟ ਹੈ ਉਹ ਨਿਰਭਉ ਨਿਰਵੈਰ ਹੈਗਾ। ਜੇ ਤੁਸੀਂ ਮੂਲ ਮੰਤਰ ਤੋਂ ਲਾ ਕੇ ਓਂਕਾਰ ਤੋਂ ਲਾ ਕੇ ਗੁਰਪ੍ਰਸਾਦ ਕੇ ਸਮਝ ਲੈਂਦੇ ਆ, ਜਿਹੜੀਆਂ ਸਾਖੀਆਂ ਸਾਡੀਆਂ ਗਲਤ ਸਾਬਿਤ ਹੋ ਜਾਂਦੀਆਂ। ਤੇ ਗੁਰੂ ਦਾ ਤਾਂ ਬਿਰਧ ਹੀ ਰਿਹਾ ਵੀ ਨਿਰਭਉ ਨਿਰਵੈਰ, ਰਾਈਟ। ਪਰ ਇਹ ਜ਼ਰੂਰ ਆ, ਜੇ ਕੋਈ ਗੁਰੂ ਘਰ ਤੇ ਚੜ੍ਹ ਕੇ ਆ ਉਹਨੂੰ ਸੋਧਾ ਜ਼ਰੂਰ ਗੁਰੂ ਸਾਹਿਬ ਨੇ ਲਾਇਆ, ਰਾਈਟ। ਪਰ ਇਹ ਜਿਹੜੀਆਂ ਸਾਖੀਆਂ ਹੈਗੀਆਂ, ਜਦੋਂ ਤੁਸੀਂ ਇੱਕ ਓਂਕਾਰ ਤੋਂ ਲਾ ਕੇ ਗੁਰਪ੍ਰਸਾਦ ਦੇ ਗੁਣ ਸਮਝ ਲੈਂਦੇ ਆ ਗੁਰੂ ਸਾਹਿਬ ਦੇ, ਇਹ ਸਾਖੀਆਂ ਸਾਰੀਆਂ ਜਿੱਦਾਂ ਵੀ ਝੂਠੀਆਂ ਸਾਬਤ ਹੋ ਜਾਂਦੀਆਂ, ਰਾਈਟ। ਤੇ
ਉਹ ਜਾਂ ਮੈਂ ਕਹਿੰਦਾ ਜਿਹੜਾ ਕਨਸੈਪਟ ਹੈ ਉਹ ਜ਼ਰੂਰ ਸਮਝਣਾ ਚਾਹੀਦਾ। ਉਹਦੇ ਬਾਅਦ ਜੇ ਕੋਈ ਸਾਖੀ ਤੋਂ ਠੀਕ ਲੱਗਦੀ ਠੀਕ ਹੈ, ਨਹੀਂ ਉਹ ਗੁਰਪ੍ਰਸਾਦ ਤੱਕ ਠੀਕ ਲੱਗਦੀ ਪਈ ਉਹਦਾ ਮਤਲਬ ਗਲਤ ਹੈਗੀ ਹੈ। ਬਾਕੀ ਜਿਹੜਾ ਅੱਗਾਂ ਲੱਗਣੀਆਂ ਪਾਣੀ ਆਉਣਾ ਇਸ ਤਾਂ ਸਿਸਟਮ ਦੇ ਅੰਦਰ ਹੋ ਰਿਹਾ ਰਹੇ। ਕਈ ਮੈਨ ਮੇਡ ਅੱਗਾਂ ਹੈਗੀਆਂ ਆ ਲਾ ਦਿੰਦੇ ਆ, ਕੋਈ ਸੈਕਡ ਤੇ ਤਾਂ ਲੱਗ ਗਏ, ਜਾਂ ਕੋਈ ਉੱਥੇ ਕਈ ਵਾਰੀ ਪਲਾਸਟਿਕ ਪਈ ਹੁੰਦੀ ਆ ਜਾਂ ਕੋਈ ਪੱਥਰ ਪਿਆ ਹੁੰਦਾ ਉਹਨੂੰ ਹੀਟ ਕਰਕੇ ਲੱਗ ਜਾਂਦੀਆਂ। ਇਹ ਸਿਸਟਮ ਵਿੱਚ ਲੱਗੇ, ਸਿਸਟਮ ਵਿੱਚ ਇਹ ਬੁਝਣੀ ਹੈਗੀ ਆ। ਮੇਰੇ ਇਹ ਵਿਚਾਰ ਸੀ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੇ ਰਵਿੰਦਰ ਸਿੰਘ ਜੀ ਤੁਸੀਂ ਵੀ ਅਨਮਿਊਟ ਹੈ, ਕੁਝ ਕਹਿਣਾ ਹੈਗਾ ਜਾਂ ਪਹਿਲਾਂ ਕਰਕੇ ਅਨਮਿਊਟ? ਹਾਂਜੀ ਥੋੜਾ ਕਹਿਣਾ ਠੀਕ ਹੈ ਜੀ, ਕਰੋ। ਜਿਹੜੀ ਨਾ ਸਾਰੀਆਂ ਗੱਲਾਂ ਹੈਗੀਆਂ, ਇਹ ਆਪਾਂ ਇਸ ਮਾਹੌਲ ਵਿੱਚ ਰਹਿੰਦੇ ਹਾਂ ਜਿੱਥੇ ਇਹ ਸਾਰੀਆਂ ਗੱਲਾਂ ਹੋ ਰਹੀਆਂ ਕਿ ਕਰਮ ਹੋਏ, ਸੌਰੀ ਮੈਂ ਹੋ ਕੇ ਕਹਿੰਦਾ ਕਰਮ ਹੋਏ। ਇਹ ਮਾਹੌਲ ਸਾਡਾ ਹੈਗਾ, ਕਿੰਨੇ ਰਿਲੀਜਨ ਚੱਲ ਰਿਹਾ ਇਸ ਵੇਲੇ ਸਾਡੇ, ਤੇ ਸਾਰੇ ਦਾ ਸਾਡੇ ਤੇ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ ਦਾ। ਤੇ ਦੂਸਰਾ ਮੈਂ ਕਹਿਣਾ ਸੀਗਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਗੱਲ ਕੀਤੀ ਹੈ, ਇਹ ਤਾਂ ਕਿੰਨੇ ਅਟੈਕ ਹੋ ਚੁੱਕੇ ਹੁਣ ਤੱਕ ਗੁਰੂ ਸਾਹਿਬ ਤੇ। 10 ਗ੍ਰੰਥ ਕਿਸੇ ਨੇ ਲਿਖ ਦਿੱਤਾ, ਕਿਸੇ ਨੇ ਗੁਰੂ ਸਾਹਿਬ ਦੇ ਆਨੰਦ ਕਾਜ ਦੀ ਗੱਲ ਕੀਤੀ, ਕਿਸੇ ਨੇ ਲੋਕਾਂ ਨੂੰ ਫਰਾਈ ਕਰਨ ਦੀ ਗੱਲ ਕੀਤੀ ਜੋ ਵੀ ਤਲਦੇ ਸੀਗੇ। ਇਹ ਅਟੈਕ ਹੋ ਰਹੇ ਸਾਡੇ ਤੇ। ਸਾਨੂੰ ਥੋੜਾ ਸਮਝਣਾ ਚਾਹੀਦਾ ਕਿ ਇਸ ਅਟੈਕ ਤੇ ਮੇਰਾ ਕੁਝ ਨਹੀਂ, ਹੋਰ ਨਹੀਂ ਕੁਝ ਵੀ, ਸੱਚਾਈ ਕੁਝ ਨਹੀਂ, ਸਿਰਫ ਅਟੈਕ ਹੈ ਸਾਡੇ ਤੇ। ਮੈਂ ਇਹਨਾਂ ਕਹਿਣਾ ਚਾਹੁੰਦਾ ਸੀ। ਥੈਂਕ ਯੂ ਜੀ। ਜਿਹੜੀਆਂ ਮੈਜੋਰਿਟੀ ਆਫ ਜਿਹੜੀਆਂ ਸਾਖੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਜਾਂ ਪਹਿਲਾਂ ਵੀ ਦੱਸੀਆਂ ਗਈਆਂ ਜਾਂ ਸਟੇਜਾਂ ਤੋਂ ਵੀ ਸਾਨੂੰ ਅੱਜ ਤਾਈਂ ਦਰਸਾਈਆਂ ਗਈਆਂ, ਉਹ ਮੈਜੋਰਿਟੀ ਜਿਹੜੀਆਂ ਆ ਰਹੀਆਂ ਨਾ, ਉਹ ਆ ਰਹੀਆਂ ਹੈਗੀਆਂ ਸੂਰਜ ਪ੍ਰਕਾਸ਼ ਜਾਂ ਇੱਦਾਂ ਦੇ ਹੋਰ ਜਿਹੜੇ ਗ੍ਰੰਥ ਆ ਉਹਨਾਂ ਦੇ ਵਿੱਚੋਂ ਆ ਰਹੀਆਂ। ਹਾਂਜੀ, ਉਹਨਾਂ ਦੀ ਸਾਨੂੰ ਦੇਣ ਆ। ਇਸ ਕਰਕੇ ਉਹ ਕਿਉਂਕਿ ਰਿਪੀਟਡਲੀ ਪਤਾ ਨਹੀਂ ਸੈਂਕੜੇ ਵਾਰੀ ਸਾਡੇ ਕੰਨਾਂ ਦੇ ਵਿੱਚ ਪੈ ਗਈਆਂ ਤਾਂ ਅਸੀਂ ਉਹਨੂੰ ਸੱਚ ਮੰਨ ਲਿਆ ਆ। ਹੁਣ ਜਿੱਦਾਂ ਸਾਡੀ ਸੋਚ ਥੋੜੀ ਬਦਲਦੀ ਆ, ਭਾਈ ਸਾਹਿਬ ਨੇ ਵੀ ਸਾਨੂੰ ਜਿੱਦਾਂ ਮਤਲਬ ਜਿੰਨੀਆਂ ਵੀ ਆ 3-4 ਮਹੀਨਿਆਂ ਤੋਂ ਗੱਲਾਂ ਸੁਣਦੇ ਆਏ ਆ ਵੀ ਸਿਸਟਮ ਆ, ਸਿਸਟਮ ਦੇ ਵਿੱਚ ਸਾਰਾ ਕੁਝ ਹੋ ਰਿਹਾ, ਉਹਦੇ ਵਿੱਚੋਂ ਕਈ ਚੀਜ਼ਾਂ ਨਕਾਰੀਆਂ ਜਾ ਚੁੱਕੀਆਂ ਆ, ਉਹ ਸਾਨੂੰ ਸਮਝ ਲੈਣੀਆਂ ਚਾਹੀਦੀਆਂ। ਤੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਜੋ ਕੁਝ ਵੀ ਬਣਿਆ ਜੇ ਅਸੀਂ ਸਮਝ ਲਈਏ ਤਾਂ ਆਪਾਂ ਜ਼ਿੰਦਗੀ ਬਹੁਤ ਵਧੀਆ ਕੱਟ ਸਕਦੇ ਹਾਂ, ਬਣਾ ਸਕਦੇ ਹਾਂ। ਪਰ ਅਸੀਂ ਉਹ ਪਿਛਲੇ ਕਰਮਾਂ ਦੇ ਚੱਕਰ 'ਚ ਤੇ ਸਵਰਗ ਨਰਕ ਦੇ ਚੱਕਰ ਦੇ ਵਿੱਚ ਆਪਣੀ ਐਸਲੀ ਜਿਹੜੀ ਜ਼ਿੰਦਗੀ, ਇਸ ਵੇਲੇ ਦੀ ਜਿਹੜੀ ਜ਼ਿੰਦਗੀ ਹੈ, ਉਹਨੂੰ ਇੱਕ ਤਰ੍ਹਾਂ ਦਾ ਨਰਕ ਹੀ ਬਣਾ ਲੈਂਦੇ, ਕਿਉਂਕਿ ਉਹ ਕੱਲ ਨੂੰ ਜਿਹੜਾ ਹੋਣਾ ਹੈ ਉਹਦੇ ਵਾਸਤੇ ਤਿਆਰੀ ਕਰਨ ਦੀ ਬਜਾਏ ਅਸੀਂ ਅੱਜ ਨੂੰ ਗਵਾ ਰਹੇ ਹਾਂ। ਪਿਛਲੇ ਜਿਹੜੇ ਚੱਕਰ ਆ ਉਹਨਾਂ ਦੇ ਵਾਸਤੇ ਸਾਡੀ ਸੋਚ ਜਾਣੀ ਸਹੀ ਨਹੀਂ ਹੋ ਰਹੀ। ਇਸ ਕਰਕੇ ਮਤਲਬ ਇਹ ਚੀਜ਼ਾਂ ਸਾਨੂੰ ਬਹੁਤ ਸਮਝਣ ਦੀ ਜ਼ਰੂਰਤ ਹੈ। ਜਸਵੀਰ ਕੌਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਹਾਂਜੀ, ਮੇਰਾ ਆ ਕਿ ਇੰਟਰਪ੍ਰੀਟੇਸ਼ਨ ਆ, ਮੈਨੂੰ ਲੱਗਦਾ ਹੁਣ ਜਿੱਦਾਂ ਆਪਾਂ ਜਪਜੀ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਜੋ ਵੀ ਕੀਤਾ ਆ ਆਪਾਂ ਨੂੰ, ਜੋ ਗਿਆਨੀ ਜੀ ਨੇ ਦੱਸਿਆ, ਇੰਟਰਪ੍ਰੀਟੇਸ਼ਨ ਗਿਆਨੀ ਜੀ ਦੀ ਇੰਨੀ ਡਿਫਰੈਂਟ ਆ ਕਿ ਇਹਨਾਂ ਨੇ ਆਪਾਂ ਨੂੰ ਸਿੰਪਲ ਵੇ ਸਮਝਾ ਦਿੱਤਾ। ਤੇ ਏਦਾਂ ਹੀ ਸੂਰਜ ਪ੍ਰਕਾਸ਼ ਦਾ ਹੋਣਾ ਆ, ਕੋਈ ਉਹਨਾਂ ਦਾ ਇੰਟਰਪ੍ਰੀਟੇਸ਼ਨ ਡਿਫਰੈਂਟਲੀ ਲਿਆ ਹੋਇਆ ਆ। ਸੋ ਉਸ ਮੇਬੀ ਇੰਟਰਪ੍ਰੀਟੇਸ਼ਨ ਦੇ ਵਿੱਚ ਜੋ ਉਹਨਾਂ ਨੇ ਆਪਾਂ ਨੂੰ ਇੰਟਰਪ੍ਰੀਟੇਸ਼ਨ ਕਰਕੇ ਦੱਸਿਆ ਹੋਇਆ ਹੈ, ਰੋਂਗ ਦੱਸਿਆ ਹੋਇਆ ਹੈ। ਪਰ ਭੈਣ ਜੀ ਉਹਦੇ ਵਿੱਚ ਜੇ ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਇਹ ਜੋੜ ਕੇ ਦੱਸੋ ਵੀ ਗੁਰੂ ਗੋਬਿੰਦ ਸਿੰਘ ਜੀ ਸਵੇਰ ਨੂੰ ਵੀ ਉੱਠ ਕੇ ਫੀਮ ਖਾਂਦੇ ਸੀਗੇ ਤਾਂ ਆਫਟਰਨੂਨ ਨੂੰ ਵੀ, ਦੁਪਹਿਰੋਂ ਬਾਅਦ ਵੀ ਖਾਂਦੇ ਸੀਗੇ। ਹਾਂਜੀ, ਇਹ ਇੰਟਰਪ੍ਰੀਟੇਸ਼ਨ ਨਹੀਂ ਜੀ, ਉਹ 'ਚ ਗਲਤ ਗੱਲਾਂ ਲਿਖੀਆਂ ਗਈਆਂ। ਇਹ ਇੰਟਰਪ੍ਰੀਟੇਸ਼ਨ ਦੀ ਗੱਲ ਨਹੀਂ ਜੀ ਹੈਗੀ। ਇਹ ਤਾਂ ਫਿਰ ਜਿੱਦਾਂ ਆਪਣੇ ਗ੍ਰੰਥ ਹੀ ਗਲਤ ਹੈ, ਆਪੋਜੀਸ਼ਨ ਵਾਲਿਆਂ ਨੇ ਲਿਖਾਇਆ ਹੋਇਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਸੀ ਉਹਨਾਂ ਨੇ ਲਿਖਾਇਆ। ਉਹ ਸਾਰਾ ਇਹ ਗ੍ਰੰਥ ਉਸ ਟਾਈਮ ਦਾ ਨਹੀਂ ਜੀ ਲਿਖਿਆ, ਇਹ ਮਤਲਬ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਇਹ ਗ੍ਰੰਥ ਉਸ ਗੁਰੂਆਂ ਦੇ ਟਾਈਮ ਦਾ ਗ੍ਰੰਥ ਨਹੀਂ ਲਿਖਿਆ ਹੈਗਾ। ਗੁਰੂਆਂ ਤੋਂ ਕਿੰਨੇ ਚਿਰ ਬਾਅਦ, 100-150 ਸਾਲ ਬਾਅਦ ਜਾਨੀ ਇਦਾਂ ਲਿਖਿਆ ਗਿਆ। 1843-45 ਦੇ ਵਿੱਚ ਇਹ ਗ੍ਰੰਥ ਲਿਖਿਆ ਗਿਆ। ਔਰ ਜਿਹੜੀਆਂ ਘਟਨਾਵਾਂ ਹੋ ਚੁੱਕੀਆਂ ਉਹਨਾਂ ਦੇ ਨਾਲ ਕਹਾਣੀਆਂ ਜੋੜ ਕੇ ਇਸ ਗ੍ਰੰਥ ਦੇ ਵਿੱਚ ਲਿਖੀਆਂ ਗਈਆਂ ਤਾਂ ਕਿ ਉਹਨਾਂ ਦੀ ਸ਼ਖਸੀਅਤ ਨੂੰ ਨੀਵਾਂ ਦਿਖਾਇਆ ਜਾਵੇ। ਠੀਕ ਹੈ ਜੀ। ਸਾਡੇ ਕੋਲ ਇੱਕੋ ਹੀ ਗ੍ਰੰਥ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਉਹਨੂੰ ਤੋਲ ਕੇ ਤੁਸੀਂ ਸਾਰੀ ਚੀਜ਼ ਦਾ ਫੈਸਲਾ ਕਰ ਸਕਦੇ ਆ। ਤੁਹਾਨੂੰ ਨਹੀਂ ਵੀ ਪਤਾ ਲੱਗਦਾ ਤਾਂ ਬਾਕੀਆਂ ਨੂੰ ਰਿਜੈਕਟ ਕਰੋ, ਇਹਨੂੰ ਐਕਸੈਪਟ ਕਰੋ। ਜੇ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਹਾਨੂੰ ਨਹੀਂ ਸਮਝ ਆਉਂਦੀ ਨਾ ਕੁਝ ਵੀ, ਤਾਂ ਮੂਲ ਮੰਤਰ ਤੇ ਇਕੱਲੇ ਆ ਜਾਓ, ਉਹ ਤੁਹਾਡੀ ਸਾਰੀ ਜ਼ਿੰਦਗੀ ਕਟਾ ਸਕਦਾ ਹੈ। ਠੀਕ ਹੈ ਜੀ। ਜੇ ਉਹ ਵੀ ਨਹੀਂ ਸਮਝ ਆਉਂਦੀ ਫਿਰ ਤੁਸੀਂ ਆਪਣੀ ਜ਼ਿੰਦਗੀ ਉਦਾਂ ਹੀ ਜੀਣੀ ਸ਼ੁਰੂ ਕਰ ਦਿਓ ਜਿੱਦਾਂ ਡੇਲੀ ਬੇਸ ਤੇ ਤੁਸੀਂ ਸਵੇਰ ਨੂੰ ਕੰਮ ਤੇ ਜਾਂਦੇ, ਸ਼ਾਮ ਨੂੰ ਘਰ ਨੂੰ ਆਉਣੇ। ਆਪਣੇ ਟੱਬਰ ਦੇ ਨਾਲ ਮਿਲ ਜੁਲ ਕੇ ਬੈਠੋ, ਨਿਆਣਿਆਂ ਦੀ ਸੇਵਾ ਕਰੋ, ਆਪਣੇ ਘਰ ਵਾਲੀ ਨਾਲ ਬੈਠੋ, ਆਪਣੇ ਸਾਰੇ ਟੱਬਰ ਦੇ ਨਾਲ ਸੁਖੀ ਜੀਵਨ ਬਤੀਤ ਕਰੋ। ਤਾਂ ਇਹਦੇ ਵਰਗਾ ਹੋਰ ਕਿਹੜੀ ਜ਼ਿੰਦਗੀ ਤੁਹਾਨੂੰ ਚਾਹੀਦੀ ਆ? ਇਹ ਸਵਰਗ ਆ।
ਅੱਜ ਦੀ ਜ਼ਿੰਦਗੀ ਨਰਕ ਬਣਾ ਕੇ ਕੱਲ ਨੂੰ ਜਿਹੜਾ ਦੇਖਣਾ ਹੈ ਉਹ ਤਾਂ ਕਿਸੇ ਨੇ ਦੇਖਿਆ ਨਹੀਂ ਅੱਜ ਤਾਈਂ, ਨਾ ਪਿਛਲੀ ਦੇਖੀ ਨਾ ਅਗਲੀ ਦੇਖੀ। ਸੋ ਇਸ ਕਰਕੇ ਇਹ ਥੋੜ੍ਹੀਆਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਜੀ ਆਪਣੇ। ਹਾਂਜੀ, ਹੋਰ ਕਿਸੇ ਨੇ ਕੋਈ ਗੱਲ ਕਰਨੀ? ਸੌਰੀ ਮੈਂ ਥੋੜਾ ਜਿਹਾ ਕਹਿ ਰਿਹਾ। ਹਾਂਜੀ ਹਾਂਜੀ ਗਿਆਨੀ ਜੀ, ਸੌਰੀ ਗਿਆਨੀ ਜੀ ਕੁਝ ਕਹਿਣ ਲੱਗੇ। ਹਾਂਜੀ ਗਿਆਨੀ ਜੀ। ਜਿਸ ਤੱਕ ਕਰਮਾਂ ਦੀ ਗੱਲ ਹੈ ਨਾ, ਦੇਖੋ ਕਰਮ ਜਿਹੜੇ ਨੇ ਉਹ ਸਾਡੇ ਐਸੇ ਜਨਮ ਦੇ, ਜੇ ਅਸੀਂ ਚੰਗਾ ਸੋਚਦੇ ਹਾਂ, ਚੰਗਾ ਬੋਲਦੇ ਹਾਂ, ਚੰਗਾ ਕਰਦੇ ਹਾਂ, ਤਾਂ ਉਹਦਾ ਸਾਨੂੰ ਫਲ ਐਸੇ ਜਨਮ ਦੇ ਵਿੱਚ ਚੰਗਾ ਜਾਂ ਮਾੜਾ ਮਿਲਦਾ ਹੈ। ਜੇ ਅਸੀਂ ਚੰਗਾ ਬੋਲਾਂਗੇ, ਚੰਗਾ ਸੋਚਾਂਗੇ, ਚੰਗਾ ਕਰਾਂਗੇ ਤਾਂ ਸਾਡਾ ਜੀਵਨ ਸਵਰਗ ਬਣੇਗਾ। ਔਰ ਜੇ ਅਸੀਂ ਮਾੜੇ ਕਰਮ ਕਰਾਂਗੇ ਤਾਂ ਉਹਦਾ ਫਲ ਸਾਨੂੰ ਮਾੜਾ ਜ਼ਰੂਰ ਮਿਲੇਗਾ। ਇਸ ਜੀਵਨ ਦੇ ਵਿੱਚ ਹੀ ਸਾਡੇ ਘਰ ਪਰਿਵਾਰ ਵਿੱਚ ਕਲੇਸ਼ ਪੈ ਜਾਏਗਾ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਗੜਬੜ ਹੋਏਗੀ। ਇਸ ਲਈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ, ਜਿਸ ਕਰਕੇ ਸਾਡੀ ਜ਼ਿੰਦਗੀ ਸੁਖੀ ਔਰ ਸ਼ਾਂਤ ਰਹੇ। ਤੇ ਜੇ ਅਸੀਂ ਮਾੜਾ ਸੋਚਾਂਗੇ, ਮਾੜਾ ਬੋਲਾਂਗੇ ਤਾਂ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਵਾਂਗੇ, ਸਾਡੇ ਜੀਵਨ ਦੇ ਅੰਦਰ ਦੁੱਖ ਪੈਦਾ ਹੋਏਗਾ ਹੀ ਹੋਏਗਾ। ਬਾਕੀ ਜਿਹੜੀਆਂ ਅੱਗਾਂ ਲੱਗ ਜਾਂਦੀਆਂ ਨੇ ਜਾਂ ਜਿਵੇਂ ਸੁਨਾਮੀ ਆ ਗਈ ਜਾਂ ਕੁਛ ਆ ਗਈ, ਇਹ ਸਾਰਾ ਕੁਛ ਨਾ ਕਿਸਮਤ ਕਰਕੇ ਨਹੀਂ, ਸਿਸਟਮ ਕਰਕੇ ਹੈ। ਦੁਨੀਆ ਵਿੱਚ ਜਿੰਨੇ ਵੀ ਸੁੱਖ ਦੁੱਖ ਨੇ ਉਹ ਕਿਸਮਤ ਕਰਕੇ ਨਹੀਂ, ਉਹ ਨਾ ਸਿਸਟਮ ਕਰਕੇ ਨੇ। ਮੰਨ ਲਓ ਹੁਣ ਸੁਨਾਮੀ ਆ ਗਈ ਤਾਂ ਸੁਨਾਮੀ ਦੇ ਵਿੱਚ ਜ਼ਰੂਰੀ ਤਾਂ ਨਹੀਂ ਉਸ ਦਿਨ ਉਹਨਾਂ ਦਾ ਹੁਣ ਨਾ ਰਾਸ਼ੀ ਫਲ ਪੜੋ ਤੁਸੀਂ, ਜਿਸ ਦਿਨ ਸੁਨਾਮੀ ਆਈ ਤਾਂ ਉਹਦੇ ਵਿੱਚ ਕਿਸੇ ਦੇ ਵਿੱਚ ਲਿਖਿਆ ਹੋਣਾ ਯਾਤਰਾ ਦਾ ਯੋਗ, ਕਿਸੇ ਦੇ ਘਰ ਦੇ ਅੰਦਰ ਪੁੱਤਰ ਪੈਦਾ ਹੋਏਗਾ ਜਾਂ ਕੁਛ ਹੋਏਗਾ। ਪਰ ਉਹ ਸਾਰਾ ਕੁਛ ਹੁਣ ਸਾਰੇ ਮਾੜੇ ਕਰਮ ਵਾਲੇ ਨਹੀਂ ਸਨ, ਸਾਰੇ ਚੰਗੇ ਵਾਲੇ ਨਹੀਂ ਸਨ। ਸਿਸਟਮ ਹੈ ਕਿ ਜਦੋਂ ਥੱਲੇ ਪਲੇਟਾਂ ਹਿੱਲ ਗਈਆਂ ਤਾਂ ਲਹਿਰਾਂ ਆਉਣਗੀਆਂ, ਤਾਂ ਉਹ ਲਹਿਰਾਂ ਦੇ ਅੱਗੇ ਚਾਹੇ ਕੋਈ ਅੰਮ੍ਰਿਤਧਾਰੀ ਆ ਜਾਏ ਜਾਂ ਸ਼ਰਾਬੀ ਆ ਜਾਏ, ਉਹਨੇ ਤਾਂ ਲਹਿਰ ਨੇ ਤਾਂ ਰੋੜ ਦੇਣਾ। ਸਿਸਟਮ ਹੈ ਨਾ। ਤਾਂ ਇਹ ਦੁਨੀਆ ਵਿੱਚ ਜਿਹੜੇ ਸੁੱਖ ਦੁੱਖ ਨੇ, ਮਤਲਬ ਆ ਜਿਹੜੇ ਵਾਪਰ ਰਹੇ ਨੇ, ਇਹ ਸਾਡੇ ਸਿਸਟਮ ਕਰਕੇ ਨੇ, ਕਿਸਮਤ ਕਰਕੇ ਨਹੀਂ ਹੈ। ਤਾਂ ਸਾਨੂੰ ਇਸ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਦੇਖੋ ਇਹਨਾਂ ਦੇਸ਼ਾਂ ਵਿੱਚ ਜਿਵੇਂ ਹੁਣ ਇੰਗਲੈਂਡ ਹੈ ਜਾਂ ਅਮਰੀਕਾ ਜਾਂ ਕੈਨੇਡਾ ਵਗੈਰਾ, ਇਹਨਾਂ ਦੇਸ਼ਾਂ ਦੇ ਵਿੱਚ ਹੋਮਲੈਸ ਘੱਟ ਨੇ, ਭਿਖਾਰੀ ਘੱਟ ਨੇ, ਜਾਂ ਕਰਪਸ਼ਨ ਘੱਟ ਹੈ, ਜਾਂ ਮਤਲਬ ਸਹੂਲਤਾਂ ਜਿਹੜੀਆਂ ਨੇ ਉਹ ਦਵਾਈ ਦਾਰੂ ਦੀਆਂ ਚੰਗੀਆਂ ਨੇ। ਤਾਂ ਇਹ ਕਿਸਮਤ ਕਰਕੇ ਨਹੀਂ ਹੈ, ਇਹਨਾਂ ਲੋਕਾਂ ਨੇ ਆਪਣਾ ਸਿਸਟਮ ਵਧੀਆ ਸੁਧਾਰਿਆ ਹੈ। ਤੇ ਸਾਡੇ ਜਿਹੜੀ ਉੱਥੇ ਪ੍ਰੋਬਲਮ ਹੈਗੀ ਹੈ, ਹੁਣ ਬਹੁਤ ਜ਼ਿਆਦਾ ਲੋਕ ਭਿਖਾਰੀ ਜਾਂ ਕਿੰਨਾ ਕੁਛ, ਉਹ ਸਿਸਟਮ ਉੱਥੇ ਗੜਬੜ ਹੈ। ਜੇਕਰ ਸਿਸਟਮ ਨੂੰ ਸੁਧਾਰਿਆ ਜਾਏ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਬਹੁਤ ਕੁਝ ਸੁਧਾਰ ਜਿਹੜਾ ਹੋ ਜਾਏਗਾ। ਤਾਂ ਇਸ ਲਈ ਇਹ ਨਾ ਸਮਝੋ ਕਿ ਪਿਛਲੇ ਜਨਮਾਂ ਦੇ ਕਰਮ ਜਾਂ ਇਸ ਜਨਮਾਂ ਦੇ ਵੀ ਕਰਮ ਹੈ ਹੀ ਨਹੀਂ। ਕਰਮ ਚੰਗੇ ਕਰਨੇ ਨੇ। ਅਸਾਂ ਚੰਗਾ ਸੋਚੋਗੇ, ਚੰਗਾ ਬੋਲੋਗੇ, ਚੰਗਾ ਕਰੋਗੇ ਤੇ ਸੁੱਖ ਰਹੇਗਾ। ਤੇ ਜੇ ਚੰਗਾ ਨਹੀਂ ਬੋਲੋਗੇ, ਮਾੜਾ ਕਰੋਗੇ ਤੇ ਉਹਦਾ ਜਿਹੜਾ ਕਰਮ ਦਾ ਫਲ ਹੈ ਉਹ ਦੁੱਖ ਦੇ ਰੂਪ ਵਿੱਚ ਮਿਲੇਗਾ, ਤੇ ਮਿਲੇਗਾ ਸਿਸਟਮ ਵਿੱਚ। ਜੇ ਚੰਗਾ ਕਰੋਗੇ ਤੇ ਚੰਗੇ ਵਾਲੇ ਸਿਸਟਮ ਵਿੱਚ ਫਲ ਮਿਲ ਜਾਏਗਾ ਚੰਗਾ, ਮਾੜਾ ਕਰੋਗੇ ਤੇ ਮਾੜੇ ਵਾਲੇ ਸਿਸਟਮ ਵਿੱਚ ਮਾੜਾ ਮਿਲ ਜਾਏਗਾ। ਪਹਿਲੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਸੀ। ਤੇ ਦੂਜੀ ਗੱਲ ਇਹ ਕਿ ਜਿਹੜੇ ਵੀ ਸਾਡੇ ਸਵਾਲ ਨੇ, ਕੋਈ ਵੀ ਹੈ, ਹੁਣ ਕਰੀਬ ਅਸੀਂ 3-4 ਮਹੀਨੇ ਤੋਂ ਇੱਕ ਕਲਾਸ ਅਸੀਂ ਲਾ ਰਹੇ ਹਾਂ ਜਪਜੀ ਸਾਹਿਬ ਦੇ ਵਿੱਚ, ਆਸਾ ਦੀ ਵਾਰ ਵਿੱਚ, ਜਾਂ ਆਨੰਦ ਸਾਹਿਬ ਔਰ ਲਾਵਾਂ, ਤੇ ਉਸ ਤੋਂ ਬਾਅਦ ਮਤਲਬ ਅਲਾਣੀਆਂ, ਹੁਣ ਸੁਖਮਨੀ ਸਾਹਿਬ ਅਸਾਂ ਕਾਫੀ ਕੁਛ ਵਿਚਾਰ ਰਿਹਾ। ਤਾਂ ਸਾਡੀ ਸੋਚ ਜਿਹੜੀ ਡਿਵੈਲਪ ਹੋਣੀ ਚਾਹੀਦੀ ਹੈ। ਹੁਣ ਇਹਨਾਂ ਸਵਾਲਾਂ ਦੇ ਉੱਤਰ ਨਾ ਮੈਂ ਨਹੀਂ ਦੇਣੇ। ਹੁਣ ਜਿਹੜਾ ਵੀ ਸਵਾਲ ਪੁੱਛੇਗਾ ਤੁਸੀਂ ਆਪਸ ਵਿੱਚ ਉੱਤਰ ਦਿਓ, ਪਹਿਲਾਂ ਥੋੜੇ ਸ਼ਬਦਾਂ ਵਿੱਚ। ਆਪਣੇ ਆਪ ਨੂੰ ਇੰਨਾ ਉੱਚਾ ਕਰੋ ਕਿ ਤੁਸੀਂ ਉੱਤਰ ਦੇਣੇ ਨੇ। ਹੁਣ ਸਵਾਲ ਮੈਂ ਪੁੱਛਣੇ ਨੇ, ਉੱਤਰ ਤੁਸੀਂ ਦੇਣੇ ਨੇ। ਹਾਂ, ਜਿੱਥੇ ਕੋਈ ਪ੍ਰੋਬਲਮ ਆਏਗੀ ਤੇ ਮੈਂ ਆਪਣੇ ਵਿਚਾਰ ਵੀ ਜ਼ਰੂਰ ਦਵਾਂਗਾ। ਔਰ ਜਿੰਨੇ ਵੀ ਉੱਤਰ ਦੇਣੇ ਨੇ ਗੁਰਬਾਣੀ ਦੇ ਬੇਸ ਤੇ ਦੇਣੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬੇਸ ਤੇ ਉੱਤੇ ਪਰਖ ਲਓ। ਜਿਹੜੀ ਗੱਲ ਬਾਣੀ ਦੇ ਬੇਸ ਤੇ ਸੱਚੀ ਉਹ ਸਹੀ ਹੈ। ਜੋ ਗੱਲ ਬਾਣੀ ਤੇ ਪੂਰੀ ਨਹੀਂ, ਉਹਨੂੰ ਰੱਦ ਕਰ ਦਿਓ। ਫਿਰ ਸਾਡੇ ਜਿਹੜੇ ਉੱਤਰ ਨੇ ਬਿਲਕੁਲ ਠੀਕ ਹੋ ਜਾਣਗੇ ਔਰ ਸਾਡੀ ਜ਼ਿੰਦਗੀ ਠੀਕ ਰਾਹ ਤੇ ਆ ਜਾਏਗੀ। ਇੰਨੀ ਇੱਕ ਬੇਨਤੀ ਮੈਂ ਜ਼ਰੂਰ। ਠੀਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਜੀ ਤੁਹਾਡਾ। ਜਸਵਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਪਹਿਲਾਂ? ਹਾਂਜੀ ਵੀਰ ਜੀ, ਮੇਰਾ ਜਿਹਦਾ ਇਹ ਸੀ ਆਪਣੇ ਜਿਹੜੀ ਜਿੱਦਾਂ ਹੁਣ ਤੁਸੀਂ ਕਥਾ ਗੱਲ ਕੀਤੀ ਆ ਵੀ ਸੂਰਜ ਪ੍ਰਕਾਸ਼ ਬਾਰੇ ਜਾਂ 10 ਗ੍ਰੰਥ, ਹੁਣ ਜੇ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੇ ਵਿੱਚ ਆਪਾਂ ਵਿਚਾਰਿਆ ਸੀ ਰਹੇ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਪ ਖਾਣੀ। ਜੇ ਆਪਾਂ ਇਸ ਤੁਕ ਨੂੰ ਆਪਾਂ ਸਮਝ ਲਈਏ ਤਾਂ ਬਾਕੀ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ, ਸ਼ਬਦ ਗੁਰੂ ਤੋਂ ਬਗੈਰ ਬਾਕੀ ਸਾਰੀਆਂ ਕੱਚੀਆਂ ਬਾਣੀਆਂ, ਆਪਾਂ ਕਿਉਂ ਨਾ ਮਗਰ ਤੁਰਦੇ ਹਾਂ, ਕਿਉਂ ਨਾ ਜਾਂ ਸੁਣਦੀਆਂ ਜਾਂ ਆਖੇ ਲੱਗਦੇ ਹਾਂ। ਕਿਉਂ ਸਾਡਾ ਬੇਸ ਤਾਂ ਗੁਰੂ ਗ੍ਰੰਥ ਸਾਹਿਬ ਹੀ ਆ। ਬੇਸ ਤਾਂ ਇੱਕ ਓਂਕਾਰ ਤੋਂ ਲਾ ਕੇ ਗੁਰਪ੍ਰਸਾਦ ਤੇ ਕਰਿਆ। ਅਸੀਂ ਕਿਉਂ ਝੂਠੀਆਂ ਕਹਾਣੀਆਂ ਸੁਣ ਕੇ ਇਹਨੂੰ ਆਪਣੇ ਟਾਈਮ ਵੇਸਟ ਕਰਦੇ ਹੈਗੇ ਆ। ਥੈਂਕ ਯੂ। ਥੈਂਕ ਯੂ ਜੀ। ਇਹਦੇ ਬਾਰੇ ਨਾ ਦੇਖੋ, ਆਪਾਂ ਹੁਣੇ ਹੀ ਥੋੜੀ ਦੇਰ ਪਹਿਲਾਂ ਹੀ ਵਿਚਾਰਿਆ ਸੀ। ਸਗਲ ਬਾਣੀ ਮੈਂ
उत्तम बानी हर को जस सुन रसन बखानी। देखो हाले हुणे ही ਅਸੀਂ 2 ਮਿੰਟ ਪਹਿਲਾਂ ਵਿਚਾਰਿਆ, ਤਾਂ ਇਹਦੇ ਉੱਤਰ ਤੁਸੀਂ ਹੁਣ ਆਪ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਹੈ। ਇਹ ਨਾ ਜਿਹੜੀ ਅਸੀਂ ਕਲਾਸ ਲਗਾ ਰਹੇ ਹਾਂ ਆਮ ਕਥਾ ਦੀ ਤਰ੍ਹਾਂ ਨਹੀਂ ਹੈ, ਇਹ ਸਾਡੀ ਇੱਕ ਕਲਾਸ ਹੈ। ਇੱਥੇ ਅਸੀਂ ਡਿਸਕਸ ਕਰਨੀ ਹੈ, ਸਿੱਖਣਾ ਹੈ। ਤਾਂ ਹੁਣ ਦੇਖੋ ਬਾਣੀ ਦੀ ਜਿੱਥੇ ਤੱਕ ਗੱਲ ਹੈ ਨਾ, ਸਗਲ ਬਾਣੀ ਮਹਿ ਉੱਤਮ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ। ਤਾਂ ਬਾਣੀ ਉਹ ਵਧੀਆ ਹੈ ਜਿਹੜੀ ਸਾਨੂੰ ਰੱਬ ਦੇ ਨਾਲ ਜੋੜਦੀ ਹੈ। ਥਾਂ ਕਿਹੜਾ ਚੰਗਾ ਹੈ? ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੇ ਹਰ ਨਾਮ। ਧਰਮ ਸਾਡਾ ਕੀ ਹੈ? ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਤਾਂ ਇਹਨਾਂ ਗੱਲਾਂ ਨੂੰ ਅਸਾਂ ਧਿਆਨ ਦੇ ਨਾਲ ਪੜ੍ਹਨਾ, ਸੁਣਨਾ ਔਰ ਇਹਨਾਂ ਨੂੰ ਅਪਣਾ ਲੈਣਾ। ਇਹ ਸਾਡੇ ਸਵਾਲਾਂ ਦੇ ਉੱਤਰ ਨੇ। ਜਦੋਂ ਤੁਸੀਂ ਜਾਂ ਮੈਂ ਜਾਂ ਕੋਈ ਵੀ ਵੀਰ ਭੈਣ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ ਸਮਝ ਕੇ ਅਪਣਾ ਲਵੇਗਾ ਤਾਂ ਸਾਡੇ ਸਵਾਲਾਂ ਦੇ ਇਹ ਉੱਤਰ ਨੇ। ਹੁਣ ਤੁਹਾਨੂੰ ਮੇਰੇ ਤੋਂ ਪੁੱਛਣ ਦੀ ਲੋੜ ਨਹੀਂ ਪਵੇਗੀ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪਵੇਗੀ। ਧਰਮ ਦੀ ਗੱਲ ਹੋਏ ਤਾਂ ਸਗਲ ਧਰਮ ਨੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਹੁਣ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ। ਤਾਂ ਗੁਰੂ ਅਰਜਨ ਪਾਤਸ਼ਾਹ ਤੋਂ ਚੰਗਾ ਉੱਤਰ ਮੈਂ ਨਹੀਂ ਦੇ ਸਕਦਾ, ਕੋਈ ਹੋਰ ਨਹੀਂ ਦੇ ਸਕਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ। ਇਸ ਤੋਂ ਚੰਗਾ ਉੱਤਰ ਸਾਡੇ ਕੋਲ ਨਹੀਂ ਹੋ ਸਕਦਾ, ਕੋਈ ਵਿਦਵਾਨ ਨਹੀਂ ਦੇ ਸਕਦਾ। ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੇ ਹਰ ਨਾਮ। ਇਹਦੇ ਤੋਂ ਚੰਗਾ ਉੱਤਰ ਸਾਨੂੰ ਹੋਰ ਕੋਈ ਨਹੀਂ ਹੋ ਸਕਦਾ। ਤੇ ਜੇ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਤੋਂ ਚੰਗਾ ਉੱਤਰ ਕੋਈ ਹੈ ਤਾਂ ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਤੇ ਸਾਡੀ ਸ਼ਰਧਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਇਸ ਲਈ ਗੁਰਬਾਣੀ ਸਾਡੇ ਵਾਸਤੇ ਸਭ ਤੋਂ ਉੱਤੇ ਹੈ। ਬਾਣੀ ਸਾਡੇ ਕੋਲ ਇੱਕ ਉਹ ਕਸਵੱਟੀ ਹੈ ਜਿਹਦੇ ਤੇ ਅਸੀਂ ਆਪਣੀ ਹਰ ਚੀਜ਼ ਨੂੰ ਪਰਖਣਾ ਹੈ। ਜਿਵੇਂ ਸੁਨਿਆਰਾ ਵੀਰ ਸੋਨਾ ਤੁਹਾਡਾ ਵੇਖ ਕੇ ਕਸਵੱਟੀ ਤੇ ਲਾਉਂਦਾ ਹੈ। ਜੇ ਉਹ ਕਸਵੱਟੀ ਤੇ ਪੂਰਾ ਉਤਰ ਰਿਹਾ ਤਾਂ ਉਹ ਕਹਿੰਦਾ ਠੀਕ ਹੈ, ਨਹੀਂ ਤੇ ਉਹ ਕਹਿੰਦਾ ਡੁਪਲੀਕੇਟ ਹੈ। ਐਵੇਂ ਗੁਰਬਾਣੀ ਦੇ ਉੱਤੇ, ਗੁਰਬਾਣੀ ਦੇ ਨਾਲ ਤੁਸੀਂ ਆਪਣੇ ਵਿਚਾਰ ਨੂੰ, ਕਿਸੇ ਹੋਰ ਦੇ ਵਿਚਾਰ ਨੂੰ ਪਰਖੋ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪੂਰੀ ਉਤਰਦੀ ਹੈ ਉਹ ਠੀਕ ਹੈ, ਬਾਕੀ ਨੂੰ ਰੱਦ ਕਰ ਦਿਓ। ਤਾਂ ਇਸ ਤਰ੍ਹਾਂ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸੋਲਵ ਹੋ ਜਾਣਗੀਆਂ, ਸਾਡੇ ਵਿਚਾਰਕ ਮਤਭੇਦ ਖਤਮ ਹੋ ਜਾਣਗੇ। ਅਸੀਂ ਜ਼ਿੰਦਗੀ ਦੇ ਸਿੱਧੇ ਸਾਵੇਂ ਰਾਹ ਦੇ ਉੱਤੇ ਤੁਰ ਕੇ ਰੱਬ ਦੇ ਵਿੱਚ ਲੀਨ ਹੋ ਕੇ ਰੱਬ ਵਰਗੇ ਹੋ ਜਾਵਾਂਗੇ। ਸਾਡਾ ਜੀਵਨ, ਸਾਡੇ ਪਰਿਵਾਰ ਦਾ ਜੀਵਨ, ਸਾਡਾ ਸਮਾਜ ਸਵਰਗ ਹੋ ਸਕਦਾ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਈਏ। ਤਾਂ ਇਹਨਾਂ ਚੀਜ਼ਾਂ ਨੂੰ ਨਾ ਨੋਟ ਕਰ ਲਿਆ ਕਰੋ, ਠੀਕ ਹੈ? ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ, ਜਿਹੜੀ ਤੱਕ ਪਹਿਲਾਂ ਨਹੀਂ ਸੀ ਪਤਾ, ਨੋਟਬੁੱਕ ਲੈ ਕੇ ਬੈਠੋ, ਨੋਟ ਕਰੀ ਜਾਓ। ਜਿਵੇਂ ਧਰਮ ਦੀ ਪਰਿਭਾਸ਼ਾ ਹੈ, ਰੱਬ ਕੀ ਹੈ? ਇੱਕ ਸਰਬ ਵਿਆਪਕ ਪਰਮ ਸੱਤਿਆ ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ ਲੈਤਾ ਪਾਲਣਾ ਹੁੰਦੀ ਹੈ। ਹੁਕਮ ਕੀ ਹੈ? ਸਿਸਟਮ। ਇਹਨਾਂ ਚੀਜ਼ਾਂ ਨੂੰ ਨੋਟ ਕਰਦੇ ਜਾਓ। ਔਰ ਆਪਸ ਦੇ ਵਿੱਚ ਜਿਹੜੀ ਸਾਡੀ ਕਲਾਸ ਹੈ, ਸਾਡਾ ਇੱਕ ਪਰਿਵਾਰ ਹੈ। ਅਸੀਂ ਸਾਰੇ ਭੈਣਾਂ ਔਰ ਭਰਾ ਹਾਂ। ਸਾਡੇ ਵਿਚਾਰਾਂ ਵਿੱਚ ਥੋੜੇ ਬਾਤੇ ਡਿਫਰੈਂਟ ਹੋ ਸਕਦੇ ਨੇ ਵਿਚਾਰ, ਲੇਕਿਨ ਇਹਨਾਂ ਨੂੰ ਅਸੀਂ ਇਕਸੁਰ ਕਰ ਲੈਣਾ ਹੈ। ਇਕਸੁਰਤਾ ਸਾਡੇ ਵਿੱਚ ਆ ਜਾਣੀ ਹੈ। ਤੇ ਆਏਗੀ ਕਦੋਂ? ਜਦੋਂ ਅਸੀਂ ਗੁਰਬਾਣੀ ਨੂੰ ਬੇਸ ਬਣਾਵਾਂਗੇ ਸਾਰੇ। ਤਾਂ ਇਹਦੇ ਵਿੱਚ ਨਾ ਇੱਕ ਗੱਲ ਹੋਰ ਧਿਆਨ ਰੱਖਿਓ ਵੀ ਕਦੀ ਇਹ ਨਾ ਸਮਝੋ ਕਿ ਮੇਰੇ ਵਿਚਾਰਾਂ ਨੂੰ ਰੱਦ ਕਰਤਾ ਹੈ ਤਾਂ ਮੈਂ ਤਾਂ ਗਲਤ ਸਾਬਤ ਹੋ ਗਿਆ ਕਲਾਸ ਵਿੱਚ। ਇਹ ਭਾਵਨਾ ਕਦੀ ਨਾ ਲਿਆਇਓ, ਕਿਉਂਕਿ ਗੁਰਬਾਣੀ ਅਨੁਸਾਰ ਅਸੀਂ ਸਮਝਣਾ ਹੈ, ਸਿੱਖਣਾ ਹੈ। ਔਰ ਘੱਟ ਤੋਂ ਘੱਟ ਜਿੰਨੇ ਕਲਾਸ ਵਿੱਚ ਅਸੀਂ ਮੈਂਬਰ ਹਾਂ, ਅਸੀਂ 10, 15, 20 ਦਿਨ, ਮਹੀਨੇ ਦੇ ਵਿੱਚ ਆਪਣੀ ਵਿਚਾਰਕ ਸਾਂਝ ਬਣਾ ਕੇ ਤੇ ਇੱਕ ਮਜ਼ਬੂਤ ਟੀਮ ਬਣਾ ਲੈਣੀ ਹੈ। ਸਾਡਾ ਇੱਕ ਪਰਿਵਾਰ ਹੈ ਔਰ ਸਾਡਾ ਪਰਿਵਾਰ, ਸਾਡਾ ਪਿਤਾ ਗੁਰੂ ਗ੍ਰੰਥ ਸਾਹਿਬ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ। ਔਰ ਅਸੀਂ ਇੱਕ ਪਰਿਵਾਰ ਦੇ ਮੈਂਬਰ ਬਣ ਕੇ ਫਿਰ ਆਪਣੇ ਦੂਜੇ ਪਰਿਵਾਰਾਂ ਦੇ ਵਿੱਚ ਵੀ ਇੱਕ ਸੁਰਤਾ ਲਿਆਉਣੀ। ਇਹ ਸਾਡਾ ਗੋਲ ਹੋਣਾ ਚਾਹੀਦਾ ਹੈ। ਹਾਂਜੀ, ਮੇਰੇ ਵੱਲੋਂ ਫਤਿਹ ਹੈ। ਹੋਰ ਵੀ ਕੋਈ ਦੇ ਬਾਰੇ ਕਹਿਣਾ ਚਾਹੋ ਤਾਂ ਤੁਸੀਂ ਕਹਿ ਸਕਦੇ। ਡਿਸਕਸ਼ਨ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਵਿਚਾਰ ਆਏ ਆ ਅੱਜ। ਤੇ ਉਮੀਦ ਤਾਂ ਬੜੀ ਹੈ ਜੀ ਸਾਨੂੰ ਇਹਨਾਂ ਵਿਚਾਰਾਂ ਤੋਂ ਸਾਡੇ ਜਿਹੜੇ ਪੁਰਾਣੇ ਜਿਹੜੇ ਵਿਚਾਰ ਆ ਉਹ ਰਿਪਲੇਸ ਹੋ ਕੇ ਨਵੇਂ ਵਿਚਾਰਾਂ ਦੇ ਨਾਲ ਸਾਡੀ ਸਾਂਝ ਪਊਗੀ। ਤੇ ਸਾਡੇ ਜਿਹੜੇ ਨੋਰਮਲ ਸਵਾਲ ਹੈਗੇ ਉਹਨਾਂ ਦੇ ਵਿੱਚੋਂ ਇਹ ਜਵਾਬ ਹੈਗੇ ਆ। ਤਾਂ ਇਹ ਬਹੁਤ ਡਿਸਕਸ਼ਨ ਦਾ ਵਿਸ਼ਾ ਹੈਗਾ। ਫਿਊਚਰ ਵਾਸਤੇ ਵੀ ਆਪਾਂ ਇੱਦਾਂ ਹੀ ਗੱਲਬਾਤ ਕਰਦੇ ਰਹੀਏ ਤਾਂ ਠੀਕ ਹੈ ਜੀ। ਤੇ ਹੋਰ ਕਿਸੇ ਵੀਰ ਭੈਣ ਨੇ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਪਲੀਜ਼ ਕਰੋ ਗੱਲ। ਠੀਕ ਹੈ ਜੀ, ਮੇਰਾ ਖਿਆਲ ਨਹੀਂ ਹੋਰ ਕਿਸੇ ਨੇ ਵੀ ਗੱਲ ਕਰਨੀ ਜੀ। ਤੇ ਆਪਾਂ ਇੱਥੇ ਕਰ ਦਿੰਦੇ ਸਮਾਪਤੀ।
ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਬਾਕੀ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਹਿੱਸਾ ਲਿਆ ਤੁਸੀਂ ਬਹੁਤ ਤੇ ਆਪਣੇ ਵਿਚਾਰ ਦਿੱਤੇ। ਤਾਂ ਕੱਲ ਨੂੰ ਆਪਾਂ ਮੁੜ ਕੇ 2 ਵਜੇ ਫੇਰ ਆਵਾਂਗੇ ਜੀ। ਤਦ ਤਾਈਂ ਆਪਾਂ ਛੁੱਟੀਆਂ ਲਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।